ਲੋਕ ਸਭਾ ਦੇ ਵਿੱਚ ਜਦੋਂ ਆਪਾਂ ਆਰਡੀਨੈਂਸ ਦੀ ਥਾਂ ਤੇ ਬਿੱਲ ਲਿਆਉਣ ਦੀ ਗੱਲ ਕੀਤੀ ਹੈ, ਕੱਲ੍ਹ ਲੋਕ ਸਭਾ ਨੇ ਪਾਸ ਕਰ ਦਿੱਤਾ। ਵਿਰੋਧੀ ਧਿਰ ਨੇ ਤਕੜਾ ਵਿਰੋਧ ਕੀਤਾ। ਇਹਦੇ ਬਾਵਜੂਦ ਕਿਧਰੇ ਲੱਗਦਾ ਹੈ ਕਿ ਸਦਨ ਦੇ ਅੰਦਰ ਵਿਰੋਧੀ ਧਿਰ ਨੂੰ ਤਕੜਾ ਝਟਕਾ ਲੱਗਾ। ਸਿੱਧੂ ਸਾਹਿਬ ਦੇਖੋ, ਇਹ ਤਾਂ ਇਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਜਿਹੜਾ ਦਿੱਲੀ ਦਾ ਆਰਡੀਨੈਂਸ ਹੈ ਲੋਕ ਸਭਾ ਦੇ ਵਿੱਚ ਵੀ ਪਾਸ ਹੋਣਾ ਤੇ ਇਹ ਰਾਜ ਸਭਾ ਦੇ ਵਿੱਚ ਵੀ ਪਾਸ ਹੋਣਾ, ਕਿਉਂਕਿ ਨਾ ਤਾਂ ਕਾਂਗਰਸ ਕੋਲ ਨੰਬਰ ਗੇਮ ਹੈ ਤੇ ਨਾ ਹੀ ਆਮ ਆਦਮੀ ਪਾਰਟੀ ਕੋਲ ਹੈ। ਪਰ ਇਹਨਾਂ ਸਾਰਿਆਂ ਨੇ ਇੱਕ ਨਰੇਟਿਵ ਬਣਾਉਣ ਲਈ, ਇੱਕ ਵਿਰੋਧ ਕਰਨ ਲਈ ਇਹ ਸਾਰੀ ਚੀਜ਼ਾਂ ਸ਼ੁਰੂ ਕਰ ਦਿੱਤੀਆਂ, ਜਿਹਦਾ ਇਹਨਾਂ ਨੂੰ ਨਾ ਕੋਈ ਫਾਇਦਾ ਹੋਣਾ, ਸਿਰਫ ਇੱਕ ਪਾਰਲੀਮੈਂਟ ਦਾ ਸਮਾਂ ਖਰਾਬ ਕਰਨ ਲਈ, ਤਾਂ ਕਿ ਦੇਸ਼ 'ਚ ਜਿਹੜਾ ਵਾ ਪ੍ਰਗਤੀ ਲਈ ਕੋਈ ਗੱਲ ਨਾ ਕਰ ਸਕੇ। ਭਾਰਤੀ ਜਨਤਾ ਪਾਰਟੀ ਵਾਲੇ ਚਾਹੇ ਉਹ ਸਿੱਖ ਮਸਲੇ ਹੋਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਤਰ੍ਹਾਂ ਉਹਨਾਂ ਨੇ ਦਿੱਲੀ ਇਹਦੇ ਵਿੱਚ ਆਪਣੇ ਹਰਿਆਣਾ ਦੇ ਵਿੱਚ ਅਲੱਗ ਕਰਵਾਈ, ਚਾਹੇ ਉਹ ਕਾਂਗਰਸ ਲੈ ਕੇ ਆਈ ਸੀ ਮਤਾ, ਪਰ ਅਲੱਗ ਕਿਹਨੇ ਕੀਤਾ, ਇੰਪਲੀਮੇਸ਼ਨ ਕਿਹਨੇ ਕੀਤੀ? ਭਾਰਤੀ ਜਨਤਾ ਪਾਰਟੀ ਨੇ। ਅੱਜ ਵੀ ਭਾਰਤੀ ਜਨਤਾ ਪਾਰਟੀ ਦੀ ਅੱਖ ਇਸੇ ਤਰ੍ਹਾਂ ਪੰਜਾਬ ਤੇ ਫੈਡਰਲ ਸਿਸਟਮ ਤੇ ਚੰਡੀਗੜ੍ਹ ਦੇ ਪਾਣੀਆਂ ਦਾ ਮੁੱਦਾ ਹੋਵੇ, ਉਸ ਦੇ ਉੱਪਰ ਚਾਹੇ BM ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈਗਾ ਉਹਦੇ ਚੋਂ ਮੈਂਬਰਸ਼ਿਪ ਖਤਮ ਕਰਨ ਦੀ, ਚਾਹੇ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੀ ਜਗ੍ਹਾ ਦੇਣ ਦੀ ਗੱਲ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦੀ ਸਹਿਮਤੀ ਨਾਲ ਕਰਦੀ ਹੈ, ਉਹਦੀ ਗੱਲ, ਸਾਰੇ ਜਿੰਨੇ ਵੀ ਫੈਸਲੇ ਹੈਗੇ ਆ ਭਾਰਤੀ ਜਨਤਾ ਪਾਰਟੀ ਵੀ ਫੈਡਰਲ ਢਾਂਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਆ। ਬੀਜੇਪੀ ਦੀ ਸਰਕਾਰ ਹੀ ਜਦੋਂ ਮੈਨੂੰ ਲੱਗਦਾ ਵਰਮਾ ਜੀ ਦੇ ਨੇਤਰਤਵ ਥੱਲੇ ਉੱਥੇ ਸੀਗੀ ਦਿੱਲੀ ਦੇ ਵਿੱਚ, ਜੇ ਮੈਂ ਨਹੀਂ ਗਲਤ, ਮੈਨੂੰ ਪੂਰਾ ਨਾਂ ਕਲਿੱਕ ਨਹੀਂ ਕਰ ਰਿਹਾ, ਤਾਂ ਉਦੋਂ ਉਹ ਪੂਰੀ ਸਰਕਾਰ ਦੀ ਮੰਗ ਕਰਦੇ ਸੀਗੇ ਵੀ ਮਨਮੋਹਨ ਸਿੰਘ ਸਾਹਿਬ ਜਾਂ ਦੂਸਰੇ ਜਿੰਨੇ ਵੀ PM ਹੋਏ ਆ ਵੀ ਉਹ ਪੂਰੀ ਸਰਕਾਰ ਦਾ ਦਰਜਾ ਦੇਣ ਦਿੱਲੀ ਨੂੰ। ਤੇ ਪਰ ਬੜਾ, ਕਿਉਂਕਿ ਅਸੀਂ ਪੋਲੀਟਿਕਸ ਆਫ ਕਨਵੀਨੀਅੰਸ ਕਰਦੇ ਹਾਂ। ਅਸੀਂ ਜਦੋਂ 370 ਤੜਵਾਉਣਾ ਹੁੰਦਾ ਤਾਂ ਅਸੀਂ ਹੱਥ ਖੜੇ ਕਰ ਦਿੰਦੇ ਹਾਂ। ਇੱਕ ਰਾਸ਼ਟਰੀ ਵਾਸਤੀ ਸਟੇਟ ਨੂੰ ਤੁਸੀਂ ਖੇਰੂ ਕਰ ਦਿੰਦੇ ਹੋ, ਪਰ ਜਦੋਂ ਤੋਂ ਹੱਥੋਂ ਅਧਿਕਾਰ ਸਾਂਭੇ ਮਾੜੇ ਜਿਹੇ ਖੋਏ ਜਾਂਦੇ ਆ, ਉਦੋਂ ਤੁਸੀਂ ਰੌਲਾ ਪਾਉਣ ਲੱਗ ਜਾਂਦੇ ਹੋ, ਕਿਉਂਕਿ ਆਪਦੇ ਘਰੇ ਉਹ ਅੱਗ ਬਲਦੀ ਹੁੰਦੀ ਆ। ਜਿਹੜੀ ਅੱਜ ਸੁਪਰੀਮ ਕੋਰਟ, ਮਾਣਯੋਗ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਤੁਸੀਂ ਜਿਹੜੀ ਜਿੰਨੀ ਸਜ਼ਾ ਦੇ ਸਕਦੇ ਸੀ ਵੱਧ ਤੋਂ ਵੱਧ, ਉਹ ਵੱਧ ਤੋਂ ਵੱਧ ਇਸ ਕਰਕੇ ਉੱਥੋਂ ਤੱਕ ਲੈ ਕੇ ਆਏ ਤਾਂ ਜੋ ਇਹਨਾਂ ਦੀ ਮੈਂਬਰ ਪਾਰਲੀਮੈਂਟ ਖਾਰਜ ਹੋ ਵੀ। ਇਹਦੇ 'ਚ ਇਹ ਗੱਲ ਸ਼ੱਕ ਲੱਗਦਾ। ਅੱਜ ਤੁਸੀਂ ਜਿਹੜੇ ਸੀਨੀਅਰ ਐਡਵੋਕੇਟ ਆ ਸੁਪਰੀਮ ਕੋਰਟ ਦੇ ਅਭਿਸ਼ੇਕ ਮਨੂ ਸਿੰਘ ਵੀ, ਉਹਨਾਂ ਦਾ ਵੀ ਤੁਸੀਂ ਟਵੀਟ ਪੜ੍ਹ ਕੇ ਦੇਖੋ, ਉਹਨਾਂ ਨੇ ਵੀ ਬੜੀ ਕਲੀਅਰ ਕੀਤੀ ਗੱਲ ਕਿ ਇਹਦੇ ਵਿੱਚ ਕੁਛ ਨਾ ਕੁਛ ਝਲਕ ਪੈਂਦੀ ਸੀ ਵੀ ਜਿਸ ਤਰ੍ਹਾਂ ਕੋਈ ਪਿੱਛੋਂ ਕੋਈ ਦਬਾਅ ਵਾਲੀ ਗੱਲ ਹੁੰਦੀ ਹੈ। ਕਿਉਂਕਿ ਇਹ ਸਾਡਾ ਜਿਹੜਾ ਲੋਕਤੰਤਰ ਹੈ ਸਿੱਧੂ ਸਾਹਿਬ, ਇਹਦੇ ਵਿੱਚ ਜਿਹੜੀਆਂ ਇਹਦੇ 3 ਮੇਨ ਵੱਡੇ ਥੰਮ ਹੈ, ਜਿਹੜੇ ਨਿਆਂਪਾਲਿਕਾ, ਕਾਰਜਪਾਲਿਕਾ ਤੇ ਵਿਧਾਨਪਾਲਿਕਾ, ਔਰ ਚੌਥਾ ਥੰਮ ਹੈ ਜਿਹੜਾ ਮੀਡੀਆ ਦਾ ਹੈ, ਜਿਹਦੇ ਨਾਲ ਇਹ ਸਾਰਿਆਂ ਦੀ ਫੰਕਸ਼ਨਿੰਗ ਹੁੰਦੀ ਹੈ ਤੇ ਲੋਕਾਂ ਦੇ ਨਾਲ ਜੋੜਿਆ ਜਾਂਦਾ ਹੈ। ਤੇ ਇਹਦੇ ਚੋਂ ਜਿਹੜਾ ਸਾਡੀ ਨਿਆਂਪਾਲਿਕਾ ਉਹ ਬੜੀ ਬਿਲਕੁਲ ਸੁਤੰਤਰ ਹੈ, ਉਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ। ਪਰ ਭਾਰਤੀ ਜਨਤਾ ਪਾਰਟੀ ਜਦੋਂ ਤੋਂ ਆਈ ਹੈ ਉਦੋਂ ਤੋਂ ਇਹ ਮੰਗ ਕਰ ਰਹੇ ਆ ਕਿ ਜਿਹੜੀ ਜੱਜਾਂ ਦੀ ਨਿਯੁਕਤੀ ਵਾਸਤੇ ਜਿਹੜਾ ਕਾਲਜੀਅਮ ਹੈ ਉਹਦੇ ਵਿੱਚ ਸਰਕਾਰ ਦੀ ਭਾਗੀਦਾਰੀ ਹੋਣੀ ਚਾਹੀਦੀ। ਪਰ ਆਪਾਂ ਕਦੀ ਵੀ ਇਸ ਤਰ੍ਹਾਂ ਦਾ ਕੋਈ ਟਸਲ ਨਹੀਂ ਦੇਖਿਆ ਜੋ ਹੁਣ ਅਸੀਂ ਦੇਖ ਰਹੇ ਹਾਂ। ਮੋਟਾ ਇਹੀ ਫਰਕ ਹੈ, ਕਿਉਂਕਿ ਜੇ ਤੁਸੀਂ ਆਪਾਂ LG ਵਰਸਿਸ CM ਜਾਂ ਗਵਰਨਰ ਵਰਸਿਸ CM, ਇਹ ਜਿਹੜੀ 2 ਟਸਲਸ ਆ ਤੁਸੀਂ ਸਿਰਫ 2 ਸਟੇਟਾਂ 'ਚ ਦੇਖਦੇ ਹੋ, ਪੰਜਾਬ ਔਰ ਦਿੱਲੀ। ਔਰ ਦੋਨੋਂ ਹੀ ਜਗ੍ਹਾ ਇੱਕ ਐਸੀ ਸਰਕਾਰ ਹੈ ਜਿਹੜੀ ਸੰਵਿਧਾਨ ਨੂੰ ਬਿਲਕੁਲ ਨਹੀਂ ਮੰਨਦੀ ਔਰ ਉਲਟੇ ਸਿੱਧੇ ਬਿਆਨ ਦਿੰਦੇ ਨੇ ਸਿਰਫ। ਔਰ ਦੋਨੋਂ ਜਗ੍ਹਾ ਹੀ ਇਹ ਸਮੱਸਿਆ ਵਾ, ਕਿਸੇ ਹੋਰ ਸਟੇਟ 'ਚ ਸਮੱਸਿਆ ਨਹੀਂ ਆ। ਔਰ ਮੇਰਾ ਮੰਨਣਾ ਵਾ ਕਿ ਇਹ ਜਿਹੜੇ ਆਵਾਜ਼ ਆ ਗਏ ਨੇ, ਇਹਦੇ 'ਚ ਉਹਨਾਂ ਦਾ ਜ਼ਿਆਦਾ ਰੋਲ ਆ। ਮੈਂ ਬੜੇ ਕਲੀਅਰ ਸਪਸ਼ਟ ਸ਼ਬਦਾਂ ਦੇ ਵਿੱਚ ਕਹੂੰਗਾ, ਦਿੱਲੀ ਦੇ ਵਿੱਚ ਜਿਹੜੀ ਮਰਜ਼ੀ ਸਰਕਾਰ ਬਣ ਜੇ, ਸੈਂਟਰ ਦੇ ਵਿੱਚ ਪਹਿਲਾਂ ਕਾਂਗਰਸ ਬਣਦੀ ਰਹੀ ਆ, ਕਾਂਗਰਸ ਨੇ ਬੜਾ ਨੁਕਸਾਨ ਕੀਤਾ, ਫੈਡਰਲ ਸਿਸਟਮ ਦਾ ਐਮਰਜੈਂਸੀਆਂ ਵਰਗੇ ਹਾਲਾਤ ਪੈਦਾ ਕੀਤੇ ਆ, ਬੜਾ ਕੁਝ ਕੀਤਾ। ਦਰਬਾਰ ਸਾਹਿਬ ਤੇ ਅਟੈਕ ਕਰਕੇ ਕਿੰਨੇ ਵਾਰੀ ਸਰਕਾਰਾਂ ਤੋੜ ਕੇ ਗਵਰਨਰ ਰਾਜ ਲਗਾਉਂਦੇ ਰਹੇ ਆ ਪੰਜਾਬ ਦੇ ਵਿੱਚ। ਸੋ ਇਹ ਜਿਹੜੇ ਲੋਕ ਹੈਗੇ ਆ ਹੁਣ ਦੂਸਰੇ ਪਾਸੇ ਬੈਠੇ ਆ, ਫੈਡਰਲ ਸਟਰਕਚਰ ਦੀਆਂ ਗੱਲਾਂ ਕਰਦੇ, ਵੱਧ ਅਧਿਕਾਰਾਂ ਦੀਆਂ ਗੱਲਾਂ ਕਰਦੇ, ਚੰਗੇ ਨਹੀਂ ਲੱਗਦੇ। ਜਿਹੜਾ ਵੀ ਨਾਮ ਲੈ ਕੇ, ਕਿਹੜੀ ਵੀ ਗੱਲ ਕਹਿ ਕੇ ਉਹਨਾਂ ਨੇ ਜਿਹੋ ਜਿਹਾ ਵੀ ਐਲੀਗੇਸ਼ਨ ਲਾਇਆ ਸੀਗਾ, ਪਰ ਅੱਜ ਜਿਹੜੀ ਪੋਲੀਟੀਕਲ ਇੰਟਰਫੇਰੈਂਸ ਹੈਗੀ ਆ ਜੁਡੀਸ਼ਰੀ ਦੇ ਵਿੱਚ, ਉਹ ਬਹੁਤ ਜ਼ਿਆਦਾ ਹੈਗੀ ਆ। ਅੱਜ ਤੱਕ ਇੰਨੀ ਹੈ ਨਹੀਂ ਸੀਗੀ, ਕਿਉਂਕਿ 2 ਸਾਲ ਤੱਕ ਦੀ ਸਜ਼ਾ ਦਾ ਜੇ ਮੁਜਰਮ ਜਾਂ ਅਕਿਊਜ਼ਡ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਦਾ ਤਾਂ ਮੈਨੂੰ ਲੱਗਦਾ ਉੱਥੇ ਕਈ ਸਵਾਲ ਪੈਦਾ ਹੁੰਦੇ ਆ। ਇੰਦਰਾ ਗਾਂਧੀ ਜੀ ਪਹਿਲਾਂ ਤਾਂ ਕੋਰਟ ਕੀਤੀ ਆ ਵੀ ਇਲਾਹਾਬਾਦ ਹਾਈ ਕੋਰਟ ਨੇ ਇਲੈਕਸ਼ਨ ਉਹਨਾਂ ਦੀ ਧਾਂਦਲੀ ਭਰਪੂਰ ਪਾਤੀ ਸੀਗੀ,
ਤੇ ਉੱਥੇ ਹੀ ਰੌਲਾ ਪੈ ਗਿਆ ਸੀਗਾ। ਅੱਜ ਸੁਪਰੀਮ ਕੋਰਟ ਸਸਪੈਂਡ ਕਰ ਰਿਹਾ ਵਾ 2 ਸਾਲ ਦੀ ਸਜ਼ਾ ਨੂੰ, ਜਿਹੜੀ ਇੱਕ ਵੱਡੀ ਗੱਲ ਆ। ਦੂਸਰੇ ਪਾਸੇ ਅਸੀਂ ਪੋਲੀਟੀਕਲ ਲਾਈਫ 'ਚ ਜੇ ਇਹੋ ਜਿਹੀ ਕੋਈ ਗਲਤ ਹੋਈ ਆ, ਚਲੋ ਤੁਸੀਂ ਵੋਟ ਡਾਊਨ ਕਰਨਾ ਨਹੀਂ ਕਰਨਾ ਇਹ ਤਾਂ ਤੁਹਾਡੇ ਤੇ ਨਿਰਭਰ ਕਰਦਾ। ਹਾਂ, ਪਰ ਜਿੱਥੋਂ ਤੱਕ ਇਲੈਕਸ਼ਨ ਲੜਨ ਦੀ ਗੱਲ ਹੈਗੀ ਆ, ਬਿਲਕੁਲ ਸਹੀ ਗੱਲ ਆ। ਇਹ ਬੀਜੇਪੀ ਦੀ ਮਨਸ਼ਾ ਬੜੀ ਧੁੰਦਲੀ ਜੀ ਨਜ਼ਰ ਆਉਂਦੀ ਆ ਬਈ ਤੁਸੀਂ ਕਿਸੇ ਨੂੰ 2 ਸਾਲ ਦੀ ਸਜ਼ਾ ਕਰਾ ਦਿਓ, ਕਿਉਂਕਿ ਕਾਨੂੰਨ ਇਹ ਕਹਿੰਦਾ ਵੀ ਤੁਸੀਂ 2 ਸਾਲ ਜਾਂ ਜੇ 2 ਸਾਲ ਤੋਂ ਵੱਧ ਦੋਸ਼ੀ ਪਾਏ ਜਾਂਦੇ ਆ, ਜਿਵੇਂ ਪੰਜਾਬ ਵਿੱਚ ਬੀਬੀ ਜਗੀਰ ਕੌਰ ਜੀ ਨਾਲ ਹੋਇਆ, ਉਹਨਾਂ ਦੀ ਵੀ ਜਿਹੜੀ ਸੈਂਟੈਂਸ ਸੀਗੀ ਕਾਈਂਡ ਆਫ ਸਟੇ ਹੋ ਗਈ ਆ ਸੁਪਰੀਮ ਕੋਰਟ ਤੋਂ, ਤੇ ਉਹਨਾਂ ਨੇ ਦੁਬਾਰਾ ਇਲੈਕਸ਼ਨ ਵਗੈਰਾ ਲੜੀ ਆ। ਉਵੇਂ ਹੀ ਰਾਹੁਲ ਗਾਂਧੀ ਦੀ ਇਹ ਇੱਕ ਪਿਰਤ ਚੰਗੀ ਨਹੀਂ, ਪਿਰਤ ਚੰਗੀ ਵਿੱਚ ਬੋਲਿਆ ਵਾ। ਜੇ ਤੁਸੀਂ ਪਹਿਲਾਂ ਵੀ ਬੋਲੀ ਗੱਲ ਸੁਣ ਲਓ, ਮੈਂ ਤੁਹਾਡੀ ਸੁਣ ਲਈ ਆ, ਗੱਲ ਸੁਣ ਲਓ। ਇਤਰਾਜ਼ ਕੀ ਆ ਤੁਹਾਨੂੰ? ਗੱਲ ਤਾਂ ਸੁਣ ਲਓ ਟਿਕਾ ਕੇ, ਸ਼ਾਇਦ ਤੁਹਾਨੂੰ ਕੰਮ ਆਵੇ। ਤੁਹਾਡੇ ਅੱਗੇ ਤੁਹਾਡੀ ਮਰਜ਼ੀ ਆ, ਤੁਸੀਂ ਮੇਰੀ ਗੱਲ ਸੁਣ ਲਓ। ਹਾਂ, ਤੁਸੀਂ ਸਿੱਧੂ ਸਾਹਿਬ ਨੂੰ ਕਹਿ ਰਿਹਾ ਮੈਂ ਆ। ਅਸੀਂ ਕਿਸੇ ਗੱਲ ਇਹ ਆ, ਜਦੋਂ ਸਾਡੇ ਵਰਗਾ ਨਹੀਂ ਕੋਈ ਬੰਦਾ ਬੋਲਦਾ ਅਸੀਂ ਜੱਜਮੈਂਟ ਦੀ ਗੱਲ ਕਰਦੇ ਆ। ਹਾਂ, ਇਹ ਸਹੀ ਆ। 2 ਸਾਲ ਤੱਕ ਦੀ ਸਜ਼ਾ ਪਹਿਲਾਂ ਥੱਲੇ ਵਾਲੇ ਕੋਰਟਾਂ 'ਚ ਹੀ ਨਿਪਟ ਜਾਂਦੀ ਸੀ, ਅੱਜ ਵੀ ਨਿਪਟਦੀ ਆ। ਇਹ ਤੁਸੀਂ ਸਪੈਸ਼ਲ ਕੇਸ ਬਣਾ ਕੇ ਸੁਪਰੀਮ ਕੋਰਟ ਤੱਕ ਪੋਲੀਟੀਕਲ ਇੰਟਰਫੇਰੈਂਸ ਦੇ ਬਹੁਤ ਹਾਈ ਦੇਣਾ ਕੋਰਟ ਦੇ ਗਲਤ ਵਿੱਚ ਵੀ ਮੈਨੂੰ ਸਾਹਿਬ ਨੂੰ ਇਸ ਗੱਲ ਤੇ ਇਤਰਾਜ਼ ਹੈ। ਬਹੁਤ ਜ਼ਿਆਦਾ ਗੁਜਰਾਤ ਗੱਲ ਤੋਂ ਮਨਾ ਕਰੋ। ਤੁਹਾਡੇ ਆਰਡੀਨੈਂਸ ਦਾ ਵਿਰੋਧ ਕੀਤਾ ਤੁਸੀਂ ਕਰਦੇ ਆ, ਆਰਡੀਨੈਂਸ ਦਾ ਵਿਰੋਧ ਕਰਦੇ ਆ, ਜਿਹੜਾ ਬਿੱਲ ਆਇਆ ਉਹਦਾ ਵਿਰੋਧ ਕਰਦੇ ਆ। ਧਾਰਾ 370 ਤੋੜਦਾ ਜੰਮੂ ਕਸ਼ਮੀਰ ਨੂੰ ਯੂਟੀ ਬਣਾਉਣ ਦਾ ਵਿਰੋਧ ਕਰਦੇ ਆ ਅੱਜ ਵੀ। ਤੁਸੀਂ ਜਿਹੜੇ ਤੁਹਾਡੇ ਭਾਜਪਾ ਦੇ ਹੱਕ ਦੇ ਵਿੱਚ ਉਹ ਨਹੀਂ ਹੁਣ ਮਨੀਪੁਰ ਨੂੰ ਵੀ ਇਹ ਮਨੀਪੁਰ ਨੂੰ ਵੀ ਬਣਾਉਣ ਨੂੰ ਫਿਰਦੇ ਯੂਟੀ, ਉੱਥੇ ਖੜੋਗੇ। ਨਹੀਂ, ਉਹ ਕਿਸਾਨਾਂ ਨੂੰ ਹੱਕ ਦਵਾ ਕੇ ਚਲੇ ਗਏ। ਭਾਜਪਾ ਦੇ ਵਿੱਚ ਤੁਹਾਡੇ ਕਾਂਗਰਸੀ ਜਿਹੜੇ 7-8 ਜਿਹੜੇ ਹੀਰੇ ਤੁਹਾਡੇ ਅਨਮੋਲ ਹੀਰੇ, ਜਿਹੜੇ ਉਦੋਂ ਕਹਿੰਦੇ ਸੀ ਦਵਾ ਚਾ ਕੇ ਅਸਤੀਫਾ ਦਿੱਤਾ, ਦਵਾ ਚਾ ਕੇ ਨਹੀਂ, ਹੁਣ ਭਾਜਪਾ ਨੇ ਹੱਕ ਦੇਤਾ ਕਿਸਾਨਾਂ ਨੂੰ। ਤੁਹਾਡੀ ਅੱਧੀ ਕਾਂਗਰਸ ਜਿਹੜੀ ਭਾਜਪਾ ਚਲੀ ਗਈ, ਉਹਨਾਂ ਤੁਹਾਡਾ ਪ੍ਰਧਾਨ ਹੈ, ਤੁਹਾਡਾ ਮੁੱਖ ਮੰਤਰੀ ਰਿਹਾ ਕੈਪਟਨ ਅਮਰਿੰਦਰ ਸਿੰਘ। ਮੈਨੂੰ ਲੱਗਦਾ ਵੱਡੇ ਕਾਂਗਰਸ ਤੋਂ ਵੱਡੇ ਗਏ ਆ, ਸਾਨੂੰ ਕੋਈ ਇਤਰਾਜ਼ ਨਹੀਂ। ਜਿਹੜੇ ਅਸੀਂ ਕੱਢਦੇ ਜਿੱਥੇ ਦੋਨਾਂ ਦੇ ਵਿਊ ਆਪਾਂ ਹੁਣੇ ਹੀ ਨਾਓ ਦੇਖ ਕੇ ਹਟੇ ਹਾਂ, ਹੁਣੇ ਹੀ ਅਸੀਂ ਮਨੀਪੁਰ ਦੇਖ ਕੇ ਆਏ ਹਾਂ। ਇੱਕ ਕਿਊਮਨਲ ਲਾਈਨ ਡਰਾ ਕੀਤੀ ਜਾ ਰਹੀ ਹੈ ਹਿੰਦੁਸਤਾਨ ਦੇ ਵਿੱਚ। 2024 ਦੀ ਸਟਾਰਟਿੰਗ ਤੇ ਇੱਕ ਮੰਦਿਰ, ਰਾਮ ਮੰਦਿਰ ਦਾ ਵੀ ਉਹਦੇ ਕਿਊਮਨਲ ਲਾਈਨ ਤੇ ਲੜੀ ਜਾਣੀ ਆ 2024 ਦੀ ਇਲੈਕਸ਼ਨ। ਜੇ ਆਪਾਂ ਕਹੀਏ ਮੈਰਿਟ ਤੇ ਲੜੀ ਜਾਣੀ ਆ, ਉਹ ਹਜੇ ਕਿਤੇ ਦਿਖਾਈ ਨਹੀਂ ਦੇ ਰਿਹਾ। ਅਸੀਂ ਕਹਿ ਰਹੇ ਹਾਂ ਕੋਈ ਪ੍ਰਾਪਤੀਆਂ ਤੇ ਲੜੀ ਜਾਣੀ ਆ, ਅਸੀਂ ਕਹੀਏ 15 ਲੱਖ ਜੇਬ ਚ ਆਉਣ ਤੇ ਲੜੀ ਜਾਣੀ ਆ, 2 ਕਰੋੜ ਨੌਕਰੀਆਂ ਤੇ ਲੜੀ ਜਾਣੀ ਆ। ਨੈਵਰ। ਅੱਜ ਕੋਈ ਨਾਮ ਲੈ ਰਿਹਾ, ਅੱਜ ਕਹਿ ਰਿਹਾ ਵੀ ਅੱਜ ਪ੍ਰਚੰਡ ਬੁਲੰਦ ਹੋਇਆ ਵਾ। ਜੇ ਕਿਸੇ ਅਸੀਂ ਭਗਤ ਨੂੰ ਪੁੱਛਦੇ ਵੀ ਆ ਪੂਰੀ ਦੁਨੀਆ ਦੇ ਵਿੱਚ ਸਨਾਤਨ ਧਰਮ ਦਾ, ਪਹਿਲਾਂ ਵੀ ਤਾਂ ਸੀਗਾ ਹੀ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ। ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਦਰਸ਼ਕਾਂ ਦੀ ਕਚਹਿਰੀ 'ਚ ਡਿਬੇਟ ਦੇ 2 ਵੱਡੇ ਮੁੱਦੇ ਲੈ ਕੇ ਆਪਾਂ ਆਪਣੇ ਮਹਿਮਾਨਾਂ ਨੂੰ ਬੇਨਤੀ ਕੀਤੀ ਹੈ। ਵੱਡੇ ਮੁੱਦੇ ਕਿਸ ਤਰ੍ਹਾਂ ਹੈ? ਜੇ ਆਪਾਂ ਪਾਰਲੀਮੈਂਟ ਦੀ ਗੱਲ ਕਰ ਲਈਏ, ਲੋਕ ਸਭਾ ਦੀ ਗੱਲ ਕਰੀਏ, ਤਾਂ ਇੱਕ ਦਿਨ ਪਹਿਲਾਂ ਇਸ ਦੇਸ਼ ਦੀ ਰਾਜਨੀਤੀ ਦੇ ਅੰਦਰ ਦਿੱਲੀ ਦੇ ਜਿਹੜਾ ਸੇਵਾ ਬਿੱਲ ਉਹਨਾਂ ਨੂੰ ਲੈ ਕੇ, ਸੇਵਾ ਬਿੱਲ ਨੂੰ ਲੈ ਕੇ ਬਹੁਤ ਵੱਡੀ ਪੱਧਰ 'ਤੇ ਬਹਿਸਾਂ, ਰੌਲਾ ਰੱਪਾ ਵਿਰੋਧੀ ਧਿਰ ਹਾਕਮ ਧਿਰ ਦਾ ਚੱਲਦਾ ਰਿਹਾ। ਆਖਰਕਾਰ ਲੋਕ ਸਭਾ ਨੇ ਭਾਰੀ ਵਿਰੋਧ ਦੇ ਬਾਵਜੂਦ ਇਸ ਬਿੱਲ ਨੂੰ ਪਾਸ ਕਰ ਦਿੱਤਾ। ਕੌਮੀ ਪੱਧਰ 'ਤੇ ਇੰਡੀਆ ਦਾ ਪਲੇਟਫਾਰਮ ਜਿਹੜਾ ਵਿਰੋਧੀ ਧਿਰਾਂ ਵੱਲੋਂ ਬਣਾਇਆ, ਉਸ ਤੋਂ ਬਾਅਦ ਲੱਗਦਾ ਕਿ ਵੱਡਾ ਇਹ ਮੁਕਾਬਲਾ ਸੀ ਦੋਨਾਂ ਧਿਰਾਂ ਦਾ, ਜਿਹਦੇ 'ਚ ਭਾਜਪਾ ਜਿਹੜੀ ਹੈਗੀ ਹੈ ਉਹ ਆਰਾਮ ਦੇ ਨਾਲ ਇਸ ਘਮਸਾਨ ਦੇ 'ਚੋਂ ਨਿਕਲ ਕੇ ਜੇਤੂ ਹੋ ਕੇ ਬਾਹਰ ਆਏ ਹੈ। ਦੂਜੇ ਪਾਸੇ ਸਵਾਲ ਹੈ ਕਾਂਗਰਸ ਦੇ ਜਿਹੜੇ ਕਦਾਵਰ ਆਗੂ ਰਾਹੁਲ ਗਾਂਧੀ, ਜਿਸ ਕਦਰ ਪਾਰਲੀਮੈਂਟ 'ਚ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਹੈਗੀ ਹੈ ਰੱਦ ਕੀਤੀ ਗਈ ਸੀ, ਅੱਜ ਸਰਵਉੱਚ ਅਦਾਲਤ ਵੱਲੋਂ ਉਹਨਾਂ ਨੂੰ ਇੱਕ ਵੱਡੀ ਪੱਧਰ 'ਤੇ ਰਾਹਤ ਮਿਲੀ ਹੈ। ਇਹ ਵੀ ਵਿਰੋਧੀ ਧਿਰਾਂ ਦੇ ਖੇਮੇ 'ਚ ਆਪਣੇ ਆਪ 'ਚ ਇੱਕ ਨਵੀਂ ਲਹਿਰ ਜਾਂ ਨਵਾਂ ਸੁਨੇਹਾ। ਇਸ ਕਰਕੇ ਕਿਸੇ ਜਗ੍ਹਾ 'ਤੇ ਕਿਸੇ ਧਿਰ ਦੀ ਜਿੱਤ ਹੈ ਅਤੇ ਕਿਸੇ ਜਗ੍ਹਾ 'ਤੇ ਦੂਜੀ ਧਿਰ ਦੀ ਜਿੱਤ ਹੈ, ਪਰ ਇੱਕ ਲਾਈਨ ਜਾਂ ਕਤਾਰ ਇਹ ਕਾਹਦੇ ਲਈ ਖਿੱਚੀ ਜਾ ਰਹੀ ਹੈ, ਜੇ ਖਿੱਚੀ ਗਈ ਹੈ, ਉਹ ਹੈ 24 ਦੀਆਂ ਪਾਰਲੀਮੈਂਟ ਚੋਣਾਂ। ਇਹ ਸਾਰੇ ਦੇ ਮੱਦੇਨਜ਼ਰ ਜਿਹੜੇ ਮਹਿਮਾਨ ਆਪਣੀ ਬੇਨਤੀ ਪ੍ਰਵਾਨ ਕਰਕੇ ਪੈਨਲ 'ਤੇ ਆਏ ਹੈ, ਆਓ ਆਪਾਂ ਪਹਿਲਾਂ ਉਹਨਾਂ ਨੂੰ ਜੀ ਆਖਦੇ ਹਾਂ, ਸਵਾਗਤ ਕਰਦੇ ਹਾਂ। ਸਾਡੇ ਨਾਲ ਡਾਕਟਰ ਬੂਟਾ ਸਿੰਘ ਬਰਾਗੀ ਜੀ। ਬੂਟਾ ਸਿੰਘ ਬਰਾਗੀ ਜੀ ਰਾਜਸੀ ਵਿਸ਼ਲੇਸ਼ਕ ਤੇ ਜਾਣੇ ਪਹਿਚਾਣੇ ਚਿਹਰੇ ਨੇ। ਸਾਡੇ ਨਾਲ ਦੂਜੇ ਮਹਿਮਾਨ KS ਮਠਾੜੂ ਜੀ, ਸ਼੍ਰੋਮਣੀ ਅਕਾਲੀ ਦਲ ਦੇ ਕਦਾਵਰ ਬੁਲਾਰੇ, ਉਹਨਾਂ ਨੂੰ ਵੀ ਆਪਾਂ ਜੀ ਆਖਦੇ ਹਾਂ। ਇਸੇ ਤਰੀਕੇ ਨਾਲ ਲਕੇਸ਼ ਨਾਰੰਗ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਤੇ ਜਾਣੇ ਪਹਿਚਾਣੇ ਸਾਡੇ ਮਹਿਮਾਨਾਂ ਦੇ, ਅਕਸਰ ਸਾਡੀਆਂ ਡਿਬੇਟਾਂ 'ਚ ਬੇਨਤੀ ਪ੍ਰਵਾਨ ਕਰਕੇ ਆਉਂਦੇ ਆ।
ਚਿਹਰੇ ਨੇ, ਉਹਨਾਂ ਨੂੰ ਵੀ ਆਪਾਂ ਵੈਲਕਮ ਕਰਦੇ ਹਾਂ। ਜਸਵਿੰਦਰ ਸਿੰਘ ਸਿੱਖਾਂਵਾਲਾ ਪੰਜਾਬ 'ਚ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰਦੇ ਹੈ। ਸਾਰੇ ਮਹਿਮਾਨਾਂ ਨੂੰ ਤੁਹਾਡੇ ਵੱਲੋਂ ਜੀ ਆਇਆਂ, ਵੈਲਕਮ। ਜਿਸ ਮਾਮਲੇ 'ਤੇ ਆਪਾਂ ਚਰਚਾ ਦਾ ਮੁੱਢ ਬਣ ਰਹੇ ਹਾਂ, ਨਾਰੰਗ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਲੋਕ ਸਭਾ ਦੇ ਵਿੱਚ ਜਦੋਂ ਆਪਾਂ ਆਰਡੀਨੈਂਸ ਦੀ ਥਾਂ 'ਤੇ ਬਿੱਲ ਲਿਆਉਣ ਦੀ ਗੱਲ ਕੀਤੀ ਹੈ, ਕੱਲ੍ਹ ਲੋਕ ਸਭਾ ਨੇ ਪਾਸ ਕਰ ਦਿੱਤਾ। ਵਿਰੋਧੀ ਧਿਰ ਨੇ ਤਕੜਾ ਵਿਰੋਧ ਕੀਤਾ। ਇਹਦੇ ਬਾਵਜੂਦ ਕਿਧਰੇ ਲੱਗਦਾ ਹੈ ਕਿ ਸਦਨ ਦੇ ਅੰਦਰ ਵਿਰੋਧੀ ਧਿਰ ਨੂੰ ਤਕੜਾ ਝਟਕਾ ਲੱਗਾ। ਰਾਹੁਲ ਗਾਂਧੀ ਦੇ ਮੁੱਦੇ 'ਤੇ ਆਪਾਂ ਬਾਅਦ 'ਚ ਆਉਂਦੇ ਹਾਂ, ਗੱਲ ਕਰਦੇ ਹਾਂ। ਸਿੱਧੂ ਸਾਹਿਬ ਦੇਖੋ, ਇਹ ਤਾਂ ਇਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਜਿਹੜਾ ਦਿੱਲੀ ਦਾ ਆਰਡੀਨੈਂਸ ਹੈ ਲੋਕ ਸਭਾ ਦੇ ਵਿੱਚ ਵੀ ਪਾਸ ਹੋਣਾ ਤੇ ਰਾਜ ਸਭਾ ਦੇ ਵਿੱਚ ਵੀ ਪਾਸ ਹੋਣਾ, ਕਿਉਂਕਿ ਨਾ ਤਾਂ ਕਾਂਗਰਸ ਕੋਲ ਨੰਬਰ ਗੇਮ ਹੈ ਤੇ ਨਾ ਹੀ ਆਮ ਆਦਮੀ ਪਾਰਟੀ ਕੋਲ ਹੈ। ਪਰ ਇਹਨਾਂ ਸਾਰਿਆਂ ਨੇ ਇੱਕ ਨੈਰੇਟਿਵ ਬਣਾਉਣ ਲਈ, ਇੱਕ ਵਿਰੋਧ ਕਰਨ ਲਈ ਇਹ ਸਾਰੀ ਚੀਜ਼ਾਂ ਸ਼ੁਰੂ ਕਰ ਦਿੱਤੀਆਂ, ਜਿਹਦਾ ਇਹਨਾਂ ਨੂੰ ਨਾ ਕੋਈ ਫਾਇਦਾ ਹੋਣਾ, ਸਿਰਫ ਇੱਕ ਪਾਰਲੀਮੈਂਟ ਦਾ ਸਮਾਂ ਖਰਾਬ ਕਰਨ ਲਈ, ਤਾਂ ਕਿ ਦੇਸ਼ ਜਿਹੜਾ ਵਾ ਪ੍ਰਗਤੀ ਵੱਲ ਕੋਈ ਗੱਲ ਨਾ ਕਰ ਸਕੇ, ਦੇਸ਼ ਦੀ ਆਪਣਾ ਅੱਗੇ ਲਿਜਾਣ ਦੀਆਂ ਕੋਈ ਗੱਲਾਂ ਨਾ ਹੋ ਸਕਣ। ਇਹ ਸਾਰਾ ਇਹਨਾਂ ਨੇ ਨਾਟਕ ਰਚਿਆ ਸੀਗਾ ਔਰ ਉਹਦੇ 'ਚ ਜੋ ਸੱਚ ਹੈ ਉਹ ਸਾਹਮਣੇ ਆ ਗਿਆ। ਜਿਹੜਾ ਆਰਡੀਨੈਂਸ ਆ ਉਹਦਾ ਲੋਕ ਸਭਾ ਦੇ ਵਿੱਚੋਂ ਪਾਸ ਹੋਣ ਲਈ ਦੇਸ਼ ਦੀ ਜਨਤਾ ਨੂੰ, ਦਿੱਲੀ ਦੀ ਜਨਤਾ ਨੂੰ ਬਹੁਤ-ਬਹੁਤ ਵਧਾਈ ਦਿੰਦਾ, ਕਿਉਂਕਿ ਇਹਦੇ ਨਾਲ ਜਿਹੜਾ ਦਿੱਲੀ ਦੇ ਵਿੱਚ ਇੱਕ ਮੈਸਅਪ ਸੀਗਾ ਕਿ ਅਪਾਇੰਟਮੈਂਟ ਕੌਣ ਕਰੇਗਾ, ਉਹ ਇੱਕ ਰਸਤਾ ਕਲੀਅਰ ਹੋ ਗਿਆ ਵੀ ਉਹਦੇ 'ਚ ਇੱਕ 3 ਮੈਂਬਰੀ ਕਮੇਟੀ ਹੋਏਗੀ, ਜਿਹਦੇ 'ਚ ਦਿੱਲੀ ਦੇ ਮੁੱਖ ਮੰਤਰੀ ਹੋਣਗੇ, ਦਿੱਲੀ ਦਾ ਚੀਫ ਸੈਕਟਰੀ ਹੋਏਗਾ ਔਰ ਸੈਂਟਰਲ ਗਵਰਨਮੈਂਟ ਦਾ ਇੱਕ ਮੁਲਾਜ਼ਮ ਸੈਕਟਰੀ ਰੈਂਕ ਦਾ ਆਫੀਸਰ ਹੋਏਗਾ। तो ਜਿਹੜਾ ਇਹ ਬਾਰ-ਬਾਰ ਪਾਵਰ ਡਿਬੇਟ, ਪਾਵਰ ਟਸਲ ਕਿ ਕੌਣ ਸੁਪਰੀਮ ਹੈ, ਐਲਜੀ ਸੁਪਰੀਮ ਹੈ ਜਾਂ ਕੇਜਰੀਵਾਲ ਸਾਹਿਬ ਨੇ ਕਰਦਾ ਹੈ, तो एक इस ऑर्डिनेंस ਦੇ ਰਾਹੀਂ ਇਹਨਾਂ ਸਾਰੀ ਚੀਜ਼ਾਂ ਨੂੰ ਇੱਕ ਵਿਰਾਮ ਦੇ ਦਿੱਤਾ ਗਿਆ ਤੇ ਇਹਦੇ ਲਈ ਮੈਂ ਆਪਣਾ ਦਿੱਲੀ ਦੀ ਜਨਤਾ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਨਾਰੰਗ ਸਾਹਿਬ, ਬਿਲਕੁਲ ਵਧਾਈ ਦੇਣਾ ਤੁਹਾਡਾ ਅਧਿਕਾਰ ਹੈ, ਪਰ ਇੱਕ ਸਵਾਲ ਇਸ ਮਾਮਲੇ ਤੇ ਮੈਂ ਜ਼ਰੂਰ ਲੈਣਾ ਚਾਹਾਂਗਾ। ਦੇਖੋ, ਦਿੱਲੀ ਲੋਕਾਂ ਦੀ ਚੁਣੀ ਹੋਈ ਸਰਕਾਰ, ਰਾਜਸੀ ਤੌਰ ਤੇ ਮਤਭੇਦ ਹੋਣੇ ਸੁਭਾਵਿਕ ਹੈ, ਹੋਣਗੇ ਵੀ ਡੈਮੋਕ੍ਰੈਟਿਕ ਸਿਸਟਮ ਦੇ ਚੱਲਦਿਆਂ, ਪਰ ਜਿਸ ਕਦਰ ਆਪਾਂ ਲੈਫਟੀਨੈਂਟ ਗਵਰਨਰ ਦੀ ਗੱਲ ਕਰਦੇ ਹਾਂ ਕਿ ਆਖਰੀ ਜਿਹੜੇ ਫਾਈਨਲ ਅਧਿਕਾਰ ਫੈਸਲਾ ਲੈਣ ਦੇ ਉਹ ਲੈਣਗੇ, ਫਿਰ ਚੁਣੀ ਹੋਈ ਸਰਕਾਰ ਦੀ ਨਾਰੰਗ ਜੀ ਭੂਮਿਕਾ ਕੀ ਰਹਿ ਜਾਂਦੀ ਹੈ? ਉਹ ਤਾਂ ਫਿਰ ਮਿਊਨਿਸਪਲ ਕਮੇਟੀ ਬਣ ਕੇ ਰਹੇਗੀ। ਦੇਖੋ ਸਿੱਧੂ ਸਾਹਿਬ, ਜਦੋਂ ਤੋਂ ਦਿੱਲੀ ਦੀ ਸਟੇਟ ਦਾ ਗਠਨ ਹੋਇਆ ਇਸੇ ਤਰੀਕੇ ਨਾਲ ਚੱਲ ਰਿਹਾ। ਇਹ ਕੋਈ ਭਾਰਤੀ ਜਨਤਾ ਪਾਰਟੀ ਨੇ ਆ ਕੇ ਤਾਂ ਕਰ ਨਹੀਂ ਦਿੱਤਾ ਜੀ। ਇਹ ਜਦੋਂ ਸ਼ੀਲਾ ਦੀਕਸ਼ਿਤ ਦੀ 15 ਸਾਲ ਸਰਕਾਰ ਰਹੀ ਉਦੋਂ ਵੀ ਇਹੀ ਚੱਲਣ ਸੀ, ਜਦੋਂ ਸਾਹਿਬ ਸਿੰਘ ਵਰਮਾ ਮੁੱਖ ਮੰਤਰੀ ਸੀ ਉਦੋਂ ਵੀ ਇਹੀ ਸੀ, ਜਦੋਂ ਮੋਤੀ ਲਾਲ ਖੁਰਾਨਾ ਜੀ ਸੀ ਉਦੋਂ ਵੀ ਇਹੀ ਸੀ, ਔਰ ਕੇਂਦਰ 'ਚ ਕਾਂਗਰਸ ਦੀ ਸਰਕਾਰਾਂ ਸੀ। ਪਰ ਆਪਾਂ ਕਦੇ ਵੀ ਇਸ ਤਰ੍ਹਾਂ ਦਾ ਕੋਈ ਟਸਲ ਨਹੀਂ ਦੇਖਿਆ ਜੋ ਹੁਣ ਅਸੀਂ ਦੇਖ ਰਹੇ ਹਾਂ। ਮੋਟਾ ਇਹੀ ਫਰਕ ਹੈ, ਕਿਉਂਕਿ ਜੇ ਜਿਹੜੀ ਆਪਾਂ ਐਲਜੀ ਵਰਸਿਸ ਸੀਐਮ ਜਾਂ ਗਵਰਨਰ ਵਰਸਿਸ ਸੀਐਮ, ਇਹ ਜਿਹੜੀ ਦੋ ਟਸਲਸ ਆ ਤੁਸੀਂ ਸਿਰਫ 2 ਸਟੇਟਾਂ 'ਚ ਦੇਖਦੇ ਹੋ, ਪੰਜਾਬ ਔਰ ਦਿੱਲੀ 'ਚ, ਔਰ ਦੋਨੋਂ ਹੀ ਜਗ੍ਹਾ ਇੱਕ ਐਸੀ ਸਰਕਾਰ ਹੈ ਜਿਹੜੀ ਸੰਵਿਧਾਨ ਨੂੰ ਬਿਲਕੁਲ ਨਹੀਂ ਮੰਨਦੀ ਔਰ ਉਲਟੇ ਸਿੱਧੇ ਬਿਆਨ ਦਿੰਦੇ ਰਹਿੰਦੇ ਨੇ। ਸਿਰਫ ਔਰ ਦੋਨੋਂ ਜਗ੍ਹਾ ਹੀ ਇਹ ਸਮੱਸਿਆ ਵਾ, ਕਿਸੇ ਹੋਰ ਸਟੇਟ 'ਚ ਸਮੱਸਿਆ ਨਹੀਂ ਆ। ਔਰ ਮੇਰਾ ਇਹ ਮੰਨਣਾ ਵਾ ਕਿ ਇਹ ਜਿਹੜੇ ਦੁਟੰਕੀਬਾਜ਼ ਆ ਗਏ ਨੇ ਇਹਦੇ 'ਚ ਉਹਨਾਂ ਦਾ ਜ਼ਿਆਦਾ ਰੋਲ ਆ, ਐਲਜੀ ਸਾਹਿਬ ਨੂੰ ਸਿਰਫ ਬਦਨਾਮ ਕਰਨ ਦੀ ਸਾਜ਼ਿਸ਼। ਜੀ ਨਾਰੰਗ ਸਾਹਿਬ, ਆਪਾਂ ਇਸ ਮੁੱਦੇ ਤੇ ਵਾਪਸ ਆਵਾਂਗੇ। ਖੈਰ ਚਲੋ, ਰਫੜ ਦਾ ਕਈ ਹੋਰਾਂ ਸਟੇਟਾਂ 'ਚ ਵੀ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਦਿੱਲੀ ਦੀ ਗੱਲ ਕਰਦੇ ਹਾਂ, ਇੱਥੋਂ ਤੱਕ ਸੀਮਿਤ ਰੱਖਦੇ ਹਾਂ ਇਸ ਮਾਮਲੇ ਨੂੰ। ਸਿੱਖਾਂਵਾਲਾ ਜੀ, ਜਿੱਦਾਂ ਦਿੱਲੀ ਬਾਰੇ ਗੱਲ ਕੀਤੀ ਹੈ ਨਾਰੰਗ ਸਾਹਿਬ ਨੇ, ਰਾਹੁਲ ਗਾਂਧੀ ਬਾਰੇ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿੱਦਾਂ ਅੱਜ ਦੇਸ਼ ਦੀ ਸਰਵਉੱਚ ਅਦਾਲਤ ਨੇ ਇੱਕ ਰਾਹਤ ਦਿੱਤੀ ਹੈ ਰਾਹੁਲ ਗਾਂਧੀ ਨੂੰ, ਕੀ ਲੱਗਦਾ ਹੈ ਕਿ ਵਿਰੋਧੀ ਧਿਰ ਦੇ ਲਈ ਇੱਕ ਵੱਡਾ ਹਲਾਰਾ ਹੈ? ਬਿਲਕੁਲ ਜੀ ਸਿੱਧੂ ਸਾਹਿਬ, ਸਭ ਤੋਂ ਵੱਡੀ ਗੱਲ ਤਾਂ ਜਿਹੜੀ ਨਿਆਂਪਾਲਿਕਾ ਉਹਦੇ ਵਿੱਚ ਜਿਹੜਾ ਲੋਕਾਂ ਦਾ ਵਿਸ਼ਵਾਸ ਬਹਾਲ ਹੋਇਆ, ਔਰ ਸਾਡੇ ਜਿਹੜਾ ਦੇਸ਼ ਦੇ ਲਗਭਗ 150 ਕਰੋੜ ਲੋਕ ਹੈ ਉਹਨਾਂ ਦਾ ਇੱਕ ਵਿਸ਼ਵਾਸ ਵੱਜਿਆ ਨਿਆਂਪਾਲਿਕਾ ਦੇ ਵਿੱਚ। ਕਿਉਂਕਿ ਜਿਸ ਤਰ੍ਹਾਂ ਪਹਿਲਾਂ ਹੇਠਲੀ ਅਦਾਲਤ ਨੇ, ਪਹਿਲੀ ਗੱਲ ਤਾਂ ਉਹ ਮੁੱਦਾ ਕਿਤੋਂ ਹੋਰ ਦਾ ਸੀ ਤੇ ਉਹਦਾ ਜਿਹੜਾ ਕੇਸ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਪਾਇਆ ਗਿਆ। ਕਰਨਾਟਕਾ ਦਾ ਮੁੱਦਾ ਸੀ ਤੇ ਉਹਨੂੰ ਗੁਜਰਾਤ ਦੇ ਵਿੱਚ ਜਾ ਕੇ ਉਹਦੀ ਜਿਹੜੀ ਉਹ ਇਸਤਗਾਸਾ ਪਾਇਆ ਗਿਆ। ਫਿਰ ਜਿਹੜੀ ਗੱਲ ਕਹੀ ਸੀ ਰਾਹੁਲ ਗਾਂਧੀ ਜੀ ਨੇ, ਇਹ ਕਿਹਾ ਸੀ ਕਿ ਜਿਹੜਾ ਨੀਰਵ ਮੋਦੀ, ਇਸੇ ਤਰ੍ਹਾਂ ਸੁਸ਼ੀਲ ਮੋਦੀ, ਉਹ ਸਾਡੇ ਦੇਸ਼ ਦੇ ਜਿਹੜੇ ਖਜ਼ਾਨੇ ਨੂੰ ਸੈਂਕੜੇ ਕਰੋੜ ਰੁਪਈਆ ਦਾ ਚੂਨਾ ਲਾ ਕੇ ਵਿਦੇਸ਼ਾਂ 'ਚ ਭੱਜ ਗਏ ਜੀ। ਤੇ ਉਹਨਾਂ ਨੇ ਕਿਹਾ ਵੀ ਇਹ ਮੋਦੀ ਨਾਂ ਨੂੰ ਹੀ ਬਖਸ਼ ਹੈ, ਚੋਰ ਹੁੰਦੇ ਆ। ਉਹਨਾਂ ਨੇ ਉਸ ਗੱਲ ਨੂੰ ਮੁੱਦਾ ਬਣਾ ਕੇ ਇਹਦੀ ਜਿਹੜੀ ਹੈ ਇਸਤਗਾਸਾ ਪਾਇਆ। ਹੋਰ ਵੀ ਕਈ ਥਾਂ ਤੇ ਪਾਇਆ ਇਹਨਾਂ ਨੇ, ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਪਲੈਨਿੰਗ ਕਰਕੇ, ਔਰ ਉਹਦੇ ਤਹਿਤ ਜਿਹੜੀ ਅੱਜ ਸੁਪਰੀਮ ਕੋਰਟ, ਮਾਣਯੋਗ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਤੁਸੀਂ ਜਿਹੜੀ ਜਿੰਨੀ ਸਜ਼ਾ ਦੇ ਸਕਦੇ ਸੀ ਵੱਧ ਤੋਂ ਵੱਧ ਇਸ ਕਰਕੇ ਉੱਥੋਂ ਤੱਕ ਲੈ ਕੇ ਆਏ ਤਾਂ ਜੋ ਇਹਨਾਂ ਦੀ ਮੈਂਬਰ ਪਾਰਲੀਮੈਂਟ ਖਾਰਜ ਹੋ ਸਕੇ।
ਵੀ ਇਹਦੇ 'ਚ ਇਹ ਗੱਲ ਸ਼ੱਕ ਲੱਗਦਾ। ਅੱਜ ਤੁਸੀਂ ਜਿਹੜੇ ਸੀਨੀਅਰ ਐਡਵੋਕੇਟ ਆ ਸੁਪਰੀਮ ਕੋਰਟ ਦੇ ਅਭਿਸ਼ੇਕ ਮਨੂੰ ਸਿੰਘ ਵੀ, ਉਹਨਾਂ ਦਾ ਵੀ ਤੁਸੀਂ ਟਵੀਟ ਪੜ੍ਹ ਕੇ ਦੇਖੋ, ਉਹਨਾਂ ਨੇ ਵੀ ਬੜੀ ਕਲੀਅਰ ਕੀਤੀ ਗੱਲ ਕਿ ਇਹਦੇ ਵਿੱਚ ਕੁਛ ਨਾ ਕੁਛ ਝਲਕ ਪੈਂਦੀ ਸੀ ਵੀ ਜਿਸ ਤਰ੍ਹਾਂ ਕੋਈ ਪਿੱਛੋਂ ਕੋਈ ਦਬਾਅ ਵਾਲੀ ਗੱਲ ਹੁੰਦੀ ਹੈ। ਕਿਉਂਕਿ ਇਹ ਸਾਡਾ ਜਿਹੜਾ ਲੋਕਤੰਤਰ ਹੈ ਸਿੱਧੂ ਸਾਹਿਬ, ਇਹਦੇ ਵਿੱਚ ਜਿਹੜੀਆਂ ਇਹਦੇ 3 ਮੇਨ ਵੱਡੇ ਥੰਮ ਹੈ, ਜਿਹੜੇ ਨਿਆਂਪਾਲਿਕਾ, ਕਾਰਜਪਾਲਿਕਾ ਤੇ ਵਿਧਾਨਪਾਲਿਕਾ, ਔਰ ਚੌਥਾ ਥੰਮ ਹੈ ਜਿਹੜਾ ਮੀਡੀਆ ਦਾ ਹੈ, ਜਿਹਦੇ ਨਾਲ ਇਹ ਸਾਰਿਆਂ ਦੀ ਫੰਕਸ਼ਨਿੰਗ ਹੁੰਦੀ ਹੈ ਤੇ ਲੋਕਾਂ ਦੇ ਨਾਲ ਜੋੜਿਆ ਜਾਂਦਾ ਹੈ। ਤੇ ਇਹਦੇ ਚੋਂ ਜਿਹੜਾ ਸਾਡੀ ਨਿਆਂਪਾਲਿਕਾ ਉਹ ਬੜੀ ਬਿਲਕੁਲ ਸੁਤੰਤਰ ਹੈ, ਉਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ। ਪਰ ਭਾਰਤੀ ਜਨਤਾ ਪਾਰਟੀ ਜਦੋਂ ਤੋਂ ਆਈ ਹੈ ਉਦੋਂ ਤੋਂ ਇਹ ਮੰਗ ਕਰ ਰਹੇ ਆ ਕਿ ਜਿਹੜੀ ਜੱਜਾਂ ਦੀ ਨਿਯੁਕਤੀ ਵਾਸਤੇ ਜਿਹੜਾ ਕਾਲਜੀਅਮ ਹੈ ਉਹਦੇ ਵਿੱਚ ਸਰਕਾਰ ਦੀ ਭਾਗੀਦਾਰੀ ਹੋਣੀ ਚਾਹੀਦੀ ਹੈ। ਸਾਡਾ ਸਰਕਾਰ ਦਾ ਇਹ ਹੋਣਾ ਚਾਹੀਦਾ ਹੈ ਕਿ ਜੱਜਾਂ ਨੂੰ ਅਸੀਂ ਲਾ ਸਕੀਏ ਤੇ ਬਦਲੀਆਂ ਕਰ ਸਕੀਏ, ਜਦੋਂ ਕਿ ਇਹ ਗੱਲ ਨਰੋਲ ਜਿਹੜਾ ਇੱਕ ਇੰਡੀਪੈਂਡੈਂਟ ਸੰਸਥਾ ਹੈ ਜਿਹੜੀ ਸਾਡੀ ਜਿਹੜੀ ਨਿਆਂਪਾਲਿਕਾ। ਸੋ ਇਹ ਗੱਲਾਂ ਸਾਰੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਜਿਹੜਾ ਫੈਸਲਾ ਆਇਆ ਸਾਡੇ ਮਾਣਯੋਗ ਸੁਪਰੀਮ ਕੋਰਟ ਦਾ, ਉਹਦੇ ਨਾਲ ਇੱਕ ਤਾਂ ਸ਼੍ਰੀ ਰਾਹੁਲ ਗਾਂਧੀ ਜੀ ਜਿਹੜੀ ਮੈਂਬਰ ਪਾਰਲੀਮੈਂਟ ਇਹਨਾਂ ਨੇ ਉਹਨਾਂ ਦੀ ਮੈਂਬਰੀ ਖਾਰਜ ਕਰਦੀ ਸੀ, ਉਹ ਦੁਬਾਰਾ ਬਹਾਲ ਹੋਊਗੀ। ਫਿਰ ਉਹ ਦੁਬਾਰਾ ਉਹਨਾਂ ਨੂੰ ਇਲੈਕਸ਼ਨ ਲੜਨ ਤੋਂ ਮਨਾਹੀ ਕਰਤੀ ਸੀ ਵੀ ਇਹ 6 ਸਾਲ ਇਲੈਕਸ਼ਨ ਨਹੀਂ ਲੜ ਸਕਦੇ। ਉਹ ਇਲੈਕਸ਼ਨ ਵੀ ਦੁਬਾਰਾ ਹੁਣ 2024 ਵਾਲੇ ਇਲੈਕਸ਼ਨ ਵੀ ਲੜ ਸਕਣਗੇ, ਇਹਦੇ ਨਾਲ ਰੋਕ ਲੱਗਣ ਨੂੰ। ਤੇ ਇਹ ਕੱਲਾ ਇਹਦੇ ਕਿਸੇ ਇੱਕ ਵਿਅਕਤੀ ਜਾਂ ਇੱਕ ਨੇਤਾ ਦੀ ਜਾਂ ਇੱਕ ਪਾਰਟੀ ਦੀ ਗੱਲ ਨਹੀਂ, ਪੂਰੇ ਦੇਸ਼ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਉਹਦੀ ਬਹਾਲੀ ਵਾਲੇ ਪਾਸੇ ਜਾਂ ਨਿਆਂਪਾਲਿਕਾ ਦੇ ਵਿੱਚ ਜਿਹੜਾ ਵਿਸ਼ਵਾਸ ਬਹਾਲੀ ਵਾਸਤੇ ਇਹ ਬਹੁਤ ਵੱਡੀ ਗੱਲ ਹੈ ਤੇ ਇਹਦਾ ਅਸਰ ਪੂਰੇ ਦੇਸ਼ ਤੇ ਪੈਣਾ ਹੈ। ਥੈਂਕ ਯੂ ਵੈਰੀ ਮਚ, ਤੁਹਾਡੀ ਗੱਲ ਆ ਗਈ। ਆਪਾਂ ਫੇਰ ਆਉਂਦੇ ਹਾਂ ਮਟਾੜੂ ਜੀ ਇਸੇ ਮੁੱਦੇ ਤੇ, ਕਿਉਂਕਿ ਕੌਮੀ ਪੱਧਰ ਦੇ ਮੁੱਦੇ ਵੀ ਹੈ, ਕਿਧਰੇ ਪੰਜਾਬ ਨਾਲ ਵੀ ਤੰਦਾਂ ਜਾ ਕੇ ਜੁੜਦੀਆਂ, ਜਿੱਦਾਂ ਨਾਰੰਗ ਸਾਹਿਬ ਨੇ ਵੀ ਗੱਲ ਕੀਤੀ ਹੈ। ਇੱਕ ਪਾਸੇ ਦਿੱਲੀ ਦੀ ਗੱਲ ਹੈ ਤਾਂ ਉਹਦੇ 'ਚ ਫੈਡਰਲ ਢਾਂਚੇ ਦਾ ਆਪ ਵੱਲੋਂ ਕਿਹਾ ਜਾਂਦਾ ਹੈ ਕਿ ਜਾਂ ਵਿਰੋਧੀ ਧਿਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਫੈਡਰਲ ਢਾਂਚੇ ਦੇ ਉੱਤੇ ਹਮਲਾ ਹੈ। ਦੂਜੇ ਪਾਸੇ ਦੇਸ਼ ਦੀ ਹੁਣ ਜਿਹੜੀ ਜਿਹੜੀ ਲੋਕ ਸਭਾ ਹੈ ਉਸ ਵੱਲੋਂ ਬਿੱਲ ਪਾਸ ਕਰਕੇ ਕਹਿ ਦਿੱਤਾ ਗਿਆ ਕਿ ਸੰਵਿਧਾਨ ਮੁਤਾਬਕ ਹੀ ਕੀਤਾ ਗਿਆ। ਰਾਹੁਲ ਗਾਂਧੀ ਉਹਨਾਂ ਨੂੰ ਰਾਹਤ ਮਿਲੀ, ਆਪਣੇ ਆਪ 'ਚ ਇਹ ਵੀ ਇੱਕ ਰਾਜਸੀ ਵੱਡਾ ਮੁੱਦਾ। ਕਿਵੇਂ ਦੇਖਦੇ ਹੋ ਇਹਨਾਂ ਮਾਮਲਿਆਂ ਤੇ ਮਠਾੜੂ ਸਾਹਿਬ? ਸਿੱਧੂ ਸਾਹਿਬ, ਜਿੱਥੋਂ ਤੱਕ ਰਾਹੁਲ ਗਾਂਧੀ ਦਾ ਮੁੱਦਾ ਹੈ, ਕੋਰਟ ਨੇ ਉਹਨਾਂ ਨੂੰ ਸਜ਼ਾ ਕੀਤੀ, ਕੋਰਟ ਨੇ ਉਹਨਾਂ ਦੀ ਸਜ਼ਾ ਜਿਹੜੀ ਹੈਗੀ ਹੈ ਉੱਥੇ ਸਟੇ ਕਰ ਦਿੱਤਾ ਹੈਗਾ, ਰੋਕ ਲਾਤੀ ਹੈ, ਜੋ ਉਹ ਕੋਰਟਾਂ ਦੇ ਫੈਸਲੇ ਹੈ। ਮੈਂ ਇੱਕ ਐਡਵੋਕੇਟ ਹਾਂ, ਮੈਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਰੱਖਦਾ ਕਿ ਅਦਾਲਤ ਦਾ ਜਿਹੜਾ ਫੈਸਲਾ ਹੈ, ਜੋ ਅਦਾਲਤ ਨੇ ਪਹਿਲਾਂ ਕੀਤਾ ਸੀ ਉਹ ਵੀ ਸਹੀ ਹੈ, ਜੋ ਅਦਾਲਤ ਨੇ ਹੁਣ ਕੀਤਾ ਉਹ ਵੀ ਸਹੀ ਹੈ। ਇੰਟਰਮ ਆਰਡਰ ਆਇਆ, ਕੋਈ ਗੱਲ ਨਹੀਂ, ਇਹਨਾਂ ਦੀ ਵਧਾਈ ਹੈ ਰਾਹੁਲ ਗਾਂਧੀ ਜੀ ਨੂੰ ਇਸ ਗੱਲ ਦੀ। ਦੂਜੀ ਗੱਲ ਜਿਹੜੀ ਆਪਾਂ ਕਰਦੇ ਫੈਡਰਲ ਸਿਸਟਮ ਦੀ, ਦੇਖੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਫੈਡਰਲ ਸਿਸਟਮ ਦਾ ਮਦਈਆ ਔਰ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਆ, ਔਰ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਦੀ ਪਾਰਟੀ ਹੈ। ਜਿੱਥੋਂ ਤੱਕ ਦੀ ਆਪਾਂ ਗੱਲ ਕਰ ਲਈਏ, ਦਿੱਲੀ ਜਿਹੜਾ ਬਿੱਲ ਦੀ ਗੱਲ ਕੀਤੀ ਹੈ ਜੋ ਲੋਕ ਸਭਾ ਦੇ ਵਿੱਚ ਪਾਸ ਹੋਇਆ, ਮੈਂ ਬੜੇ ਕਲੀਅਰ ਸਪਸ਼ਟ ਸ਼ਬਦਾਂ ਦੇ ਵਿੱਚ ਕਹੂੰਗਾ, ਦਿੱਲੀ ਦੇ ਵਿੱਚ ਜਿਹੜੀ ਮਰਜ਼ੀ ਸਰਕਾਰ ਬਣ ਜੇ, ਸੈਂਟਰ ਦੇ ਵਿੱਚ ਪਹਿਲਾਂ ਕਾਂਗਰਸ ਬਣਦੀ ਰਹੀ ਆ, ਕਾਂਗਰਸ ਨੇ ਬੜਾ ਨੁਕਸਾਨ ਕੀਤਾ ਫੈਡਰਲ ਸਿਸਟਮ ਦਾ, ਐਮਰਜੈਂਸੀਆਂ ਵਰਗੇ ਹਾਲਾਤ ਪੈਦਾ ਕੀਤੇ ਆ, ਬੜਾ ਕੁਝ ਕੀਤਾ, ਦਰਬਾਰ ਸਾਹਿਬ ਤੇ ਅਟੈਕ ਕਰਕੇ ਕਿੰਨੇ ਵਾਰੀ ਸਰਕਾਰਾਂ ਤੋੜ ਕੇ ਗਵਰਨਰ ਰਾਜ ਲਗਾਉਂਦੇ ਰਹੇ ਆ ਪੰਜਾਬ ਦੇ ਵਿੱਚ। ਸੋ ਇਹ ਜਿਹੜੇ ਲੋਕ ਹੈਗੇ ਆ ਹੁਣ ਦੂਸਰੇ ਪਾਸੇ ਬੈਠੇ ਆ, ਫੈਡਰਲ ਸਟਰਕਚਰ ਦੀਆਂ ਗੱਲਾਂ ਕਰਦੇ, ਵੱਧ ਅਧਿਕਾਰਾਂ ਦੀਆਂ ਗੱਲਾਂ ਕਰਦੇ, ਚੰਗੇ ਨਹੀਂ ਲੱਗਦੇ। ਦੂਜੇ ਪਾਸੇ ਆਮ ਆਦਮੀ ਪਾਰਟੀ ਆ, ਆਮ ਆਦਮੀ ਪਾਰਟੀ ਵੈਸੇ ਅੱਜ ਜੇ ਬੁਲਾਰਾ ਹੁੰਦਾ ਉਹਨਾਂ ਦੇ ਕੋਲੋਂ ਜਵਾਬ ਮੰਗ ਲੈਂਦੇ ਆਪਾਂ। ਮੈਂ ਇੱਕ ਗੱਲ ਪੁੱਛਣੀ ਚਾਹਾਂਗਾ ਮਠਾੜੂ ਸਾਹਿਬ, ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਰਹੇ ਹਾਂ, ਸ਼ਾਇਦ ਉਹ ਸਮਝਦੇ ਕਿ ਪੰਜਾਬ ਦੇ ਲੋਕਾਂ ਦੀ ਕਚਹਿਰੀ 'ਚ ਹੀ ਜਾਣਗੇ, ਇੱਦਾਂ ਦੀਆਂ ਡਿਬੇਟਾਂ 'ਚ ਆਉਣਾ ਸ਼ਾਇਦ ਉਹ ਸਮਝਦੇ ਆ ਕਿ ਸਮਾਂ ਨਹੀਂ ਉਹਨਾਂ ਕੋਲੇ। ਚਲੋ ਆਪਾਂ ਆਪਣੀ ਗੱਲ ਤਾਂ ਕਰਾਂਗੇ ਨਾ। ਚਲੋ ਕੋਈ, ਹਾਂ ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਦੂਜੇ ਪਾਸੇ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈਗੀ, ਪੰਜਾਬ ਦੇ ਵਿੱਚ ਸਰਕਾਰ ਬਣੀ, ਲੋਕਾਂ ਨੇ ਬਹੁਤ ਮੈਂਡੇਟ ਦਿੱਤਾ, 92 ਸੀਟਾਂ ਬਣਾਈਆਂ, ਪਰ 92 ਸੀਟਾਂ ਬਣਨ ਸਰ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਹੈਗੇ ਆ, ਅਰਵਿੰਦ ਕੇਜਰੀਵਾਲ ਨੌਲੇਜ ਸ਼ੇਅਰਿੰਗ ਦਾ ਜਿਹੜਾ ਕਰਕੇ ਕੰਟਰੈਕਟ, ਸਾਰੇ ਅਧਿਕਾਰ ਜਿਹੜੇ ਹੈਗੇ ਆ ਉਹ ਅਰਵਿੰਦ ਕੇਜਰੀਵਾਲ ਨੂੰ ਦੇ ਦਿੱਤੇ ਆ। ਅਰਵਿੰਦ ਕੇਜਰੀਵਾਲ ਆਪਣੀ ਮਰਜ਼ੀ ਨਾਲ ਡੀਜੀਪੀ ਲਾਉਂਦਾ, ਅਰਵਿੰਦ ਕੇਜਰੀਵਾਲ ਆਪਣੀ ਮਰਜ਼ੀ ਨਾਲ ਰਾਜ ਸਭਾ ਦੇ ਮੈਂਬਰ ਲਾਉਂਦਾ, ਅਰਵਿੰਦ ਕੇਜਰੀਵਾਲ ਆਪਣੀ ਮਰਜ਼ੀ ਨਾਲ ਚੀਫ ਸੈਕਟਰੀ ਲਾਉਂਦਾ, ਅਰਵਿੰਦ ਕੇਜਰੀ ਆਪਣੀ ਮਰਜ਼ੀ ਨਾਲ ਜਿਹੜੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲਾਉਂਦਾ, ਆਪਣੀ ਮਰਜ਼ੀ ਦੇ ਨਾਲ ਜਿਹੜੇ ਆਫੀਸਰਾਂ ਨੂੰ ਡਾਇਰੈਕਸ਼ਨ ਦਿੰਦਾ, ਦਿੱਲੀ ਬੁਲਾ ਕੇ ਮੀਟਿੰਗਾਂ ਕਰਦਾ ਹੈ। ਕਿ ਇਹ ਇੱਕ ਫੈਡਰਲ ਢਾਂਚੇ ਦੇ ਉੱਪਰ ਇੱਕ ਪੰਜਾਬ ਦੇ ਲੋਕਾਂ ਦੀ ਸਰਕਾਰ ਚੁਣੀ ਹੋਈ ਦੇ ਉੱਪਰ ਉਹਨਾਂ ਦਾ ਕਬਜ਼ਾ ਨਹੀਂ ਹੈ? ਇਸ ਨੂੰ
ਦੂਜੇ ਪਾਸੇ ਇਹ ਕਹਿੰਦੇ ਸਾਡੇ ਨਾਲ ਧੱਕਾ ਹੋ ਗਿਆ ਦਿੱਲੀ ਦੇ ਵਿੱਚ। ਅਸੀਂ ਬਿਲਕੁਲ ਕਹਿੰਦੇ ਆ ਭਾਰਤੀ ਜਨਤਾ ਪਾਰਟੀ ਜੋ ਅਗਰ ਫੈਡਰਲ ਢਾਂਚੇ ਦੇ ਵਿੱਚ ਕੋਈ ਵੀ ਸਰਕਾਰ ਲੈਗੀ, ਚਾਹੇ ਕਾਂਗਰਸ ਆ, ਭਾਰਤੀ ਜਨਤਾ ਪਾਰਟੀ ਦਾ ਵੀ ਧੱਕਾ। ਅਗਰ ਇਹ ਚੀਜ਼ਾਂ ਛੱਡ ਕੇ ਪੰਜਾਬ ਨੂੰ ਨਿਰੋਲ ਛੱਡ ਕੇ ਅਰਵਿੰਦ ਕੇਜਰੀਵਾਲ ਕਹਿਣ ਵੀ ਭਾਈ ਦਿੱਲੀ ਦੇ ਵਿੱਚ ਮੈਂ ਪੰਜਾਬ ਨੂੰ ਫੈਡਰਲ ਸਿਸਟਮ ਦਾ ਹਾਮੀ ਆ, ਮੈਂ ਪੰਜਾਬ ਦੇ ਵਿੱਚ ਇੰਟਰਫੇਅਰ ਨਹੀਂ ਕਰਾਂਗਾ, ਪੰਜਾਬ ਦੇ ਵਿੱਚ ਕੋਈ ਦਖਲਅੰਦਾਜ਼ੀ ਹੋਊਗੀ, ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦੇ ਚੁਣੇ ਨੁਮਾਇੰਦੇ ਜਿਹੜੇ ਉਹਨੂੰ ਚਲਾਉਣਗੇ ਸਰਕਾਰ ਨੂੰ, ਉਹੀ ਆਪਣੇ ਫੈਸਲੇ ਲੈਣਗੇ, ਫਿਰ ਅਰਵਿੰਦ ਕੇਜਰੀਵਾਲ ਗੱਲ ਕਰ ਸਕਦਾ। ਇਹ ਦੋਗਲੀ ਨੀਤੀ ਜਿਹੜੀ ਕਰਦੇ ਆ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਾਲੇ, ਚਾਹੇ ਉਹ ਸਿੱਖ ਮਸਲੇ ਹੋਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਤਰ੍ਹਾਂ ਉਹਨਾਂ ਨੇ ਦਿੱਲੀ ਇਹਦੇ ਵਿੱਚ ਆਪਣੇ ਹਰਿਆਣਾ ਦੇ ਵਿੱਚ ਅਲੱਗ ਕਰਵਾਈ, ਚਾਹੇ ਉਹ ਕਾਂਗਰਸ ਲੈ ਕੇ ਆਈ ਸੀ ਮਤਾ, ਪਰ ਅਲੱਗ ਕਿਹਨੇ ਕੀਤਾ, ਇੰਪਲੀਮੇਸ਼ਨ ਕਿਹਨੇ ਕੀਤੀ, ਭਾਰਤੀ ਜਨਤਾ ਪਾਰਟੀ ਨੇ। ਅੱਜ ਵੀ ਭਾਰਤੀ ਜਨਤਾ ਪਾਰਟੀ ਦੀ ਆਖੇ ਇਸੇ ਤਰ੍ਹਾਂ ਪੰਜਾਬ ਤੇ ਫੈਡਰਲ ਸਿਸਟਮ ਤੇ ਚੰਡੀਗੜ੍ਹ ਦੇ ਪਾਣੀਆਂ ਦਾ ਮੁੱਦਾ ਹੋਵੇ, ਉਸ ਦੇ ਉੱਪਰ ਚਾਹੇ BM ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈਗਾ ਉਹਦੇ ਚੋਂ ਮੈਂਬਰਸ਼ਿਪ ਖਤਮ ਕਰਨ ਦੀ, ਚਾਹੇ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੀ ਜਗ੍ਹਾ ਦੇਣ ਦੀ ਗੱਲ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦੀ ਸਹਿਮਤੀ ਨਾਲ ਕਰਦੀ ਹੈ, ਉਹਦੀ ਗੱਲ, ਸਾਰੇ ਜਿੰਨੇ ਵੀ ਫੈਸਲੇ ਹੈਗੇ ਆ ਭਾਰਤੀ ਜਨਤਾ ਪਾਰਟੀ ਵੀ ਫੈਡਰਲ ਢਾਂਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਆ। ਸਿੱਖ ਮੁੱਦਿਆਂ ਦੇ ਵਿੱਚ ਜਿਹੜੀ ਇਸ ਕਰਕੇ ਮੇਰੀ ਲਾਸਟ ਹੈ, ਮੈਂ ਇਸ ਕਰਕੇ ਕਹਿਣੀ ਚਾਹੁੰਦਾ ਸਿੱਧੂ ਸਾਹਿਬ, ਜਿੰਨੀਆਂ ਵੀ ਦਿੱਲੀ ਦੀਆਂ ਪਾਰਟੀਆਂ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ, ਚਾਹੇ ਕਾਂਗਰਸ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਕੱਲ ਨੂੰ ਸੈਂਟਰ 'ਚ ਆਉਂਦੀ ਹੈ ਨਹੀਂ ਆਉਂਦੀ, ਇਹਨਾਂ ਦਾ ਕੰਮ ਇਹ ਹੈ, ਇਹਨਾਂ ਨੇ ਆਪਣੀ ਪਾਵਰ ਹੈ ਜਿਹੜੀ ਉਹ ਸੈਂਟਰਲਾਈਜ਼ ਕਰਨ ਦੀ ਕੋਸ਼ਿਸ਼ ਕਰਨੀ ਹੈ, ਜਿਹੜੀ ਕਿ ਹੁਣ ਭਾਜਪਾ ਕਰ ਰਹੀ ਹੈ, ਪਹਿਲਾਂ ਕਾਂਗਰਸ ਕਰ ਰਹੀ, ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਪੰਜਾਬ ਦੀ ਪਾਰਟੀ ਹੈ। ਫੈਡਰਲ ਢਾਂਚੇ ਦੇ ਅਸੀਂ ਖੜੇ ਆ, ਜਿੱਥੇ ਪੰਜਾਬ ਨਾਲ ਧੱਕਾ ਹੋਊਗਾ ਜਾਂ ਜਿੱਥੇ ਫੈਡਰਲ ਸਿਸਟਮ ਦੀ ਗੱਲ ਹੋਊਗੀ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਉਹਦੇ ਤੇ ਧੱਕਾ ਨਹੀਂ ਹੋਣ ਦੇਵਾਂਗੇ। ਪਰ ਅਸੀਂ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹੁੰਦੇ ਆ, ਅਸੀਂ ਡਟ ਕੇ ਵਿਰੋਧ ਕਰਾਂਗੇ ਦਿੱਲੀ ਜਿਹੜਾ ਬਿੱਲ ਲੈ ਕੇ, ਪਰ ਪਹਿਲਾਂ ਪੰਜਾਬ ਨੂੰ ਜਿਹੜਾ ਨਿਰੋਲ ਆਜ਼ਾਦ ਕਰੋ, ਫਿਰ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ। ਜੀ ਡਾਕਟਰ ਸਾਹਿਬ, ਮੈਂ ਅੱਗੇ ਸਵਾਲ ਲੈਣਾ, ਪਰ ਨਿੱਕਾ ਜਿਹਾ ਸਵਾਲ ਮੈਂ ਜ਼ਰੂਰ ਲੈਣਾ ਚਾਹਾਂਗਾ, ਸ਼ਾਇਦ ਜਿਹੜੇ ਦਰਸ਼ਕ ਤੁਹਾਨੂੰ ਸੁਣ ਰਹੇ ਦੇਖ ਰਹੇ ਉਹ ਵੀ ਲੈਣਾ ਚਾਹੁੰਦੇ ਹੋਣਗੇ। ਆਪਾਂ ਕਹਿੰਦੇ ਹਾਂ ਕਿ ਜਦੋਂ ਫੈਡਰਲ ਢਾਂਚੇ ਦੀ ਗੱਲ ਕਰਦੇ ਹਾਂ ਕਿ ਭਾਜਪਾ ਦਾ ਵੀ ਅਸੀਂ ਵਿਰੋਧ ਕਰਦੇ ਹਾਂ, ਚਲੋ ਆਪ ਦੀ ਗੱਲ ਤਾਂ ਹੈ ਹੀ ਹੈ, ਪਰ ਲੰਬਾ ਸਮਾਂ ਆਪਾਂ ਇਸ ਪਾਰਟੀ ਦੇ ਨਾਲ ਸਾਂਝ ਵੀ ਤਾਂ ਰੱਖੀ ਹੈ ਨਾ। ਬਿਲਕੁਲ ਬਿਲਕੁਲ, ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਭਾਜਪਾ ਨਾਲ ਸਮਝੌਤਾ ਹੋਇਆ ਸੀ 1997 ਦੇ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਨੂੰ ਲੈ ਕੇ, ਇਸ ਕਰਕੇ ਹੋਇਆ ਸੀ ਕਿਉਂਕਿ 1984 ਦੇ ਕਤਲੇਆਮ ਤੋਂ ਬਾਅਦ, ਸਿੱਖਾਂ ਦੀ ਨਸਲਕੁਸ਼ੀ ਤੋਂ ਬਾਅਦ, ਪੰਜਾਬ ਦੇ ਜਿਹੜੇ ਸਿੱਖ ਹੈ, ਪੱਗ ਵਾਲਾ ਬੰਦਾ ਜੇ ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਚਲਾ ਜਾਂਦਾ ਸੀ, ਉਹਨੂੰ ਇੱਕ ਇਹੋ ਜਿਹੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਕਿ ਇਹ ਤਾਂ ਆਤੰਕਵਾਦੀ ਹੈ ਜੀ, ਇਹ ਤਾਂ ਵੱਖਵਾਦੀ ਹੈ ਜੀ। ਉਸ ਨੂੰ ਲੈ ਕੇ ਹਿੰਦੂ ਸਿੱਖ ਭਾਈਚਾਰਕ ਸਾਂਝ, ਤਾਂ ਕਿ ਪੂਰੇ ਦੇਸ਼ ਦੇ ਵਿੱਚ ਇੱਕ ਵਧੀਆ ਮੈਸੇਜ ਆ ਸਕੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ, ਉਹਦਾ ਮੈਸੇਜ ਗਿਆ ਵੀ ਸਿੱਧੂ ਸਾਹਿਬ, ਔਰ ਲੋਕਾਂ ਨੇ ਇਹ ਚੀਜ਼ ਦੇਖੀ, ਚਾਹੇ ਸੈਂਟਰ ਦੇ ਵਿੱਚ ਨੁਮਾਇੰਦਗੀਆਂ ਮਿਲੀਆਂ ਆਪਣੇ ਸ਼੍ਰੋਮਣੀ ਅਕਾਲੀ ਦਲ ਨੂੰ, ਪਰੰਤੂ ਜਦੋਂ 10 ਸਾਲ ਸੱਤਾ ਹੰਢਾ ਲਈ ਜਾਂ 8-9 ਸਾਲ ਸੱਤਾ ਹੰਢਾ ਲਈ ਇਹਨਾਂ ਨੇ, ਚਲੋ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਹੰਕਾਰ ਆ ਗਿਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ। ਇਹਨਾਂ ਨੇ ਕਿਸ ਤਰ੍ਹਾਂ, ਚਾਹੇ ਕਿਸਾਨ ਅੰਦੋਲਨ ਦੇ ਵਿੱਚ, ਬਿਲਕੁਲ ਆਪਾਂ ਜਵਾਬ ਲਵਾਂਗੇ, ਆਪਾਂ ਮੌਕਾ ਚਾਹੇ ਹੋਰ ਮੁੱਦਿਆਂ ਦੇ ਵਿੱਚ ਇਹਨਾਂ ਨੂੰ ਵੀ ਇਹ ਲੱਗਿਆ ਕਿ ਅਸੀਂ ਪੰਜਾਬ ਦੇ ਉੱਪਰ ਇਸ ਤਰ੍ਹਾਂ ਕਬਜ਼ਾ ਕਰ ਲਾਂਗੇ, ਸਾਨੂੰ ਲੋੜ ਨਹੀਂ ਹੈ। ਤੁਹਾਡੀ ਗੱਲ ਆ ਗਈ, ਥੈਂਕ ਯੂ ਵੈਰੀ ਮਚ। ਸ਼੍ਰੋਮਣੀ ਅਕਾਲੀ ਦਲ ਉੱਤੇ ਪੰਜਾਬ ਨਾਲ, ਥੈਂਕ ਯੂ ਵੈਰੀ ਮਚ, ਤੁਹਾਡਾ ਵਿਊ ਪੁਆਇੰਟ ਆ ਗਿਆ। ਡਾਕਟਰ ਬਾਗੀ, ਇਸ ਮਾਮਲੇ ਤੇ ਆਪਾਂ ਦੇਖੋ, ਚਾਹੇ ਮਾਮਲੇ ਕੌਮੀ ਪੱਧਰ ਦੇ ਆ, ਜਿੱਦਾਂ ਮਠਾੜੂ ਜੀ ਕਹਿ ਰਹੇ, ਕਿਧਰ ਤੰਦਾਂ ਜਾ ਕੇ ਪੰਜਾਬ ਨਾਲ ਵੀ ਜੁੜ ਜਾਂਦੀਆਂ, ਦਿੱਲੀ ਦੇ ਅਧਿਕਾਰਾਂ ਦੀ ਗੱਲ, ਆਰਡੀਨੈਂਸ ਦੀ ਥਾਂ 'ਤੇ ਬਿੱਲ ਲਿਆਉਣ ਦੀ ਗੱਲ ਹੋਵੇ, ਇਸੇ ਤਰੀਕੇ ਨਾਲ ਰਾਹੁਲ ਗਾਂਧੀ ਬਾਰੇ ਜੋ ਫੈਸਲਾ ਆਇਆ, ਕਿਉਂਕਿ ਸਿੱਧੇ ਤੌਰ 'ਤੇ ਅਦਾਲਤੀ ਫੈਸਲਾ ਹੈ, ਤੁਸੀਂ ਵੀ ਕਾਨੂੰਨੀ ਪ੍ਰਕਿਰਿਆ ਨਾਲ ਬਹੁਤ ਨਜ਼ਦੀਕ ਤੋਂ ਜੁੜੇ ਹੋਏ ਹੋ, ਕਿਵੇਂ ਦੇਖਦੇ ਹੋ ਇਹਨਾਂ ਮੁੱਦਿਆਂ ਦੇ, ਕੀ ਰਾਏ ਹੈ ਤੁਹਾਡੀ? ਬਿਲਕੁਲ ਸਭ ਕਈ 3-4 ਮੁੱਦੇ ਇਕੱਠੇ ਹੋ ਗਏ ਨੇ। ਪਹਿਲਾਂ ਤਾਂ ਮੈਨੂੰ ਲੱਗਦਾ ਆਪਾਂ ਨੂੰ ਫੈਡਰਲ ਢਾਂਚੇ ਦੀ ਗੱਲ ਕਰਨੀ ਚਾਹੀਦੀ ਹੈ, ਕਿਉਂਕਿ 4 ਅਗਸਤ 1982 ਆ ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ ਵਾ ਵੀ ਮੇਰੇ ਫਾਦਰ ਸਾਹਿਬ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲਾ ਜੱਥਾ ਲੈ ਕੇ ਜਿਹੜਾ ਧਰਮਯੁੱਧ ਮੋਰਚਾ ਸੀਗਾ ਰਿਗਾਰਡਿੰਗ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਜਿਹੜੇ ਵੀ ਮਤੇ ਸੀਗੇ ਉਹਨਾਂ ਨੂੰ ਲਾਗੂ ਕਰਾਉਣ ਲਈ, ਉਹਦੇ ਵਿੱਚ ਫੈਡਰਲ ਢਾਂਚੇ ਦੀ ਗੱਲ ਸੀਗੀ, ਉਹਦੇ ਵਿੱਚ ਚੰਡੀਗੜ੍ਹ ਦੀ ਗੱਲ ਸੀ, ਜਿਹੜੀਆਂ ਮੇਰੇ ਵੱਡੇ ਵੀਰ ਨੇ ਹੁਣੇ ਹੀ ਮਠਾਰੂ ਸਾਹਿਬ ਨੇ ਸਾਰੀਆਂ ਗੱਲਾਂ ਉਦੋਂ ਕਹੀ ਸੀ। ਪਰ ਸਿੱਧੂ ਸਾਹਿਬ 41 ਸਾਲ ਹੋ ਗਏ ਮਠਾਰੂ ਸਾਹਿਬ, ਆਪਾਂ ਉਸੇ ਹੀ ਲੈਣ ਤੇ ਤੁਰੇ ਫਿਰਦੇ ਹਾਂ। ਇਨ ਬਿਟਵੀਨ ਤਕਰੀਬਨ ਆਪਾਂ ਸੱਤਾ ਵੀ ਸਵਾਰ ਕੇ, ਜਿਵੇਂ ਸਿੱਧੂ ਸਾਹਿਬ ਨੇ ਕਿਹਾ, ਹੰਡਾਈ ਆ, ਉਦੋਂ ਆਪਾਂ ਨੂੰ ਅਨੰਦਪੁਰ ਸਾਹਿਬ ਦਾ ਮਤਾ 41 ਸਾਲ, ਉਹ ਧਰਮਯੁੱਧ ਮੋਰਚਾ, ਇਹ ਉਹ ਸਾਰੀਆਂ ਗੱਲਾਂ ਨੂੰ ਹੋ ਗਏ ਆ, ਤੇ ਜਿਹੜੇ ਅਸਲੀ ਧਰਮੀ ਯੋਧੇ ਸੀਗੇ ਉਹ ਤਾਂ ਕਿਤੇ ਲੱਭਦੇ ਵੀ ਨਹੀਂ ਗਏ। ਚਲੋ ਮੈਂ ਇਸ ਪਾਸੇ ਨਹੀਂ ਜਾਣਾ ਚਾਹੁੰਦਾ ਵੀ ਫੈਡਰਲ ਢਾਂਚੇ ਦੀ ਗੱਲ ਹੋ ਰਹੀ ਆ, ਪਰ ਪਤਾ ਨਹੀਂ ਕਿਹੋ ਜਿਹੇ ਫੈਡਰਲ ਢਾਂਚੇ ਦੀ ਗੱਲ ਹੋਣੀ ਚਾਹੀਦੀ ਹੈ, ਕਿਹੜੀ ਨਹੀਂ ਹੋਣੀ ਚਾਹੀਦੀ। ਪੈਰਲਰ ਆਪਾਂ ਇੱਕ ਨਿਊ ਸਿਟੀ, ਨਿਊ ਚੰਡੀਗੜ੍ਹ ਕਰਕੇ ਬਣਾਤਾ,
ਆਪਾਂ ਕਿਤੇ ਨਾ ਕਿਤੇ ਫੈਡਰਲ ਹੁਣ 41 ਸਾਲ ਹੋ ਗਿਆ ਉਸ ਚੀਜ਼ ਤੇ ਆਪਾਂ ਰਾਜਨੀਤੀ ਕਰਦਿਆਂ ਨੂੰ। ਮੈਨੂੰ ਲੱਗਦਾ ਜਦੋਂ ਆਪਾਂ ਸੱਤਾ ਤੋਂ ਬਾਹਰ ਹੁੰਨੇ ਆ, ਕੋਈ ਵੀ ਪਾਰਟੀ ਮੈਂ ਸਪੈਸ਼ਲ ਟਾਰਗੇਟ ਨਹੀਂ ਕਰਦੀ, ਉਦੋਂ ਉਹਨਾਂ ਨੂੰ ਉਹਨਾਂ ਦੀ ਜੜ ਯਾਦ ਆ ਜਾਂਦੀ ਆ, ਜੜ ਯਾਦ ਆ ਜਾਂਦੀ ਆ ਵੀ ਅਸੀਂ ਕਿਸ ਕਰਕੇ ਸੱਤਾ 'ਚ ਆਏ ਸੀ, ਸਾਡਾ ਕੀ ਸੀਗਾ। ਖੈਰ ਹੋਣਾ ਵੀ ਚਾਹੀਦਾ। ਹਾਂ, ਇਸ ਇਸ਼ੂ ਤੇ ਬੋਲਣ ਤੋਂ ਪਹਿਲਾਂ ਆਪਾਂ ਨੂੰ ਪੁਰਾਣਾ ਜਿਹੜਾ ਇਹ 40-41 ਸਾਲ ਦਾ ਇਤਿਹਾਸ ਜ਼ਰੂਰ ਯਾਦ ਕਰ ਲੈਣਾ ਚਾਹੀਦਾ ਵਾ। ਨੋ ਡਾਊਟ ਸਿਰ ਸਾਹਿਬ, ਜਿਹੜਾ ਕੁਝ ਦਿੱਲੀ ਦੇ ਵਿੱਚ ਹੋ ਰਿਹਾ ਵਾ, ਪਹਿਲਾਂ ਜਿਵੇਂ ਹੋਮ ਮਿਨਿਸਟਰ ਸਾਹਿਬ ਨੇ ਵੀ ਇਹ ਜਿਹੜੀਆਂ ਅਮਿਤ ਸ਼ਾਹ ਜੀ ਨੇ ਪਾਰਲੀਮੈਂਟ ਫਲੋਰ ਤੇ ਆਪਦੀ ਸਟੇਟਮੈਂਟ ਦਿੱਤੀ ਆ, ਉਹਨਾਂ ਦੀ ਸਾਰੀ ਸਟੇਟਮੈਂਟ 'ਚ ਜਿਹੜੀਆਂ 4-5 ਗੱਲਾਂ ਧਿਆਨ ਦੇਣ ਜੋ ਸੀਗੀਆਂ ਵੀ ਸਾਡਾ ਪਹਿਲਾਂ ਕਿਤੇ ਕਨਫਲਿਕਟ ਇਸ ਲੈਵਲ ਤੇ ਨਹੀਂ ਹੋਇਆ, ਵੀ ਹੁਣ ਤਾਂ ਇੱਕ ਲੜਾਕੂ ਕਿਸਮ ਦੀ ਸਰਕਾਰ ਆ ਗਈ ਆ ਜਿਹੜੀ ਇੱਕ ਸੁਪਾਰੀ ਦੇ ਬਰਾਬਰ ਆ। ਸਹੀ ਗੱਲ ਆ, ਕਿਤੇ ਉਹਨਾਂ ਦਾ ਕਨਫਲਿਕਟ ਸ਼ੀਲਾ ਦੀਕਸ਼ਤ ਜਾਂ ਉਦੋਂ ਪਹਿਲਾਂ ਇਸ ਤਰ੍ਹਾਂ ਨਾਲ ਨਹੀਂ ਹੋਇਆ ਵੀ ਜਿਹੜਾ ਜਾਂ ਸੰਵਿਧਾਨ ਦੀ ਵਿਆਖਿਆ ਜਾਂ ਇੰਟਰਪ੍ਰੀਟੇਸ਼ਨ ਪ੍ਰੋਪਰਲੀ ਨਹੀਂ ਹੋਈ। ਜਿਵੇਂ ਇੱਕ ਪ੍ਰੈਜ਼ੀਡੈਂਟ ਸੀਗੇ, ਸਿਸਟਮ ਸੈੱਟ ਸੀਗਾ, ਕੌਣ ਅਪਾਇੰਟਮੈਂਟ ਕਰਦਾ ਉਵੇਂ ਹੀ ਚੱਲਿਆ ਜਾ ਰਿਹਾ। ਪਰ ਇੱਥੇ ਦੱਸਣਾ ਇਹ ਵੀ ਜ਼ਰੂਰੀ ਆ ਬਈ ਬੀਜੇਪੀ ਦੀ ਸਰਕਾਰ ਹੀ ਜਦੋਂ ਮੈਨੂੰ ਲੱਗਦਾ ਵਰਮਾ ਜੀ ਦੇ ਨੇਤਰਤਵ ਥੱਲੇ ਉੱਥੇ ਸੀਗੀ ਦਿੱਲੀ ਦੇ ਵਿੱਚ, ਜੇ ਮੈਂ ਨਹੀਂ ਗਲਤ, ਮੈਨੂੰ ਪੂਰਾ ਨਾ ਕਲਿੱਕ ਨਹੀਂ ਕਰ ਰਿਹਾ, ਤਾਂ ਉਦੋਂ ਉਹ ਪੂਰੀ ਸਰਕਾਰ ਦੀ ਮੰਗ ਕਰਦੇ ਸੀਗੇ ਵੀ ਮਨਮੋਹਨ ਸਿੰਘ ਸਾਹਿਬ ਜਾਂ ਦੂਸਰੇ ਜਿੰਨੇ ਵੀ PM ਹੋਏ ਆ ਵੀ ਉਹ ਪੂਰੀ ਸਰਕਾਰ ਦਾ ਦਰਜਾ ਦੇਣ ਦਿੱਲੀ ਨੂੰ। ਤੇ ਪਰ ਬੜਾ, ਕਿਉਂਕਿ ਅਸੀਂ ਪੋਲੀਟਿਕਸ ਆਫ ਕਨਵੀਨੀਅੰਸ ਕਰਦੇ ਹਾਂ, ਅਸੀਂ ਜਦੋਂ 370 ਤੜਵਾਉਣਾ ਹੁੰਦਾ ਤਾਂ ਅਸੀਂ ਹੱਥ ਖੜੇ ਕਰ ਦਿੰਦੇ ਹਾਂ। ਇੱਕ ਰਸਦੀ ਵਸਦੀ ਸਟੇਟ ਨੂੰ ਤੁਸੀਂ ਖੇਰੂ ਕਰ ਦਿੰਦੇ ਹੋ, ਪਰ ਜਦੋਂ ਤੋਂ ਹੱਥੋਂ ਅਧਿਕਾਰ ਸਾਂਭੇ ਮਾੜੇ ਜੇ ਖੋਏ ਜਾਂਦੇ ਆ ਉਦੋਂ ਤੁਸੀਂ ਰੌਲਾ ਪਾਉਣ ਲੱਗ ਜਾਂਦੇ ਹੋ, ਕਿਉਂਕਿ ਆਪਦੇ ਘਰੇ ਉਹ ਅੱਗ ਬਲਦੀ ਹੁੰਦੀ ਆ ਤੇ ਉਸ ਨੂੰ ਤੁਸੀਂ ਝੱਲ ਨਹੀਂ ਪਾਉਂਦੇ, ਚਾਹੇ ਕੋਵੇਂ ਵੀ ਹੋ, ਕਿਉਂਕਿ ਤੁਸੀਂ ਸੱਤਾ ਜਾਂ ਰੋਬ ਜਾਂ ਉਹ ਆਪਦੀ ਇੱਕ ਮੈਂ ਕਹੂੰਗਾ ਹੈਜ਼ੀਮਨੀ ਕੰਟਰੋਲ ਕਰਕੇ ਰੱਖਣੀ ਹੁੰਦੀ ਆ ਵੀ ਯੂ ਆਰ ਦਾ ਸੁਪਰੀਮ, ਤੁਸੀਂ ਸਾਰਿਆਂ ਦੇ ਉੱਤੇ ਤੁਸੀਂ ਕੰਟਰੋਲ ਕਰਦੇ ਹੋ। ਆਪਣੇ ਹੋਮ ਮਿਨਿਸਟਰ ਸਾਹਿਬ ਨੇ ਇੱਕ ਗੱਲ ਕਹੀ ਆ ਵੀ ਇਹ ਚਾਹੁੰਦੇ ਆ ਵੀ ਵਿਜੀਲੈਂਸ ਬਿਊਰੋ ਸਾਡੇ ਘਰਾਂ ਲਈ ਜਿਹੜਾ ਇੰਨਾ ਬੇਅਰਥ ਪੈਸਾ ਦਰਜ ਹੋਇਆ ਵੀ ਉਹ ਕੇਸ ਚੱਲਦੇ ਆ ਜਾਂ ਹੋਰ ਚੱਲਦੇ ਆ ਵੀ ਇਹ ਆਪਦੇ ਕੰਟਰੋਲ 'ਚ ਕਰਨਾ ਚਾਹੁੰਦੀ ਆ। ਪਰ ਮੈਨੂੰ ਸਮਝ ਨਹੀਂ ਆਉਂਦੀ ਬਈ ਹੋਮ ਮਿਨਿਸਟਰ ਸਾਹਿਬ ਵੀ ਕਿਸ ਤਰਕ ਤੇ ਇਹ ਚੀਜ਼ ਕਹਿ ਰਹੇ ਆ, ਕਿਉਂਕਿ ਪਹਿਲਾਂ ਵੀ ਤਾਂ 2 ਮਿਨਿਸਟਰ ਦਿੱਲੀ ਸਰਕਾਰ ਦੇ ਅੰਦਰ ਗਈ ਆ, ਉਹ CBI ਨੇ ਜਾਂ ED ਨੇ ਅੰਦਰ ਕੀਤੇ ਆ, ਤੇ ਵਿਜੀਲੈਂਸ ਬਿਊਰੋ ਖੈਰ ਐਨੀ ਹਾਓ ਨੋ ਡਾਊਟ ਪਾਵਰ ਲਈ ਸਟਰਗਲ ਤਾਂ ਹੈਗੀ ਆ। ਕੇਜਰੀਵਾਲ ਚਾਹੁੰਦਾ ਵੀ ਇਹ ਸਾਰਾ ਮਹਿਕਮਾ ਮੇਰੇ ਕੋਲ ਹੀ ਹੋਵੇ, ਜਿਹੜਾ ਬਦਲੀਆਂ ਅਪੁਆਇੰਟਮੈਂਟਸ ਤੇ ਦਿੱਲੀ ਸਰਕਾਰ ਕਹਿੰਦੀ ਆ ਨਹੀਂ ਅਸੀਂ ਗਵਰਨਰ ਨੂੰ ਦੇਣਾ ਵਾ। ਹਾਂ, ਹੁਣ ਆਪਾਂ ਰਾਹੁਲ ਗਾਂਧੀ ਦੀ ਗੱਲ ਕਰਦੇ ਹਾਂ ਸਾਹਿਬ, ਜਿਹੜੇ ਪ੍ਰਧਾਨ ਨੇ, ਜਿਹੜੇ ਕਾਂਗਰਸ ਦੇ ਇੱਕ ਪ੍ਰਮੁੱਖ ਨੇਤਾ ਨੇ। ਇਦੋਂ ਪਹਿਲਾਂ ਮੈਂ ਇਹਨਾਂ ਦੀ ਗੱਲ ਸਟਾਰਟ ਹੋਣ ਤੋਂ ਪਹਿਲਾਂ ਮੈਂ ਜੈ ਪ੍ਰਕਾਸ਼ ਨਾਰਾਇਣ ਤੇ ਵਰਸਿਸ ਇੰਦਰਾ ਗਾਂਧੀ ਵੱਲ ਜਾਣਾ ਚਾਹੁੰਦਾ। 1970 ਦਹਾਕੇ ਦੀ ਗੱਲ ਆ, ਮੈਂ ਜਿਹੜੀ ਗੱਲ ਦੱਸਣੀ ਚਾਹੁੰਦਾ ਵਾ, ਹਾਈ ਕੋਰਟ ਇਲਾਹਾਬਾਦ ਨੇ ਉਹਨਾਂ ਨੂੰ ਦੋਸ਼ੀ ਪਾਇਆ ਸੀਗਾ ਮਲ ਪ੍ਰੈਕਟਿਸ ਆਫ ਇਲੈਕਸ਼ਨ ਦਾ। ਇੰਦਰਾ ਗਾਂਧੀ ਜੀ ਨੂੰ ਇਲੈਕਸ਼ਨ ਦੇ ਦੌਰਾਨ ਵੀ ਇਹਨਾਂ ਨੇ ਧਾਂਦਲੀਆਂ ਕੀਤੀਆਂ ਵਾ, ਤੇ ਉਦੋਂ ਬਾਅਦ ਕਿਹੋ ਜਿਹਾ ਸਿਨੈਰੀਓ ਪੂਰੇ ਦੇਸ਼ ਵਿੱਚ ਹੋਇਆ ਉਹ ਆਪਾਂ ਸਾਰੇ ਉਹਦੇ ਵਿਟਨੈਸ ਹੈਗੇ ਆ। ਮੈਂ ਇੱਥੇ ਦੱਸਣਾ ਇਹ ਚਾਹੁੰਦਾ, ਡਿਸਪਾਈਟ ਦਾ ਫੈਕਟ ਜਿਹੜਾ ਵੀ ਨਾਮ ਲੈ ਕੇ ਕਿਹੜੀ ਵੀ ਗੱਲ ਕਹਿ ਕੇ ਉਹਨਾਂ ਨੇ ਜਿਹੋ ਜਿਹਾ ਵੀ ਐਲੀਗੇਸ਼ਨ ਲਾਇਆ ਸੀਗਾ, ਪਰ ਅੱਜ ਜਿਹੜੀ ਪੋਲੀਟੀਕਲ ਇੰਟਰਫੇਰੈਂਸ ਹੈਗੀ ਆ ਜੁਡੀਸ਼ਰੀ ਦੇ ਵਿੱਚ ਉਹ ਬਹੁਤ ਜ਼ਿਆਦਾ ਹੈਗੀ ਆ। ਅੱਜ ਤੱਕ ਇੰਨੀ ਹੈ ਨਹੀਂ ਸੀਗੀ, ਕਿਉਂਕਿ 2 ਸਾਲ ਤੱਕ ਦੀ ਸਜ਼ਾ ਦਾ ਜੇ ਮੁਜਰਮ ਜਾਂ ਅਕਿਊਜ਼ਡ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਦਾ ਤਾਂ ਮੈਨੂੰ ਲੱਗਦਾ ਉੱਥੇ ਕਈ ਸਵਾਲ ਪੈਦਾ ਹੁੰਦੇ ਆ। ਮੈਂ ਇੰਦਰਾ ਗਾਂਧੀ ਜੀ ਪਹਿਲਾਂ ਤਾਂ ਕਿਉਡ ਕੀਤੀ ਆ ਵੀ ਇਲਾਹਾਬਾਦ ਹਾਈ ਕੋਰਟ ਨੇ ਇਲੈਕਸ਼ਨ ਉਹਨਾਂ ਦੀ ਧਾਂਦਲੀ ਭਰਪੂਰ ਪਾਤੀ ਸੀਗੀ ਤੇ ਉੱਥੇ ਹੀ ਰੌਲਾ ਪੈ ਗਿਆ ਸੀਗਾ। ਅੱਜ ਸੁਪਰੀਮ ਕੋਰਟ ਸਸਪੈਂਡ ਕਰ ਰਿਹਾ ਵਾ 2 ਸਾਲ ਦੀ ਸਜ਼ਾ ਨੂੰ, ਜਿਹੜੀ ਇੱਕ ਵੱਡੀ ਗੱਲ ਆ। ਦੂਸਰੇ ਪਾਸੇ ਅਸੀਂ ਪੋਲੀਟੀਕਲ ਲਾਈਫ 'ਚ ਜੇ ਇਹੋ ਜਿਹੀ ਕੋਈ ਗਲਤ ਹੋਈ ਆ, ਚਲੋ ਤੁਸੀਂ ਬੋ ਡਾਊਨ ਕਰਨਾ ਨਹੀਂ ਕਰਨਾ ਇਹ ਤਾਂ ਤੁਹਾਡੇ ਤੇ ਨਿਰਭਰ ਕਰਦਾ। ਹਾਂ, ਪਰ ਜਿੱਥੋਂ ਤੱਕ ਇਲੈਕਸ਼ਨ ਲੜਨ ਦੀ ਗੱਲ ਹੈਗੀ ਆ, ਬਿਲਕੁਲ ਸਹੀ ਗੱਲ ਆ। ਇਹ BJP ਦੀ ਮਨਸ਼ਾ ਬੜੀ ਧੁੰਦਲੀ ਜੀ ਨਜ਼ਰ ਆਉਂਦੀ ਆ ਬਈ ਤੁਸੀਂ ਕਿਸੇ ਨੂੰ 2 ਸਾਲ ਦੀ ਸਜ਼ਾ ਕਰਾ ਦਿਓ, ਕਿਉਂਕਿ ਕਾਨੂੰਨ ਇਹ ਕਹਿੰਦਾ ਵੀ ਤੁਸੀਂ 2 ਸਾਲ ਜਾਂ ਜੇ 2 ਸਾਲ ਤੋਂ ਵੱਧ ਦੋਸ਼ੀ ਪਾਏ ਜਾਂਦੇ ਆ, ਜਿਵੇਂ ਪੰਜਾਬ ਵਿੱਚ ਬੀਬੀ ਜਗੀਰ ਕੌਰ ਜੀ ਨਾਲ ਹੋਇਆ, ਉਹਨਾਂ ਦੀ ਵੀ ਜਿਹੜੀ ਸੈਂਟੈਂਸ ਸੀਗੀ ਕਾਈਂਡ ਆਫ ਸਟੇ ਹੋ ਗਈ ਆ ਸੁਪਰੀਮ ਕੋਰਟ ਤੋਂ, ਤੇ ਉਹਨਾਂ ਨੇ ਦੁਬਾਰਾ ਇਲੈਕਸ਼ਨ ਵਗੈਰਾ ਲੜੀ ਆ। ਉਵੇਂ ਹੀ ਰਾਹੁਲ ਗਾਂਧੀ ਦੀ ਇਹ ਇੱਕ ਪਿਰਤ ਚੰਗੀ ਨਹੀਂ ਗੀ, ਪਿਰਤ ਚੰਗੀ ਨਹੀਂ। ਥੈਂਕ ਯੂ ਨਾਨਕ ਸਾਹਿਬ। ਵੱਡੇ ਸਵਾਲ ਤੁਹਾਡੇ ਵੱਲ ਜਿਹੜਾ ਹੈਗਾ, ਮੈਂ ਕਹਿੰਦਾ ਕਿ ਬਾਕੀ ਮਹਿਮਾਨਾਂ ਵੱਲੋਂ ਫੈਡਰਲ ਢਾਂਚੇ ਦੀ ਗੱਲ ਕੀਤੀ ਗਈ ਹੈ, ਆਪ ਦੀ ਜਿੱਥੇ ਆਲੋਚਨਾ ਕੀਤੀ ਗਈ ਹੈ ਉੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਭਾਜਪਾ ਹੈਗੀ ਹੈ ਤਾਂ ਫੈਡਰਲ ਢਾਂਚੇ ਨੂੰ ਉਹ ਵੀ ਕਈ ਜਗ੍ਹਾ 'ਤੇ ਘੱਟ ਗਿਣਤੀਆਂ ਦੇ ਮਾਮਲੇ 'ਤੇ ਫੈਡਰਲ ਸਿਸਟਮ ਦੇ ਮਾਮਲੇ 'ਚ ਖੋਰਾ ਲਾਉਂਦੇ ਆ ਅਕਾਲੀ ਦਲ ਦੇ ਬੁਲਾਰੇ ਵੱਲੋਂ। ਔਰ ਰਾਹੁਲ ਗਾਂਧੀ ਦੇ ਮਾਮਲੇ 'ਤੇ ਵੀ ਇੱਕ ਵੱਡਾ ਸਵਾਲ ਜਿੱਦਾਂ ਡਾਕਟਰ ਬੂਟਾ ਸਿੰਘ ਬਰਾਗੀ ਉਹਨਾਂ ਨੇ ਇਹ ਗੱਲ ਇੱਕ ਪੁਰਾਣਾ ਜਿਹੜੀ ਉਦਾਹਰਨ ਦੇ ਕੇ ਕੋਟ ਕੀਤੀ ਹੈ ਕਿ ਮਨਸ਼ਾ ਕਿਧਰੇ ਲੱਗਦੀ ਸੀ ਭਾਜਪਾ ਦੀ ਕਿ ਰਾਹੁਲ ਗਾਂਧੀ ਨੂੰ ਜਿਹੜਾ ਇਲੈਕਸ਼ਨ ਸਿਸਟਮ ਹੈ ਉਹਦੇ ਤੋਂ ਬਾਹਰ ਕੀਤਾ ਜਾਵੇ। ਵੱਡੇ ਸਵਾਲ ਹੈ, ਨਾਰੰਗ ਸਾਹਿਬ ਕਿਵੇਂ ਦੇਖਦੇ ਹੋ ਇਹਨਾਂ ਮੁੱਦਿਆਂ 'ਤੇ?
ਸਾਹਿਬ ਦੇਖੋ, ਬਾਕੀ ਮੈਂ ਸਾਰੇ ਬੁਲਾਰਿਆਂ ਦੀਆਂ ਗੱਲਾਂ ਸੁਣੀਆਂ, ਪਰ ਮੈਨੂੰ ਬੂਟਾ ਸਿੰਘ ਜੀ ਦੀ ਇੱਕ ਗੱਲ ਤੇ ਬੜਾ ਸਖਤ ਇਤਰਾਜ਼ ਆ ਕਿ ਆਪਾਂ ਜੀ। ਕਿਸੇ ਵੀ ਡਿਬੇਟ ਦੇ ਵਿੱਚ ਜੁਡੀਸ਼ਰੀ ਨੂੰ ਕਟਘਰੇ 'ਚ ਨਹੀਂ ਖੜਾ ਕਰ ਸਕਦੇ। ਮੈਂ ਤੁਸੀਂ ਔਨ ਰਿਕਾਰਡ ਇਸ ਚੀਜ਼ ਨੂੰ ਕਹਿ ਲਓ, ਮੈਂ ਚਾਹਾਂਗਾ ਅੱਗੇ ਤੋਂ ਇਹੋ ਜਿਹੀ ਗੱਲ ਇਹ ਨਾ ਕਰਨ, ਕਿਉਂਕਿ ਜੇ ਤੁਸੀਂ ਕੋਰਟਾਂ ਦੇ ਫੈਸਲੇ ਨੂੰ ਇੰਟਰਫੇਅਰ ਕਰਨਾ, ਤੁਸੀਂ ਕੋਰਟ ਦੇ ਆਰਡਰ ਦੀ ਵਾਇਓਲੇਸ਼ਨ ਕਰ ਰਹੇ ਹੋ। ਕੋਰਟ ਕੋਈ ਵੀ ਹੈ, ਚਾਹੇ ਤਹਿਸੀਲਦਾਰ ਦੀ ਕੋਰਟ ਹੈ, ਚਾਹੇ ਸੁਪਰੀਮ ਕੋਰਟ ਆ, ਕੋਰਟ ਨੇ ਜੇ ਫੈਸਲਾ ਦਿੱਤਾ ਉਹਦੀ ਗੱਲ ਜਿਹੜੀ ਆ ਅਦਾਲਤ 'ਚ ਹੁੰਦੀ ਆ। ਤੇ ਮੈਂ ਉਮੀਦ ਵੀ ਕਰਦਾ ਕਿ ਅਗਲੀ ਟੇਕ 'ਚ ਆਪਣੇ ਵਰਡਸ ਬੈਕ ਲੈਣਗੇ। ਜੇ ਤੁਹਾਡੇ ਕੋਲ ਕੋਈ ਐਵੀਡੈਂਸ ਹੈ, ਜੇ ਤੁਹਾਡੇ ਕੋਲ ਕੋਈ ਪੋਲੀਟੀਕਲ ਦੀ ਇੰਟਰਫੇਰੈਂਸ ਦੀ ਐਵੀਡੈਂਸ ਹੈ, ਤੁਸੀਂ ਚੈਨਲ ਤੇ ਲੈ ਕੇ ਆਓ, ਮੈਂ ਤੁਹਾਨੂੰ ਉਹਦਾ ਜਵਾਬ ਦਊਂਗਾ। ਪਰ ਐਵੇਂ ਕਿਆਸ ਨਾ ਲਗਾਓ ਵੀ ਆਪਾਂ ਕਿਸੇ ਨੂੰ ਖੁਸ਼ ਕਰਨ ਲਈ ਆਪਾਂ ਇਹੋ ਜਿਹੇ ਕਿਆਸ ਲਗਾ ਦਈਏ। ਤੁਸੀਂ ਬਤੌਰ ਪੋਲੀਟੀਕਲ ਤੁਸੀਂ ਆਪਣੀ ਗੱਲ ਪੋਲੀਟੀਕਲੀ ਜ਼ਰੂਰ ਮੁਕੰਮਲ ਕਰਿਓ। ਆਈ ਐਮ ਸੌਰੀ, ਆਪਣੀ ਟੋਕਰਿਆਂ ਤੁਹਾਨੂੰ ਆਪਣੀ ਗੱਲ ਮੁਕੰਮਲ ਕਰਿਓ। ਛੋਟਾ ਜਿਹਾ ਜਵਾਬ ਇਸ ਮੁੱਦੇ ਤੇ ਕੋਈ ਨਾਰੰਗ ਸਾਹਿਬ ਬਿਲਕੁਲ ਬਰਾਗੀ ਸਾਹਿਬ ਸਿੱਧੇ ਤੌਰ ਤੇ ਉਹਨਾਂ ਨਾਲ ਗੱਲ ਕਰੀ ਗਈ ਹੈ ਕਿ ਕੋਰਟ ਦੇ ਬਿਲਕੁਲ ਮਾਮਲੇ ਇਸੇ ਹੀ ਪੁਆਇੰਟ ਤੇ ਨਾਰੰਗ ਸਾਹਿਬ ਬਿਲਕੁਲ ਤੁਸੀਂ ਠੀਕ ਫਰਮਾਇਆ। ਜਦੋਂ ਕੋਈ ਵੀ ਮੇਰੇ ਵਰਗਾ ਇਨਸਾਨ ਜਾਂ ਤੁਹਾਡੇ ਵਰਗਾ ਇਨਸਾਨ ਇਸ ਤਰ੍ਹਾਂ ਦੀ ਜੁਡੀਸ਼ੀਅਲ ਫੈਸਲੇ ਦੀ ਕਰਦਾ ਗੱਲ, ਉਹ ਕਿਸੇ ਜੱਜ ਦੀ ਗੱਲ ਨਹੀਂ ਕਰਦਾ, ਉਹਦੇ ਜੱਜਮੈਂਟ ਦੀ ਗੱਲ ਕਰਦਾ। ਧਿਆਨ ਨਾਲ ਸੁਣ ਲਿਓ, ਇਹ ਗੱਲ ਪਹਿਲੀ ਵਾਰੀ ਮੈਂ ਨਹੀਂ ਬੋਲ ਰਿਹਾ ਟੀਵੀ ਤੇ, ਪਹਿਲਾਂ ਹੋਰ ਵੀ ਕਈ ਕੇਸਾਂ ਦੇ ਵਿੱਚ ਬੋਲਿਆ ਵਾ। ਜਦੋਂ ਅਸੀਂ ਗੱਲ ਸੁਣ ਲਓ, ਮੈਂ ਤੁਹਾਡੀ ਸੁਣ ਲਈ ਆ, ਗੱਲ ਸੁਣ ਲਓ। ਇਤਰਾਜ਼ ਕੀ ਆ ਤੁਹਾਨੂੰ? ਗੱਲ ਤਾਂ ਸੁਣ ਲਓ ਟਿਕਾ ਕੇ, ਸ਼ਾਇਦ ਤੁਹਾਨੂੰ ਕੰਮ ਆਵੇ। ਤੁਹਾਡੇ ਅੱਗੇ ਤੁਹਾਡੀ ਮਰਜ਼ੀ ਆ, ਮੰਨਣੀ ਮੇਰੀ ਗੱਲ ਸੁਣ ਲਓ। ਤੁਸੀਂ ਉਸ ਸਿੱਧੂ ਸਾਹਿਬ ਨੂੰ ਕਹਿ ਰਿਹਾ, ਅਸੀਂ ਕਿਸੇ ਗੱਲ ਇਹ ਆ ਜਦੋਂ ਸਾਡੇ ਵਰਗਾ ਨਹੀਂ ਕੋਈ ਬੰਦਾ ਬੋਲਦਾ, ਅਸੀਂ ਜੱਜਮੈਂਟ ਦੀ ਗੱਲ ਕਰਦੇ ਆ। ਹਾਂ, ਇਹ ਸਹੀ ਆ, 2 ਸਾਲ ਤੱਕ ਦੀ ਸਜ਼ਾ ਪਹਿਲਾਂ ਥੱਲੇ ਵਾਲੇ ਕੋਰਟਾਂ 'ਚ ਹੀ ਨਿਪਟ ਜਾਂਦੀ ਸੀ, ਅੱਜ ਵੀ ਨਿਪਟਦੀ ਆ। ਇਹ ਤੁਸੀਂ ਸਪੈਸ਼ਲ ਕੇਸ ਬਣਾ ਕੇ ਸੁਪਰੀਮ ਕੋਰਟ ਤੱਕ ਪਹੁੰਚਦਾ ਕੀਤਾ। ਹਾਈ ਕੋਰਟ ਦੇ ਵਿੱਚ ਵੀ ਮੈਨੂੰ ਲੱਗਦਾ ਪੋਲੀਟੀਕਲ ਇੰਟਰਫੇਰੈਂਸ ਬਹੁਤ ਜ਼ਿਆਦਾ ਗੁਜਰਾਤ ਗੱਲ ਤੋਂ ਮਨਾ ਕਰੋ। ਸੁਪਰੀਮ ਕੋਰਟ ਵਿੱਚ ਪਾਰਟ ਨਹੀਂ ਹੋ ਸਕਦਾ। ਤੁਸੀਂ ਕੋਰਟਾਂ ਦੇ ਫੈਸਲਿਆਂ ਨੂੰ ਏਦਾਂ ਚੈਲੰਜ ਨਹੀਂ ਕਰ ਸਕਦੇ। ਬਿਲਕੁਲ ਕਰ ਸਕਦੇ ਆ। ਅਸੀਂ ਜੱਜ ਨੂੰ ਜਾਂ ਜੱਜ ਦੇ ਅਗੇਂਸਟ ਨਹੀਂ ਬੋਲਦੇ, ਜੱਜਮੈਂਟ ਦੇ ਅਗੇਂਸਟ ਬੋਲਦੇ ਆ, ਜਿਹੜੀ ਜੱਜਮੈਂਟ ਦਿੱਤੀ ਗਈ ਹੁੰਦੀ। ਸਿੱਧੂ ਸਾਹਿਬ, ਇਹ ਗੱਲ ਠੀਕ ਨਹੀਂ ਹੈ। ਦੇਖੋ ਨਾਰੰਗ ਸਾਹਿਬ ਆਪਣੀ ਗੱਲ ਮੁਕੰਮਲ ਕਰ ਲਓ, ਆਪਾਂ ਇਹਨਾਂ ਦੇ ਕਮੈਂਟ ਵੀ ਲੈ ਲਏ। ਤੁਸੀਂ ਆਪਣੀ ਗੱਲ, ਤੁਸੀਂ ਉਹਨਾਂ ਨੂੰ ਗੱਲ ਕਰਨ ਦੇ, ਗੱਲ ਗਲਤ ਗੱਲ ਆ, ਇਹ ਗੱਲ ਗਲਤ ਗੱਲ ਆ। ਮੈਂ ਬਾਰ-ਬਾਰ ਇਹ ਗੱਲ ਕਹੂੰਗਾ ਵੀ ਇਹਦਾ ਪੋਲੀਟੀਕਲ ਐਨਾਲਿਸਟ ਬਣਾਓ ਦਾ ਮਤਲਬ ਇਹ ਨਹੀਂ ਹੈਗਾ ਜੋ ਮਰਜ਼ੀ ਬੋਲੀ ਜਾਣੋ। ਜੀ ਤੁਸੀਂ ਕੋਰਟ ਦੇ ਕੁਐਸਚਨ ਨਹੀਂ ਖੜਾ ਕਰ ਸਕਦੇ। ਨਾਰੰਗ ਸਾਹਿਬ, ਤੁਹਾਡੀ ਗੱਲ ਰਿਕਾਰਡ ਤੇ ਆ ਗਈ ਹੈ। ਨਾਰੰਗ ਸਾਹਿਬ, ਤੁਹਾਡਾ ਵਿਊ ਪੁਆਇੰਟ ਰਿਕਾਰਡ ਤੇ ਆ ਗਿਆ। ਬਾਕੀ ਮੁੱਦੇ ਤੇ ਪੋਲੀਟੀਕਲ ਤੁਸੀਂ ਉਹਨਾਂ ਨੂੰ ਫਿਰ ਸਫਾਈ ਦੇਣ ਦਾ ਮੌਕਾ ਦੇ ਰਹੇ ਹੋ। ਤੁਸੀਂ ਸਫਾਈ ਦੇਣਾ ਮੇਰਾ ਰਾਈਟ ਆ। ਤੂੰ ਜਿਹੋ ਜੀ ਤੁਹਾਡਾ ਐਂਟਾਈਟਲਮੈਂਟ ਹੈਗੀ ਉਹ ਜੀ ਮੇਰੀ ਆ। ਤੁਹਾਨੂੰ ਨਹੀਂ ਪਸੰਦ ਆਉਂਦਾ ਵੱਖਰੀ ਗੱਲ ਆ। ਹੂ ਆਰ ਯੂ ਟੂ ਸੇ ਮੀ ਵੀ ਸਫਾਈ ਦੇਣ ਦਾ ਮੌਕਾ ਦਿੰਦੇ ਹੋ? ਮੇਰਾ ਰਾਈਟ ਆ ਸਫਾਈ ਦੇਣਾ। ਤੁਸੀਂ ਕੁਐਸਚਨ ਰਾਈਜ਼ ਕੀਤਾ, ਤੁਸੀਂ ਆਪ ਦੀ ਗੱਲ ਰੱਖੋ, ਮੈਂ ਆਪ ਦੀ ਰੱਖਦਾ। ਤੁਸੀਂ ਗੱਲ ਮੁੱਦੇ ਦੀ ਕਰੋ। ਤੁਸੀਂ ਪਰਸਨਲ ਕਿਵੇਂ ਕਹਿ ਰਹੇ ਹੋ ਵੀ ਸਫਾਈ ਦੇਣ ਦਾ ਮੌਕਾ? ਸਫਾਈ ਨਹੀਂ ਮੈਂ ਦੇ ਰਿਹਾ, ਮੈਂ ਤੁਹਾਨੂੰ ਕਲੀਅਰ ਕਰ ਰਿਹਾ, ਕਲੈਰੀਫਿਕੇਸ਼ਨ ਦੇ ਰਿਹਾ, ਕਲੀਅਰ ਕਰ ਰਿਹਾ। ਤੁਹਾਡਾ ਫੈਕਟ ਜਿਹੜਾ ਤੁਹਾਡਾ ਫੈਕਟ ਅਨਕਲੀਅਰ ਸੀਗਾ, ਸਫਾਈ ਨਹੀਂ ਮੈਂ ਤੁਹਾਨੂੰ ਦਿੰਦਾ, ਨਾ ਹੀ ਮੈਨੂੰ ਲੋੜ ਆ। ਜੀ ਨਾਰੰਗ ਸਾਹਿਬ ਆਪਣੀ ਗੱਲ ਪਲੀਜ਼, ਨਾਰੰਗ ਸਾਹਿਬ ਆਪਣੀ ਗੱਲ ਮੁਕੰਮਲ ਕਰੋ। ਨਾਰੰਗ ਸਾਹਿਬ ਪਲੀਜ਼। ਨਾਰੰਗ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਨਾਰੰਗ ਸਾਹਿਬ ਨਾਲ ਸੰਪਰਕ ਕਰਨ ਜਿਹੜਾ ਹੈਗਾ ਇਸ ਮੁੱਦੇ ਤੇ, ਫਿਰ ਆਪਾਂ ਆਉਣੇ ਉਹਨਾਂ ਦੇ ਵੱਲ ਜਿਹੜਾ ਹੈਗਾ। ਜੀ ਮਠਾੜੂ ਸਾਹਿਬ ਕੁਝ ਕਹਿਣਾ ਚਾਹੁੰਦੇ ਆ। ਮਠਾੜੂ ਸਾਹਿਬ ਦੇਖੋ, ਬਰਾਗੀ ਸਾਹਿਬ ਜੀ, ਮੈਂ ਵੀ ਬੇਨਤੀ ਕਰਦਾ ਕਿ ਆਪਾਂ ਨੂੰ ਜੁਡੀਸ਼ਰੀ ਤੇ ਟੀਕਾ ਟਿੱਪਣੀ ਨਹੀਂ ਕਰਨੀ ਚਾਹੀਦੀ। ਆਪਾਂ ਇੱਕ ਵਧੀਆ ਚੈਨਲ ਤੇ ਬੈਠੇ ਆ, ਠੀਕ ਨਹੀਂ ਲੱਗਦਾ, ਕਿਉਂਕਿ ਜੁਡੀਸ਼ਰੀ ਦੇ ਫੈਸਲੇ ਉਹ ਜੁਡੀਸ਼ਰੀ ਨੇ ਕਰਨੇ ਆ। ਇੰਟਰਫੇਰੈਂਸ ਵਾਲੀ ਗੱਲ ਜਿਹੜੀ ਹੈਗੀ ਆ, ਉਹ ਇੰਟਰਨਲ ਗੱਲਾਂ ਨੇ, ਕਿਹਦੀ ਹੁੰਦੀ ਹੈ ਕਿਹਦੀ ਨਹੀਂ, ਆਪਣੇ ਕੋਲੇ ਕੋਈ ਸਬੂਤ ਨਹੀਂ, ਐਵੇਂ ਕੋਈ ਫਾਇਦਾ ਨਹੀਂ ਗੱਲ ਕਰਨ ਦਾ। ਦੂਜੀ ਗੱਲ, ਮੈਂ ਇੱਕ ਬਰਾਗੀ ਸਾਹਿਬ ਨੂੰ ਜਵਾਬ ਦੇਣਾ ਚਾਹਾਂਗਾ। ਇਹਨਾਂ ਨੇ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਟਵੀਟ ਵਾਲੀ ਗੱਲ ਕੀਤੀ 1982 ਦੀ, ਸ਼ਾਇਦ ਇਹ ਭੁੱਲ ਗਏ ਨੇ, ਪਤਾ ਨਹੀਂ ਉਸ ਵੇਲੇ ਪੰਜਾਬ 'ਚ ਸੀ ਜਾਂ ਕਿਤੇ ਬਾਹਰ ਸੀ। 1982 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਸੀ, ਇਹਨਾਂ ਨੇ ਕਿਹਾ ਫੈਡਰਲ ਢਾਂਚੇ 41 ਸਾਲ ਹੋ ਗਏ ਤੁਸੀਂ ਗੱਲ ਨਹੀਂ ਕੀਤੀ। ਗੱਲ ਹੁੰਦੀ ਰਹੀ ਹੈ, ਫੈਡਰਲ ਢਾਂਚੇ ਦੀ। ਇਸੇ ਕਰਕੇ ਸ਼੍ਰੀਮਤੀ ਇੰਦਰਾ ਗਾਂਧੀ, ਜਿਨ੍ਹਾਂ ਨੂੰ ਤੁਸੀਂ ਹੁਣ ਤੁਸੀਂ ਗੱਲਾਂ ਕਰ ਰਹੇ ਹੋ ਕਿ ਉਸ ਵੇਲੇ ਕੀ ਹੋਇਆ, ਉਹਨਾਂ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਇਆ, ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਜਿਹੜੀ ਡੈਥ ਹੋਈ, ਉਸ ਤੋਂ ਬਾਅਦ ਕੀ ਹਾਲਾਤ ਬਣੇ ਪੰਜਾਬ ਦੇ ਵਿੱਚੋਂ ਕੱਲੇ ਨੌਜਵਾਨ ਨੂੰ ਘਰੋਂ ਕੱਢ ਕੇ ਮਾਰਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਤਾਂ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਸੀ ਕਿ 5 ਬੰਦੇ ਇਕੱਠੇ ਨਹੀਂ ਹੁੰਦੇ ਸੀ, ਮੀਟਿੰਗਾਂ ਵੀ ਘਰ ਜਾ ਕੇ ਕਰਨੀਆਂ ਪੈਂਦੀਆਂ ਸੀ, ਅੱਡ ਜਾ ਕੇ ਹਨੇਰਿਆਂ 'ਚ ਜਾ ਕੇ ਮੀਟਿੰਗਾਂ, ਇਹੋ ਜਿਹੇ ਹਾਲਾਤ ਪੈਦਾ ਹੋ ਗਏ ਸੀ। ਤੁਸੀਂ ਉਹਨਾਂ ਸਮਿਆਂ ਦੇ ਵਿੱਚ ਇਹ ਗੱਲ ਕਰ ਰਹੇ ਹੋ ਕਿ ਤੁਸੀਂ ਉਦੋਂ ਫੈਡਰਲ ਢਾਂਚੇ ਦੀ ਗੱਲ ਨਹੀਂ। 1992-93 ਤੱਕ ਪੰਜਾਬ ਦੇ ਕੀ ਹਾਲਾਤ ਰਹੇ ਆ ਤੁਸੀਂ ਭਲੀ ਭਾਂਤੀ ਜਾਣਦੇ ਹੋ। ਕੀ ਤੁਸੀਂ ਸਮਝਦੇ ਹੋ ਉਹਨਾਂ ਸਮਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਫੈਡਰਲ ਢਾਂਚੇ ਨੂੰ ਲੈ ਕੇ ਜਾਂ ਵੱਧ ਅਧਿਕਾਰਾਂ ਦੀ ਗੱਲ ਕਰਕੇ ਉਹ ਜਿਹੜੇ ਰੌਲੇ ਪਏ ਆ, ਪਾਣੀਆਂ ਦੇ ਰੌਲੇ ਤੇ ਹੀ ਕੰਮ ਚੱਲਿਆ ਸੀ, ਜਿਹੜਾ ਕਪੂਰੀ ਦਾ ਮੋਰਚਾ ਲੱਗਿਆ ਸੀ ਉਹ ਪਾਣੀਆਂ ਦੇ ਰੌਲੇ ਤੇ ਹੀ ਚੱਲਿਆ ਸੀ। ਔਰ ਤੁਸੀਂ ਹੁਣ ਗੱਲਾਂ ਕਰ, ਉਹ ਹਾਲਾਤ ਸੀ ਜਿਹੜੇ ਸ਼ਾਇਦ ਤੁਹਾਨੂੰ ਉਹ ਹਾਲਾਤਾਂ ਬਾਰੇ ਪੂਰੇ, ਸ਼ਾਇਦ ਤੁਸੀਂ ਪੰਜਾਬ 'ਚ ਸੀ ਜਾਂ ਨਹੀਂ ਮੈਨੂੰ ਨਹੀਂ ਪਤਾ ਇਸ ਗੱਲ ਦਾ,
ਪਰੰਤੂ ਤੁਹਾਡਾ ਇਹ ਕਹਿਣਾ ਕਿ 41 ਸਾਲ ਹੋ ਗਏ ਤੁਸੀਂ ਅੱਜ ਗੱਲਾਂ ਕਰਦੇ ਹੋ, ਤੁਸੀਂ ਪੰਜਾਬ ਦੇ ਜੇ ਕੋਈ ਪੰਜਾਬ ਦੀ ਗੱਲ ਫੈਡਰਲ ਢਾਂਚੇ ਦੀ ਗੱਲ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ, ਤੁਸੀਂ ਇਹ ਗੱਲ ਕਦੇ ਵੀ ਇਗਨੋਰ ਨਹੀਂ ਕਰ ਸਕਦੇ ਇਸ ਗੱਲ ਨੂੰ। ਮਠਾੜੂ ਜੀ ਆ ਗਈ ਗੱਲ, ਮਠਾੜੂ ਸਾਹਿਬ ਆ ਗਈ ਗੱਲ ਤੁਹਾਡੀ, ਆ ਗਈ ਗੱਲ। ਡਾਕਟਰ ਬਰਾਗੀ ਮੈਂ ਆਣਾ ਤੁਹਾਡੇ ਵੱਲ, ਨਾਰੰਗ ਸਾਹਿਬ ਵਿੱਚ ਮੁਕੰਮਲ ਉਹਨਾਂ ਦੀ ਗੱਲ ਕਰਨਾ ਚਾਹੁੰਦੇ ਸੀ। ਨਾਰੰਗ ਸਾਹਿਬ ਤੁਹਾਡਾ ਲਿੰਕ ਜਿਹੜਾ ਹੈਗਾ ਉਸ ਵੇਲੇ ਨਹੀਂ ਬਣ ਸਕਿਆ, ਤੁਸੀਂ ਆਪਣੀ ਗੱਲ ਮੁਕੰਮਲ ਕਰ ਰਹੇ ਸੀ। ਮੈਂ ਪੋਲੀਟੀਕਲ ਸਵਾਲ ਤੁਹਾਡੇ ਤੋਂ ਲਿਆ ਸੀ ਕਿ ਰਾਹੁਲ ਗਾਂਧੀ ਦਾ ਜੋ ਅੱਜ ਫੈਸਲਾ ਹੈ ਉਸ ਮਾਨ ਨੂੰ ਲੈ ਕੇ ਕੀ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਉਹਨਾਂ 'ਚ ਇੱਕ ਕੋਈ ਹੁਲਾਰਾ ਲੱਗਦਾ ਨਜ਼ਰ ਆਏਗਾ, ਕੋਈ ਇਹਦੇ ਨਾਲ ਇੰਪੈਕਟ ਪਏਗਾ। ਆਪਾਂ ਪੋਲੀਟੀਕਲ ਸਵਾਲ ਲੈਂਦੇ ਹਾਂ ਨਾਰੰਗ ਸਾਹਿਬ ਤੁਹਾਡੇ ਕੋਲੋਂ ਇਸ ਮੁੱਦੇ ਦੇ ਉੱਤੇ। ਔਰ ਦੂਜੀ ਗੱਲ ਫੈਡਰਲ ਸਿਸਟਮ ਦੇ ਉੱਤੇ ਵੀ ਗੱਲ ਆਉਂਦੀ ਹੈ ਕਿ ਭਾਜਪਾ ਵੀ ਫੈਡਰਲ ਸਿਸਟਮ ਨੂੰ ਜਿਹੜਾ ਹੈਗਾ ਖੋਰਾ ਲਾਉਣ ਦੇ ਲਈ ਵੱਡੀ ਪੱਧਰ 'ਤੇ ਜ਼ਿੰਮੇਵਾਰ ਹੈ। ਇਹ ਮੁੱਦਿਆਂ 'ਤੇ ਤੁਸੀਂ ਆਪਣੀ ਗੱਲ ਕਰ ਰਹੇ ਸੀ ਨਾਰੰਗ ਸਾਹਿਬ। ਸਿਰ ਸਾਹਿਬ ਦੇਖੋ, ਜਿੱਦ ਤੱਕ ਰਾਹੁਲ ਗਾਂਧੀ ਜੀ ਦੀ ਸਜ਼ਾ ਵਾਲੀ ਗੱਲ ਆ, ਸਜ਼ਾ ਤੇ ਸਸਪੈਂਸ਼ਨ ਇੱਕ ਰੂਟੀਨ ਕੰਮ ਆ, ਉਹਦੇ 'ਚ ਕਾਹਦਾ ਕਿਸੇ ਨੂੰ ਕੋਈ ਬਹੁਤ ਹੁੰਗਾਰੇ ਵਾਲੀ ਗੱਲ ਆ। ਉਹਨਾਂ ਨੂੰ ਕਿਸੇ ਕੇਸ 'ਚ ਬਰੀ ਨਹੀਂ ਕਰ ਦਿੱਤਾ ਗਿਆ। ਲੋਅਰ ਕੋਰਟ 'ਚ ਸਜ਼ਾ ਹੋਈ ਹੈ, ਉਹਦੀ ਸੈਸ਼ਨ ਕੋਰਟ 'ਚ ਅਪੀਲ ਚੱਲ ਰਹੀ ਆ, ਔਰ ਤੁਸੀਂ ਦੇਖਣਾ ਅਪੀਲ ਦੇ ਵਿੱਚ ਵੀ ਜੋ ਫੈਸਲਾ ਆਏਗਾ ਤੇ ਜੋ ਹੁਣ ਕਿਉਂਕਿ ਬਾਰ-ਬਾਰ ਉਹ ਕਹਿ ਹੀ ਰਹੇ ਨੇ ਕਿ ਮੈਂ ਇਹ ਗੱਲ ਕਹੀ ਆ, ਔਰ ਉਸ ਗੱਲ ਨੂੰ ਸਿੱਖਾਂ ਵਾਲਾ ਜੀ ਵੀ ਚੈਨਲ ਤੇ ਬੈਠ ਕੇ ਮੰਨ ਰਹੇ ਨੇ ਕਿ ਉਹਨੇ ਸਾਰੀ ਮੋਦੀ ਚੋਰ ਹੈ ਗੱਲ ਕਹੀ ਆ। ਤੇ ਜੇ ਜਦੋਂ ਹੁਣ ਆਪਾਂ ਬਾਰ-ਬਾਰ ਡੈਫਾਮੇਸ਼ਨ ਦੀ ਗੱਲ ਕਹੀ ਜਾਣੀ ਆ, ਇਹਨਾਂ ਸਾਰਿਆਂ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੇ ਵਿੱਚ ਅੱਜ ਵਾਲੇ 'ਚ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਆਬਜ਼ਰਵ ਕੀਤਾ ਕਿ ਤੁਸੀਂ ਲੀਡਰ ਹੋਣ ਦਾ ਮਤਲਬ ਇਹ ਨਹੀਂ ਕਿ ਜੋ ਮਰਜ਼ੀ ਬੋਲੀ ਜਾਓ। ਭਾਸ਼ਾ ਦਾ ਕੰਟਰੋਲ ਵੀ ਜ਼ਰੂਰੀ ਆ। ਜਿੰਨੇ ਤੁਸੀਂ ਵੱਡੇ ਨੇਤਾ ਹੋ ਉਨੀ ਤੁਹਾਡੀ ਭਾਸ਼ਾ ਜਿਹੜੀ ਆ ਉਹ ਸੰਯਮ ਵਾਲੀ ਹੋਣੀ ਚਾਹੀਦੀ ਆ। ਇਹ ਆਨਰੇਬਲ ਸੁਪਰੀਮ ਕੋਰਟ ਨੇ ਹੋਲਡ ਕੀਤਾ, ਜਿੱਥੇ ਸੁਪਰੀਮ ਕੋਰਟ ਨੇ ਇਹ ਕਿਹਾ ਵਾ ਕਿ ਮੈਕਸਿਮਮ ਪਨਿਸ਼ਮੈਂਟ ਕਿਉਂ ਦਿੱਤੀ ਉਹਦਾ ਕਾਰਨ ਨਹੀਂ ਲਿਖਿਆ। ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਜੀ ਨੂੰ ਵੀ ਚੇਤਾਵਨੀ ਦਿੱਤੀ ਆ। ਔਰ ਆਪਾਂ ਇਹ ਨਾ ਕਹੀਏ ਕਿ ਉਹ ਜਿਹਨੂੰ ਮਰਜ਼ੀ ਜੋ ਮਰਜ਼ੀ ਬੋਲੀ ਜਾਣਗੇ। ਤੇ ਜਦੋਂ ਆਪਾਂ ਕਿਸੇ ਵੀ ਪੋਲੀਟੀਕਲ ਫੀਲਡ 'ਚ ਸਿੱਧੂ ਸਾਹਿਬ ਜਾਂਦੇ ਆ ਜੀ, ਜਾਂ ਪੋਲੀਟੀਕਲ ਫੀਲਡ ਦੇ ਵਿੱਚ ਜਾ ਰਹੇ ਆ ਜਾਂ ਆਪਾਂ ਐਜ਼ ਏ ਪੈਨਲਿਸਟ ਜਾ ਰਹੇ ਆ ਜਾਂ ਕੁਝ ਵੀ ਜਾ ਰਹੇ ਆ, ਭਾਸ਼ਾ ਦੀ ਮਰਿਆਦਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਸਾਡੀ ਕੰਟਰੀ ਦੇ ਵਿੱਚ ਜਿਹੜੀ ਜੁਡੀਸ਼ਲੀ ਆ ਉਹ ਇੰਡੀਪੈਂਡੈਂਟ ਆ, ਔਰ ਜੁਡੀਸ਼ਲੀ ਤੇ ਜੇ ਆਪਾਂ ਕੋਈ ਸਵਾਲ ਚੱਕਣਾ ਤਾਂ ਕਿਸੇ ਤੱਥਾਂ ਦੇ ਆਧਾਰ ਤੇ ਚੱਕਿਆ ਕਰੀਏ। ਜੱਜ ਨੂੰ ਚੈਲੰਜ ਕਰਨਾ ਜਾਂ ਜਜਮੈਂਟ ਚੈਲੰਜ ਕਰਨਾ ਇੱਕੋ ਹੀ ਗੱਲ ਆ। ਇਹ ਕੋਈ ਗੱਲ ਨਹੀਂ ਹੈਗੀ ਵੀ ਤੁਸੀਂ ਜਿਹੜੇ ਹੁਣ ਤੁਹਾਡਾ ਡੈਮੋ ਜਿੱਦਾਂ ਆਪਾਂ ਉਹ ਤੁਹਾਡਾ ਵਿਊ ਪੁਆਇੰਟ ਆ ਗਿਆ। ਮੈਂ ਇੱਕ ਫੈਡਰਲ ਢਾਂਚੇ ਦੇ ਉੱਤੇ ਇੱਕ ਹਲਕਾ ਜਿਹਾ ਜਵਾਬ ਜ਼ਰੂਰ ਚਾਹਾਂਗਾ। ਫੈਡਰਲ ਢਾਂਚੇ ਮੈਂ ਉੱਥੇ ਤੁਹਾਨੂੰ ਆ ਰਿਹਾ ਸੀ। ਫੈਡਰਲ ਢਾਂਚੇ ਦਾ ਕੋਈ ਘਾਣ ਨਹੀਂ ਕੀਤਾ ਜਾ ਰਿਹਾ। ਇਹ ਸਿਰਫ ਇੱਕ ਇਹਨਾਂ ਲੋਕਾਂ ਨੇ ਪਰਸੈਪਸ਼ਨ ਬਣਾਈ ਹੋਈ ਆ। ਦੇਖੋ, ਦਿੱਲੀ ਦੇ ਵਿੱਚ ਪਾਵਰਸ ਦੀ ਕਲੈਰਿਟੀ ਨਹੀਂ ਸੀ। ਉਹ ਪਾਵਰਸ ਦੀ ਕਲੈਰਿਟੀ ਸੁਪਰੀਮ ਕੋਰਟ ਦਾ ਜੋ ਫੈਸਲਾ ਸੀ ਉਹਦੇ ਮੁਤਾਬਕ ਉਹਨਾਂ ਨੇ ਕਿਹਾ ਵੀ ਜੇ ਸੰਸਦ ਉੱਤੇ ਵੀ ਕੋਈ ਆਪਣਾ ਪਿਕਚਰ ਕਲੀਅਰ ਕਰ ਦੇ ਤਾਂ ਉਹ ਸੌਖਾ ਹੋ ਜਾਊਗਾ। ਪਾਰਲੀਮੈਂਟ ਨੇ ਉਹਨੂੰ ਬਣਾ ਦਿੱਤਾ। ਔਰ ਦਿੱਲੀ ਦੇ ਲੋਕਾਂ ਨੂੰ ਇਹਦੀ ਵਧਾਈ ਆ। ਮੈਨੂੰ ਸਮਝ ਨਹੀਂ ਆਉਂਦਾ ਕਿ ਆਪਾਂ ਨੂੰ ਕਿਸੇ ਨੂੰ ਦਿੱਕਤ ਕੀ ਆ ਜਿਨ੍ਹਾਂ ਦਾ ਉਸ ਚੀਜ਼ ਨਾਲ ਕੋਈ ਤਾਲੁਕ ਵਾਸਤਾ ਨਹੀਂ ਆ। ਤੁਹਾਡਾ ਵਿਊ ਪੁਆਇੰਟ ਆ ਗਿਆ ਲੋਕ ਇਹ ਚਾਹੁੰਦੇ। ਥੈਂਕ ਯੂ, ਤੁਹਾਡਾ ਵਿਊ ਪੁਆਇੰਟ ਆ ਗਿਆ। ਡਾਕਟਰ ਬਰਾਗੀ ਤੁਸੀਂ ਜਦੋਂ ਮਠਾੜੂ ਜੀ ਬੋਲ ਰਹੇ ਸੀ ਆਪਣਾ ਵਿਊ ਪੁਆਇੰਟ ਰੱਖਣਾ। ਮੈਂ ਦੋ ਚੀਜ਼ਾਂ ਕਹਿਣੀਆਂ ਚਾਹੁੰਦਾ ਜੀ। ਇੱਕ ਚੀਜ਼ ਮੈਂ ਪਹਿਲਾਂ ਸਕਿਪ ਕਰ ਗਿਆ ਸੀਗਾ ਵੀ ਜਿਹੜਾ ਹੁਣ ਬਿੱਲ ਪਾਸ ਹੋਇਆ ਲੋਕ ਸਭਾ ਦੇ ਵਿੱਚ, ਹੁਣ ਉਹ ਰਾਜ ਸਭਾ ਦੇ ਵਿੱਚ ਜਾਣਾ ਵਾ, ਉਸ ਤੇ ਸੁਪਰੀਮ ਕੋਰਟ ਦੀ ਵੀ ਟਿੱਪਣੀ ਆ ਚੁੱਕੀ ਆ ਵੀ ਕਿਹਦੇ ਕੋਲੇ ਰਹਿਣਗੇ ਅਧਿਕਾਰ, ਪੋਸਟਿੰਗ, ਬਦਲਿੰਗ, ਇਹ ਸਾਰੀ ਉਹ ਰਿਕਰੂਟਮੈਂਟ ਪ੍ਰੋਸੈਸ। ਸੁਪਰੀਮ ਕੋਰਟ ਦੀ ਟਿੱਪਣੀ ਆ ਚੁੱਕੀ ਆ। ਉਸ ਤੋਂ ਬਾਅਦ ਜਲਦਬਾਜ਼ੀ ਦੇ ਵਿੱਚ ਆਰਡੀਨੈਂਸ ਲਿਆਂਦਾ ਗਿਆ। ਉਹ ਵੀ ਉਦੋਂ ਜਦੋਂ ਵਕੇਸ਼ਨ ਰੋਸਟਰ ਸ਼ੁਰੂ ਹੋਣ ਵਾਲਾ ਸੀਗਾ, ਛੁੱਟੀਆਂ ਸ਼ੁਰੂ ਹੋਣ ਵਾਲੀਆਂ ਸੀਗੀਆਂ। ਇਹ ਸਾਰੀਆਂ ਘਟਨਾਕ੍ਰਮਿਕ ਵਿਮਰਸ਼ਾਂ ਦਾ ਪ੍ਰਗਟਾਵਾ ਕਰਦੀਆਂ। ਨੋ ਡਾਊਟ ਤੁਸੀਂ ਐਬਸੋਲਿਊਟ ਮੈਜੋਰਟੀ ਵਿੱਚ ਹੈਗੇ ਹੋ, ਤੁਸੀਂ ਕੋਈ ਵੀ ਕਾਨੂੰਨ ਕੋਈ ਵੀ ਪਾਸ ਕਰ ਸਕਦੇ ਹੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ। ਪਰ ਇਹੋ ਜਿਹੀਆਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਗੱਲਾਂ ਇਹ ਸਵਾਲ ਖੜੇ ਕਰਦੀਆਂ। ਦੂਜੀ ਮਠਾਰੂ ਸਾਹਿਬ ਦੀ ਗੱਲ ਬਿਲਕੁਲ ਮਠਾਰੂ ਸਾਹਿਬ ਸਹੀ ਆ। ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਵੀ ਪੰਜਾਬ ਦਾ ਮਾਹੌਲ ਬਹੁਤ ਖਰਾਬ ਰਿਹਾ ਵਾ। ਪੋਲੀਟੀਕਲ ਸਟੇਬਿਲਿਟੀ ਜਿਹੜੀ ਆਈ ਆ ਪੰਜਾਬ ਦੇ ਵਿੱਚ ਉਹ 1997 ਔਨਵਰਡ ਹੋਈ ਆ। ਪਰ ਸਰ 1997 ਤੋਂ 2002 ਤੱਕ ਵੀ ਤਾਂ ਫੈਡਰਲ ਢਾਂਚਾ ਇਹੋ ਜਿਹਾ ਹੀ ਸੀ। 2007 ਤੋਂ 12 ਤੱਕ ਵੀ ਇਹੋ ਜਿਹਾ ਹੀ ਸੀ ਤੇ ਗਾਂ 12 ਤੋਂ 17 ਤੱਕ ਵੀ ਇਹੋ ਜਿਹਾ ਹੀ ਸੀ। ਤੁਹਾਡੇ ਮਿਨਿਸਟਰ ਸੀਗੇ ਉੱਥੇ ਆਪਣੇ ਸੈਂਟਰ ਗਵਰਨਮੈਂਟ ਦੇ ਵਿੱਚ। ਜੇ ਤੁਹਾਡੀ ਨੀਅਤ ਸਹੀ ਸੀ, ਨੀਅਤ ਸਾਫ਼ ਜੀ, ਜੇ ਤੁਸੀਂ ਚਾਹੁੰਦੇ ਤਾਂ ਚੰਡੀਗੜ੍ਹ ਵੀ ਪੰਜਾਬ ਨੂੰ ਮਿਲ ਸਕਦਾ ਸੀਗਾ। ਪਹਾੜੀਆਂ ਦੇ ਇਸ਼ੂ ਵੀ ਹੱਲ ਹੋ ਸਕਦੇ ਸੀਗੇ ਜਦੋਂ ਕਿਤੇ ਨਾ ਕਿਤੇ ਵਾਜਪਾਈ ਸਾਹਿਬ ਦੀ ਵੀ ਗਵਰਨਮੈਂਟ ਸੀਗੀ। ਪਰ ਫੈਡਰਲ ਢਾਂਚਾ ਤੁਸੀਂ ਗਾਓ ਕਰੋ ਕਹਿਣਾ ਇਸ਼ੂ ਹੈਗਾ, ਇੱਕ ਕੋਈ ਵੀ ਪਾਰਟੀ ਉਠਾ ਸਕਦੀ ਹੈ, ਤੁਸੀਂ ਵੀ ਉਠਾਓ। ਪਰ ਇਹ ਮਸਲਾ ਇੱਕ ਸਮਾਂ ਉਦੋਂ ਦਾ ਆਇਆ ਜਦੋਂ ਹੱਲ ਹੋ ਸਕਦਾ ਸੀਗਾ, ਪਰ ਆਪਾਂ ਹੱਲ ਕਰਵਾਉਣ ਦੇ ਵਿੱਚ ਅਸਮਰੱਥ ਰਹੇ ਹਾਂ। ਥੈਂਕ ਯੂ ਵੈਰੀ ਮਚ। ਮਠਾੜੂ ਜੀ ਸੰਖੇਪ ਦੇ ਵਿੱਚ ਸਿੱਖਾਂ ਵਾਲਾ ਜੀ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ, ਉਹਨਾਂ ਵੱਲ ਵੀ ਸਵਾਲ ਨੇ। ਮਠਾੜੂ ਜੀ ਪਰ ਤੁਸੀਂ ਸੰਖੇਪ ਕਿਉਂਕਿ ਸਿੱਧੇ ਤੌਰ ਤੇ ਤੁਹਾਨੂੰ ਸਵਾਲ ਕੀਤਾ ਗਿਆ।
ਜੀ ਮਠਾੜੂ ਚਲੋ ਸਾਹਿਬ। ਮੈਂ ਧੰਨਵਾਦ ਕਰਦਾ। ਇਹ ਇੰਨਾ ਤਾਂ ਮੰਨ ਕੇ ਕਿ ਹੁਣ 97 ਤੋਂ ਚੱਲ ਪਏ ਵੀ 97 ਚ ਤੁਹਾਡੀ ਸਰਕਾਰ ਸੀ। ਬਿਲਕੁਲ 97 ਦੇ ਵਿੱਚੋਂ ਸਰਕਾਰ ਸੀ। ਤੁਸੀਂ ਐਂ ਦੱਸੋ, ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਸੀ, ਦੱਸੋ ਪੰਜਾਬ ਦੇ ਪਾਣੀ ਕਿਸੇ ਪਾਸੇ ਗਏ? ਨਹੀਂ ਗਏ। ਜਿੱਥੇ ਜੋ ਕੰਟਰੈਕਟ ਪਹਿਲਾਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਕੀਤੀਆਂ ਹੋਈਆਂ ਜਿਹੜੀਆਂ ਗੱਲਾਂ ਸੀ ਜਾਂ ਕੀਤੀਆਂ ਹੋਈਆਂ, ਮੈਂ ਗਲਤੀਆਂ ਕਹਾਂਗਾ, ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਤੁਸੀਂ ਫੈਡਰਲ ਢਾਂਚੇ ਦੀ ਗੱਲ ਦੱਸੋ, ਕਿਹੜੇ ਵੱਧ ਅਧਿਕਾਰਾਂ ਦੇ ਵਿੱਚ ਜਿੱਥੇ ਵੀ ਕੋਈ ਭਾਰਤੀ ਜਨਤਾ ਪਾਰਟੀ ਕੋਈ ਗੱਲ ਕਰਦੀ ਸੀ ਅਸੀਂ ਰੋਕ ਲਾਈ ਸੀ? ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਜਦ ਲੰਗਰਾਂ ਦੇ ਉੱਪਰ GST ਦੀ ਗੱਲ ਕੀਤੀ, ਅਸੀਂ ਉੱਥੇ ਮੁੱਦਾ ਉਠਾਇਆ। ਉਹਨਾਂ ਨੇ 3 ਜਿਹੜੇ ਬਿੱਲ ਲੈ ਕੇ ਆਏ, ਅਸੀਂ ਉਹਦਾ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਗੱਲ ਕਹੀ, ਠੀਕ ਹੈ ਅਸੀਂ ਇੱਕ ਵਾਰੀ ਸਾਡਾ ਜਦੋਂ ਨੈਤਿਕਤਾ ਦੇ ਆਧਾਰ ਤੇ ਜਦੋਂ ਕਿਸੇ ਨਾਲ ਸਮਝੌਤਾ ਹੋਵੇ, ਅਸੀਂ ਕਿਹਾ ਕਿ ਉਹਨਾਂ ਨੇ ਕਿਹਾ ਭਾਈ ਬਿੱਲ ਠੀਕ ਹੈ, MSP ਦੀ ਗਾਰੰਟੀ ਦੇਣਗੇ। ਜਦੋਂ ਉਹਨਾਂ ਨੇ MSP ਦੀ ਗੱਲ ਛੱਡ ਕੇ ਉਹ ਗੱਲ ਕੀਤੀ, ਉਸ ਤੋਂ ਬਾਅਦ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਸਮਝੌਤਾ ਵੀ ਛੱਡਿਆ ਔਰ ਉਹਨਾਂ ਦਾ ਵਜ਼ੀਰੀ ਵੀ ਛੱਡੀ। ਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਇਹ ਗੱਲ ਦੱਸ ਦਿਓ, ਅੱਜ ਤੱਕ ਕਿਸੇ ਵੀ ਕਾਂਗਰਸ ਨੇ ਜਾਂ ਕਿਸੇ ਹੋਰ ਪਾਰਟੀ ਦੇ ਕਿਸੇ ਨੇ ਸਰਪੰਚੀ ਵੀ ਛੱਡੀ ਆ? ਕਿਸੇ ਵਜ਼ੀਰੀ ਛੱਡਣਾ ਤਾਂ ਬੜੀ ਦੂਰ ਦੀ ਗੱਲ। ਜੀ ਤੁਹਾਡੀ ਗੱਲ ਆ ਗਈ ਤੁਹਾਡੀ ਗੱਲ। ਪੰਜਾਬ ਨਾਲ ਉੱਥੇ ਪੰਜਾਬ ਨਾਲ ਹੀ ਖੜਾ ਸ਼੍ਰੋਮਣੀ ਅਕਾਲੀ ਦਲ। ਤੁਸੀਂ ਦੱਸ ਦਿਓ ਕਿਸੇ ਵੀ ਪਾਰਟੀ ਨੇ ਜੇ ਫੈਡਰਲ ਢਾਂਚੇ ਦੀ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ? ਅੱਜ ਲੱਖ ਕਾਂਗਰਸੀ ਕਹੀ ਜਾਣ, ਪੰਜਾਬ ਦੀ ਕਾਂਗਰਸ ਕਹੀ ਜਾਵੇ ਦੇਖੋ ਜੀ ਫੈਡਰਲ ਢਾਂਚਾ, ਜਦੋਂ ਇੰਦਰਾ ਗਾਂਧੀ ਵੇਲੇ ਜਾਂ ਸੈਂਟਰ ਦੇ ਵਿੱਚ ਸਰਕਾਰ ਉਹਨਾਂ ਦੀ ਸੀ, ਉਦੋਂ ਉੱਥੇ ਗੱਲ ਕਿੱਥੇ ਗਈ ਸੀ? ਆਪਾਂ ਜਵਾਬ ਲੈ ਲਈਏ ਮਠਾੜੂ ਸਾਹਿਬ, ਬਿਲਕੁਲ ਮਠਾੜੂ ਸਾਹਿਬ ਜਵਾਬ ਲੈ ਲਈਏ। ਤੁਹਾਡੀ ਗੱਲ ਆ ਗਈ। ਕਿਉਂ ਟਾਰਗੇਟ ਲੱਗਦਾ ਸਿੱਖਾਂ ਵਾਲਾ ਜੀ ਕਾਫੀ ਦੇਰ ਪਾਰਟੀਆਂ ਨੂੰ ਕਿਉਂ ਨਹੀਂ ਪੁੱਛਦੇ ਵੀ ਭਾਈ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੂੰ ਪੁੱਛਿਆ ਵੀ ਭਾਈ ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਸੀ, ਸੈਂਟਰ ਸਰਕਾਰ ਦੇ ਜਿਹੜਾ ਅਧੀਨ ਹੁੰਦਾ ਹੈ ਸਾਰਾ ਮਸਲਾ ਕਿ ਕਿਵੇਂ ਫੈਡਰਲ ਢਾਂਚੇ ਨੂੰ ਬਰਕਰਾਰ ਰੱਖਣਾ ਹੈ, ਉਹ ਅਗਰ ਧੱਕਾ ਕਰਦੇ ਸ਼੍ਰੋਮਣੀ ਅਕਾਲੀ ਦਲ ਤਾਂ ਜਿੰਨੇ ਜੋਗਾ ਹੈਗਾ, ਖੇਤਰੀ ਪਾਰਟੀਆਂ ਲੜਦੇ ਆ। ਅਸੀਂ ਤਾਂ ਤੁਹਾਡੀ ਗੱਲ ਆ ਗਈ। ਮੈਂ ਥੋੜਾ ਜਿਹਾ ਛੋਟਾ ਜਿਹਾ ਕਮੈਂਟ ਮੈਨੂੰ ਮੈਂ ਸੌਰੀ ਸੇਖਾਵਾਲਾ ਸਾਹਿਬ, ਤੁਸੀਂ ਇਸ ਤੋਂ ਬਾਅਦ ਮਾਈਕ ਫੜਨਾ ਵਾ। ਇੰਤਜ਼ਾਰ ਕਰ ਰਹੇ ਮਠਾੜੂ ਸਾਹਿਬ, ਬਿਲਕੁਲ ਤੁਸੀਂ ਬੜੇ ਲਿਟਰੇਟ ਤੇ ਬੁੱਧੀਜੀਵੀ ਹੋ, ਮੈਂ ਕਦਰ ਕਰਦਾ। ਫੈਡਰਲ ਢਾਂਚਾ ਥਰੂ ਗਵਰਨਰ ਮਜ਼ਬੂਤ ਹੋ ਰਿਹਾ ਵਾ, ਤੇ ਉਹ ਫੈਡਰਲ ਢਾਂਚੇ ਦੀ ਇੱਕ ਇਹੋ ਜਿਹੀ ਕੜੀ ਆ ਜਿਹੜਾ ਫੈਡਰਲ ਢਾਂਚੇ ਨੂੰ ਸਟਰੈਂਥ ਕਰਦੀ ਆ। ਪਰ ਆਪਾਂ ਗੱਲ ਜਿਹੜੇ ਪੰਜਾਬ ਦੇ ਮਸਲਾ ਅਨੰਦਪੁਰ ਸਾਹਿਬ ਮਤੇ 'ਚ ਲਿਆਂਦੇ ਸੀ ਉਹਨਾਂ ਦੀ ਕਰ ਰਹੇ ਆ। ਚੰਡੀਗੜ੍ਹ ਇਹ ਉਹ ਫੈਡਰਲ ਢਾਂਚਾ ਥਰੂ ਗਵਰਨਰ, ਜੇ ਗਵਰਨਰ ਕਰਕੇ ਆਪ ਨੂੰ, ਉਹ ਫੈਡਰਲ ਢਾਂਚੇ ਦਾ ਹੀ ਇੱਕ ਅੰਗ ਹੈਗਾ। ਡਾਕਟਰ ਬਾਕੀ ਥੈਂਕ ਯੂ ਵੈਰੀ ਮਚ। ਸਿੱਖਾਂਵਾਲਾ ਜੀ ਤੋਂ ਸਵਾਲ। ਸਿੱਖਾਂਵਾਲੇ ਜੀ, ਇਹ ਕਿਹਾ ਜਾ ਰਿਹਾ ਕਿ ਕਾਂਗਰਸ ਕਿਹੜੇ ਫੈਡਰਲ ਢਾਂਚੇ ਦੀਆਂ ਗੱਲਾਂ ਕਰਦੀ ਹੈ? ਆਪ ਇਹਨਾਂ ਦੇ ਸਮੇਂ 'ਚ ਕੀ ਹੁੰਦਾ ਰਿਹਾ? ਕਿੰਨਾ ਕੁ ਜਿਹੜਾ ਹੈਗਾ ਤੁਸੀਂ ਰਾਖੀ ਕਰਦੇ ਸੀ ਦੇਸ਼ ਦੇ ਸੰਘੀ ਢਾਂਚੇ ਦੀ? ਜਿੱਥੋਂ ਤੱਕ ਸਵਾਲ ਹੈ ਰਾਹੁਲ ਗਾਂਧੀ ਦਾ, ਭਾਜਪਾ ਦਾ ਕਹਿਣਾ ਹੈ ਕਿ ਕੋਈ ਖਾਸ ਗੱਲ ਨਹੀਂ, ਅਦਾਲਤ ਨੇ ਫੈਸਲਾ ਕੀਤਾ, ਕੋਈ ਏਡੀ ਵੱਡੀ ਗੱਲ ਨਹੀਂ, ਅਜੇ ਦੇਖਾਂਗੇ ਅੱਗੇ ਜਾ ਕੇ ਕੀ ਬਣੇਗਾ। ਪਹਿਲਾਂ ਤਾਂ ਜਿਹੜੇ ਮਠਾੜੂ ਸਾਹਿਬ ਹੋਰਾਂ ਨੇ ਗੱਲ ਕੀਤੀ ਵੀ ਕਿਸੇ ਨੇ ਸਰਪੰਚੀ ਵੀ ਛੱਡੀ ਹੈ, ਤਾਂ ਮੈਂ ਇਹਨਾਂ ਨੂੰ ਯਾਦ ਕਰਾਵਾਂ 2004 ਦੇ ਵਿੱਚ ਜਦੋਂ ਲੋਕਾਂ ਨੇ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਚੁਣ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਸੀ, ਚੁਣ ਕੇ ਉਹਨਾਂ ਨੂੰ ਪਰੋਸ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਦਿੱਤੀ ਸੀ, ਤੇ ਸ਼੍ਰੀਮਤੀ ਸੋਨੀਆ ਗਾਂਧੀ ਨੇ ਨਾ ਖੁਦ ਬਣੇ ਪ੍ਰਧਾਨ ਮੰਤਰੀ, ਉਹਨਾਂ ਦਾ ਬੇਟਾ ਵੀ ਜਿੱਤਿਆ ਹੋਇਆ ਸੀ ਮੈਂਬਰ ਪਾਰਲੀਮੈਂਟ, ਆਪਣੇ ਬੇਟੇ ਨੂੰ ਵੀ ਬਣਾ ਸਕਦੇ ਸੀ, ਪਰ ਉਹਨਾਂ ਨੇ ਉਹ ਛੱਡ ਕੇ ਇੱਕ ਕਾਬਲ ਵਿਅਕਤੀ ਡਾਕਟਰ ਮਨਮੋਹਨ ਸਿੰਘ ਨੂੰ ਬਣਾਇਆ ਸੀ, ਜਿਹਦੇ ਨਾਲ ਉਹਨਾਂ ਦੀ ਨਾ ਕੋਈ ਰਿਸ਼ਤੇਦਾਰੀ ਰਲਦੀ ਸੀ, ਨਾ ਉਹਨਾਂ ਨਾਲ ਕੋਈ ਹੋਰ ਇਸ ਤਰ੍ਹਾਂ ਦੀ ਸਾਂਝ ਸੀ। ਇਸ ਕਰਕੇ ਕਿ ਦੇਸ਼ ਨੂੰ ਇੱਕ ਕਾਬਲ ਪ੍ਰਧਾਨ ਮੰਤਰੀ ਚਾਹੀਦਾ ਸੀ, ਤੇ ਉਹਨਾਂ ਨੇ ਕਾਬਲ ਵਿਅਕਤੀ ਨੂੰ ਬਣਾਇਆ, ਤੇ ਉਹਨਾਂ ਨੇ ਜਿਹੜੀ ਅਗਵਾਈ ਕੀਤੀ ਉਹ ਸਾਡੀ ਪੂਰੀ ਦੁਨੀਆ ਦੇ ਵਿੱਚ ਸਾਡੇ ਦੇਸ਼ ਦਾ ਡੰਕਾ ਵੱਜਿਆ। ਦੂਜੀ ਗੱਲ ਜਿਹੜੀ ਗੱਲ ਇਹ ਕਹਿੰਦੇ ਵੀ ਅਸੀਂ ਤਾਂ ਸੰਘੀ ਢਾਂਚੇ ਦੇ ਹੱਕ 'ਚ ਆ, ਸੰਘੀ ਢਾਂਚੇ ਦੇ ਹੱਕ 'ਚ ਆ। ਜਦੋਂ ਧਾਰਾ 370 ਤੋੜ ਕੇ ਤੇ ਜੰਮੂ ਕਸ਼ਮੀਰ ਪੂਰਨ ਸਟੇਟ ਸੀ, ਚੁਣੀ ਹੋਈ ਲੋਕਾਂ ਦੀ ਸਰਕਾਰ ਸੀ, ਤੇ ਉਹਨੂੰ ਤੋੜ ਕੇ ਜਦੋਂ ਯੂਟੀ ਬਣਾਇਆ ਜਾ ਰਿਹਾ ਸੀ, ਉਦੋਂ ਤੁਸੀਂ ਕਿੱਥੇ ਸੀ? ਉਦੋਂ ਤੁਹਾਡੇ ਮੈਂਬਰ ਪਾਰਲੀਮੈਂਟ ਉਹਦੇ ਹੱਕ ਦੇ ਵਿੱਚ ਹੱਥ ਖੜੇ ਕਰ ਰਹੇ ਸੀ, ਵੋਟਾਂ ਪਾ ਰਹੇ ਸੀ ਉਹਦੇ ਹੱਕ ਦੇ ਵਿੱਚ। ਫੇਰ ਜਿਹੜੀਆਂ ਗੱਲਾਂ ਬੂਟਾ ਸਿੰਘ ਬਰਾਗੀ ਹੋਰਾਂ ਨੇ ਕਹੀਆਂ ਬਿਲਕੁਲ ਸਹੀ ਹੈ, ਤੁਹਾਡੀ ਸਰਕਾਰ ਰਹੀ ਹੈ, ਤੁਸੀਂ ਲੋਕਾਂ ਦੇ ਪੁੱਤ ਮਰਵਾਤੇ, ਤੁਸੀਂ ਕਹਿ ਕੇ ਵੀ ਅਨੰਦਪੁਰ ਦਾ ਮਤਾ ਚਾਹੀਦਾ ਜੀ, ਬਾਅਦ ਚ ਤੁਸੀਂ ਗੱਲਾਂ ਹੋਰ ਵੀ ਅਲੱਗ ਸਟੇਟ ਦੀਆਂ ਗੱਲਾਂ ਵੀ ਕਰਦੇ ਰਹੇ, ਸਾਨੂੰ ਸੂਬਾ ਅਲੱਗ ਚਾਹੀਦਾ, ਫਿਰ ਉਸ ਤੋਂ ਬਾਅਦ ਤੁਸੀਂ ਅਲੱਗ ਦੇਸ਼ ਵੀ ਮੰਗਿਆ। ਤੁਹਾਡੇ ਬੰਦਿਆਂ ਨੇ, ਜਿਹੜੇ ਬੰਦੇ ਉਦੋਂ ਸੰਘਰਸ਼ ਸੀ ਉਹਦੇ ਵਿੱਚ ਤੁਸੀਂ ਜਾਂਦੇ ਰਹੇ, ਪ੍ਰਕਾਸ਼ ਸਿੰਘ ਬਾਦਲ ਵੀ ਜਾਂਦੇ ਰਹੇ, ਪਰ ਕਿਹੜੇ ਤੁਸੀਂ ਕਿੱਥੇ ਜਾ ਕੇ ਖੜੇ? ਤੁਸੀਂ ਨਾ ਪੰਜਾਬੀਆਂ ਨਾਲ ਖੜੇ ਆ, ਨਾ ਸਿੱਖਾਂ ਨਾਲ ਖੜੇ ਆ, ਨਾ ਤੁਸੀਂ ਫੈਡਰਲ ਢਾਂਚੇ ਦੇ ਹੱਕ 'ਚ ਖੜੇ ਆ। ਤੁਸੀਂ ਕੀਤੇ ਇਕੱਲੇ ਡਰਾਮੇ ਤੇ ਸੱਤਾ ਦਾ ਸੁੱਖ ਭੋਗਣ ਵਾਸਤੇ ਜੋ ਕੁਝ ਕੀਤਾ ਹੁਣ ਤੱਕ। ਹੁਣ ਵੀ ਜਦੋਂ ਲੋਕੀ ਆ ਕੇ ਗੇਟ 'ਚ ਗਾਲਾਂ ਕੱਢਣ ਲੱਗ ਪਏ ਤਾਂ ਤੁਸੀਂ ਵਜ਼ੀਰੀ ਤੋਂ ਅਸਤੀਫਾ ਦਿੱਤਾ। ਤੁਸੀਂ ਤਾਂ ਫਾਇਦੇ ਗਿਣਾਏ ਸੀ, ਕਿਸਾਨੀ ਬਿੱਲਾਂ ਦੇ ਫਾਇਦੇ ਗਿਣਾਏ ਸੀ। ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ, ਵੱਡੇ ਬਾਦਲ ਸਾਹਿਬ ਨੇ ਵੀ। ਔਰ ਜਿਹੜੀ ਗੱਲ ਜਿੱਥੋਂ ਤੱਕ ਰਾਹੁਲ ਗਾਂਧੀ ਦੀ ਗੱਲ ਹੈ ਜੀ, ਸਜ਼ਾ ਵਾਲੀ ਗੱਲ ਹੈ, ਮੈਂ ਗੱਲ ਕਲੀਅਰ ਕਰ ਦਵਾਂ ਮੈਨੂੰ ਕਿ ਜਿਹੜੀ ਸਜ਼ਾ ਵਾਲੀ ਗੱਲ ਹੈ ਉਹ ਮਾਨਯੋਗ ਸੁਪਰੀਮ ਕੋਰਟ ਨੇ ਮਾਨਯੋਗ ਸੁਪਰੀਮ ਕੋਰਟ ਨੇ ਆਪਣੇ ਆਪਣੀ ਜੱਜਮੈਂਟ ਦੇ ਵਿੱਚ ਗੱਲ ਕੀਤੀ। ਸਿੱਖਾਂ ਵਾਲੀ ਗੱਲ, ਇਹ ਗੱਲ ਸੱਚੀ ਲੱਗਦੀ ਹੈ
ਨਹੀਂ ਤੁਸੀਂ ਹੁਣ ਗੱਲ ਦਾ ਜਵਾਬ ਲੈ ਲਓ। ਤੁਸੀਂ ਕਿਹਾ ਨਾ ਲੋਕਾਂ ਦੇ ਦਬਾਅ 'ਚ ਆ ਕੇ ਤੁਸੀਂ ਅਸਤੀਫੇ ਦਿੱਤੇ ਤੇ ਸਮਝੌਤੇ ਛੱਡੇ। ਆਪਣੇ ਕਾਂਗਰਸ ਦੇ ਕਿੰਨੇ ਐਮਐਲਏ ਸੀ, ਕਿਹੜੇ ਐਮਐਲਏ ਨੇ ਅਸਤੀਫਾ ਦਿੱਤਾ, ਕਿਹੜੇ ਪ੍ਰਧਾਨ ਨੇ? ਜਿਹੜਾ ਦਬਾਅ ਸੀ ਉਹ ਤਾਂ ਚੌਟਾਲਾ ਸਾਹਿਬ ਦਾ ਜਿਹੜਾ ਪੋਤਾ ਦੁਸ਼ਯੰਤ ਚੌਟਾਲਾ, ਉਹਦੇ ਵੀ ਦਬਾਅ ਸੀ, ਉੱਥੋਂ ਦਾ ਸਮਝੌਤਾ ਟੁੱਟ ਗਿਆ ਜਾਂ ਉਹਨਾਂ ਨੇ ਅਸਤੀਫਾ ਦਿੱਤਾ। ਜਿਹੜਾ ਦਬਾਅ ਸੀ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਇੱਥੋਂ ਦੇ ਲੀਡਰ ਸੀ ਸਾਰਿਆਂ ਦੇ ਉੱਪਰ ਦਬਾਅ ਸੀ ਉਸ ਵੇਲੇ, ਉਹਨਾਂ ਚੋਂ ਕਿਹਨੇ ਅਸਤੀਫਾ ਦਿੱਤਾ ਜਾਂ ਕਿਹਨੇ ਸਮਝੌਤਾ? ਹੁਣ ਲਿਲੜੀਆਂ ਕੱਢਦੇ ਫਿਰਦੇ ਦੁਬਾਰਾ, ਹੁਣ ਤੁਸੀਂ ਦੁਬਾਰਾ ਲਿਲੜੀਆਂ ਕੱਢਦੇ ਫਿਰਦੇ ਸਮਝੌਤਾ ਕਰਨ ਵਾਸਤੇ। ਤੁਸੀਂ ਦੁਬਾਰਾ ਲਿਲੜੀਆਂ ਕੱਢਦੇ ਫਿਰਦੇ ਆ ਦੁਬਾਰਾ, ਗੋਡਰੀਆਂ ਬਾਹਰ ਹੋ ਕੇ। ਹੁਣ ਜਿਹੜਾ ਹੁਣ ਤੁਸੀਂ ਉਸ ਵੇਲੇ ਇਹ ਗੱਲਾਂ ਕਰਦੇ ਤੁਸੀਂ ਦੱਸੋ, ਹੁਣ ਆਰਡੀਨੈਂਸ ਦਾ ਵਿਰੋਧ ਕੀਤਾ, ਅੱਜ ਸਾਰੇ ਭਾਜਪਾ ਚਲੇ ਗਏ। ਆਰਡੀਨੈਂਸ ਦਾ ਵਿਰੋਧ ਕੀਤਾ ਪਾਰਲੀਮੈਂਟ ਦੇ ਵਿੱਚ, ਆਰਡੀਨੈਂਸ ਦਾ ਵਿਰੋਧ ਕੀਤਾ। ਤੁਸੀਂ ਕਰਦੇ ਆ ਆਰਡੀਨੈਂਸ ਦਾ ਵਿਰੋਧ ਕਰਦੇ ਆ, ਜਿਹੜਾ ਬਿੱਲ ਆਇਆ ਦਾ ਵਿਰੋਧ ਕਰਦੇ ਆ। ਧਾਰਾ 370 ਤੋੜਦਾ ਜੰਮੂ ਕਸ਼ਮੀਰ ਨੂੰ ਯੂਟੀ ਬਣਾਉਣ ਦਾ ਵਿਰੋਧ ਕਰਦੇ ਆ ਅੱਜ ਵੀ। ਨਹੀਂ ਤੁਸੀਂ ਜਿਹੜੇ ਤੁਹਾਡੇ ਭਾਜਪਾ ਦੇ ਹੱਕ ਦੇ ਵਿੱਚ ਉਹ ਨਹੀਂ ਹੁਣ ਮਣੀਪੁਰ ਨੂੰ ਵੀ, ਇਹ ਮਣੀਪੁਰ ਨੂੰ ਵੀ ਬਣਾਉਣ ਨੂੰ ਫਿਰਦੇ ਯੂਟੀ, ਉਹ ਦਬਾ ਕੇ ਚਲੇ ਗਏ ਐਮਐਸਪੀ। ਨਹੀਂ, ਉਹ ਕਿਸਾਨਾਂ ਨੂੰ ਹੱਕ ਦਵਾ ਕੇ ਚਲੇ ਗਏ ਭਾਜਪਾ ਦੇ ਵਿੱਚ। ਤੁਹਾਡੇ ਕਾਂਗਰਸੀ ਜਿਹੜੇ 7-8 ਜਿਹੜੇ ਹੀਰੇ, ਤੁਹਾਡੇ ਅਨਮੋਲ ਹੀਰੇ, ਜਿਹੜੇ ਉਦੋਂ ਕਹਿੰਦੇ ਸੀ ਦਵਾ ਚ ਆ ਕੇ ਅਸਤੀਫਾ ਦਿੱਤਾ, ਦਵਾ ਚ ਆ ਕੇ। ਨਹੀਂ, ਹੁਣ ਭਾਜਪਾ ਨੂੰ ਭਾਜਪਾ ਨੇ ਹੱਕ ਦੇਤਾ ਕਿਸਾਨਾਂ ਨੂੰ। ਤੁਹਾਡੀ ਅੱਧੀ ਕਾਂਗਰਸ ਜਿਹੜੀ ਭਾਜਪਾ ਚਲੀ ਗਈ, ਉਹਨਾਂ ਤੁਹਾਡਾ ਪ੍ਰਧਾਨ ਹੈ, ਤੁਹਾਡਾ ਮੁੱਖ ਮੰਤਰੀ ਰਿਹਾ ਕੈਪਟਨ ਅਮਰਿੰਦਰ ਸਿੰਘ। ਮੈਨੂੰ ਲੱਗਦਾ ਹੁਣ ਤੁਹਾਡੇ ਕਾਂਗਰਸ ਵੱਡੇ ਗਏ ਆ, ਸਾਨੂੰ ਕੋਈ ਇਤਰਾਜ਼ ਨਹੀਂ। ਜਿਹੜੇ ਅਸੀਂ ਮਠਾੜੂ ਜੀ ਦੋਨਾਂ ਦੇ ਵਿਊ ਬਣਾ ਗਿਆ ਸੀ। ਬਾਕੀ ਜਿਹੜੇ ਕੱਢਦੇ ਮਠਾੜੂ ਸਾਹਿਬ, ਮਠਾੜੂ ਸਾਹਿਬ ਵਾਲਾ ਜੀ, ਬਾਕੀ ਮਹਿਮਾਨਾਂ ਦੀ ਵੀ ਆਪਾਂ ਰਹਿ ਲਈਏ। ਤੁਹਾਡੇ ਕਿਹੜੇ ਬੰਦੇ ਨੇ ਦੋਨਾਂ ਦਾ ਵਿਊ ਪੁਆਇੰਟ ਆ ਗਿਆ, ਦੋਨਾਂ ਦੀ ਗੱਲ ਆ ਗਈ। ਬਹੁਤ ਮਿਹਰਬਾਨੀ ਸਿੱਖਾਂ ਵਾਲਾ ਜੀ, ਮਠਾੜੂ ਸਾਹਿਬ, ਇਹ ਦੋਨਾਂ ਦੀ ਗੱਲ ਆ ਗਈ। ਆਪਾਂ ਨਾਰੰਗ ਸਾਹਿਬ ਤੋਂ, ਨਾਰੰਗ ਸਾਹਿਬ ਇੱਕ ਸਵਾਲ ਤੁਹਾਡੇ ਵੱਲ ਵੀ, ਅਕਾਲੀ ਦਲ ਦਾ ਵੀ ਕਹਿਣਾ, ਵਿਰੋਧੀ ਧਿਰਾਂ ਵੀ ਕਹਿੰਦੇ ਆ ਕਿ ਕਿਹੜੇ ਫੈਡਰਲ ਢਾਂਚੇ ਦੀ ਗੱਲ ਕਰਦੇ ਆ। ਭਾਜਪਾ ਵੀ ਇਸ ਮੁੱਦੇ ਲਈ ਕਟਹਿਰੇ 'ਚ ਖੜਦੀ ਹੈ ਕਿ ਦੇਸ਼ ਨੂੰ ਕਿੰਨਾ ਵੱਡਾ ਫੈਡਰਲ ਢਾਂਚੇ ਦਾ ਖੋਰਾ ਲਾਉਣ ਲਈ ਜ਼ਿੰਮੇਵਾਰ ਹੈ ਭਾਜਪਾ। ਨਾਰੰਗ ਸਾਹਿਬ। ਸਿੱਧੂ ਸਾਹਿਬ, ਮੈਨੂੰ ਇਹਨਾਂ ਚੋਂ ਕਿਸੇ ਪੈਨਲਿਸਟ ਦੀ ਗੱਲ ਸਮਝ ਨਹੀਂ ਆਉਂਦੀ ਕਿ ਇੱਕ ਦਿੱਲੀ ਦੇ ਵਿੱਚ ਇੱਕ ਸੁਪਰੀਮ ਕੋਰਟ ਦਾ ਫੈਸਲਾ ਆਇਆ, ਉਹਦੇ 'ਚ ਇੱਕ ਏਰੀਆ ਸੀਗਾ ਵੀ ਤੁਸੀਂ ਇਹਦੇ ਤੇ ਪਾਵਰਸ ਜਿਹੜੀਆਂ ਵਾ ਡਿਫਾਈਨ ਕਰਦੇ ਹੋ ਵੀ ਕਿਹਨੇ ਕਰਨਾ। ਉਸ ਤੋਂ ਪਾਰਲੀਮੈਂਟ ਨੇ ਕਰਤਾ, ਉਹਦੇ ਲਈ ਆਪਾਂ ਸਾਰੇ ਲੋਕ ਡਿਬੇਟ ਕਰੀ ਜਾ ਰਹੇ ਜਿਨ੍ਹਾਂ ਦਾ ਉਹਦੇ ਨਾਲ ਕੋਈ ਮਤਲਬ ਹੀ ਨਹੀਂ ਆ। ਦੱਸੋ ਪੰਜਾਬ ਦਾ ਕਿਹੜਾ ਸੰਘੀ ਢਾਂਚੇ ਦਾ ਅਸੀਂ ਨੁਕਸਾਨ ਕਰ ਦਿੱਤਾ, ਕਿੱਥੇ ਹੋਰ ਸਟੇਟ ਦਾ ਕਰ ਦਿੱਤਾ? ਮੈਨੂੰ ਮਠਾੜੂ ਸਾਹਿਬ ਦੀ ਗੱਲ ਬੀਐਸਐਫ ਦੇ ਅੰਡਰ ਕੀਤਾ। ਅਰੇ ਸਿੱਖਾ ਵਾਲਾ ਜੀ, ਸਿੱਖਾ ਵਾਲਾ ਜੀ, ਮੈਂ ਤੁਹਾਡੀ ਗੱਲ ਦੇ ਵਿੱਚ ਬੋਲਿਆ ਨਹੀਂ, ਉਹਦਾ ਜਵਾਬ ਤੁਸੀਂ ਕਿਹਾ ਕਿਹੜਾ ਕੀਤਾ, ਮੈਂ ਤੁਹਾਨੂੰ ਦੱਸਦਾ ਕਿਹੜਾ ਕੀਤਾ। ਮੈਂ ਡਿਬੇਟ ਦੇ ਐਂਕਰ ਸਿੱਧੂ ਸਾਹਿਬ ਨੇ ਮੈਨੂੰ ਜਵਾਬ ਦੇ ਰਿਹਾ, ਤੁਸੀਂ ਸਬਰ ਤਾਂ ਸੁਣੋ ਤਾਂ ਸਹੀ। ਗੱਲ ਨੂੰ ਸਮਝਣ ਦੀ ਤੁਸੀਂ ਕੋਸ਼ਿਸ਼ ਕਰੋ ਵੀ ਆਪਾਂ ਕਿਹੜੀ ਡਿਬੇਟ ਕਿੱਥੋਂ ਕਿੱਥੇ ਲਿਜਾ ਰਹੇ ਆ। ਦੇਖੋ, ਅੱਜ ਤਾਂ ਤੁਹਾਨੂੰ ਵਧਾਈ ਦਾ ਦਿਨ ਆ, ਤੁਹਾਡੇ ਨੇਤਾ ਦੀ ਜ਼ਮਾਨਤ ਹੋ ਗਈ, ਉਹਨੂੰ ਚੋਣ ਲੜਨ ਦੀ ਇਜਾਜ਼ਤ ਮਿਲ ਗਈ। ਤੁਹਾਡੇ ਇੰਡੀਆ ਦੇ ਵਿੱਚ ਇੱਕ ਹੋਰ ਐਸਪਾਇਰੈਂਟ ਆ ਗਿਆ, ਕਿਉਂਕਿ ਬਰਾਤ ਤਾਂ ਚੱਲੀ ਹੋਈ ਸੀਗੀ, ਕਈ ਵੱਖਰੀ ਤਰ੍ਹਾਂ ਦੇ ਦੂल्हे ਸੀਗੇ, ਇੱਕ ਦੂल्हा ਅੱਜ ਹੋਰ ਕਲੀਅਰ ਹੋ ਗਿਆ। ਤੇ ਅੱਜ ਆਪਾਂ ਇੱਥੇ ਡਿਬੇਟ ਕਰੀਏ ਕਿ ਜਿਹੜੇ ਤੁਸੀਂ ਸਾਰੇ ਜਣੇ ਇਕੱਠੇ ਹੋ ਗਏ ਹੋ, ਕਿੰਨੇ ਦਿਨ ਤੁਹਾਡਾ ਕੁਨਵਾ ਚੱਲੂਗਾ? ਔਰ ਜਦੋਂ ਪ੍ਰਧਾਨ ਮੰਤਰੀ ਦੇ 10 ਦਾਅਵੇਦਾਰ ਤੁਹਾਡੇ ਵਿੱਚ ਆ ਜਾਣੇ ਆ, ਤਾਂ ਫਿਰ ਕਿਹੜਾ ਬੰਦਾ ਦਾਅਵੇਦਾਰ ਬਣੂਗਾ? ਪਹਿਲਾਂ ਤਾਂ ਤੁਹਾਡੇ 'ਚ ਇਹ ਨਹੀਂ ਪਤਾ। ਆਪਣੇ ਕੋਲ ਸਮਾਂ ਵੀ ਸੀਮਿਤ ਹੈ। ਨਾਰੰਗ ਸਾਹਿਬ, ਇਹਦੇ ਨਾਲ ਜਿਹੜੇ ਦੁਨੀਆ ਦੀ ਗੱਲ ਕਰਦੇ ਹੋ ਜਾਂ ਜੋ ਅੱਜ ਫੈਸਲਾ ਹੈ, ਭਾਜਪਾ ਨੂੰ ਪੋਲੀਟੀਕਲ ਤੌਰ ਤੇ ਕਿਵੇਂ ਦੇਖਦੇ ਹੋ? ਇਹਦਾ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ? ਕੌਮੀ ਪੱਧਰ ਤੇ ਜਿਸ ਤਰ੍ਹਾਂ ਦਾ ਹੁਣ ਪਾਰਟੀਆਂ ਦੇ ਅੰਦਰ ਨਵੀਂ ਕਿਸਮ ਦੀ ਇੱਕ ਪ੍ਰਕਿਰਿਆ, ਘਮਸਾਨ ਵਿਵਾਦ ਸ਼ੁਰੂ ਹੋਏਗਾ। ਭਾਰਤੀ ਜਨਤਾ ਪਾਰਟੀ ਨੂੰ ਸਿੱਧੂ ਸਾਹਿਬ ਦਾ ਨਾਮ ਨੁਕਸਾਨ ਹੈ, ਇਹਨਾਂ ਵਿੱਚ ਲੜਾਈ ਵਧਣੀ ਆ, ਇਹਨਾਂ ਨੂੰ ਤੁਸੀਂ ਬਿਠਾ ਚਲੋ ਓਕੇ। ਤੁਹਾਡਾ ਵਿਊ ਪੁਆਇੰਟ ਆ ਗਿਆ ਇੰਡੀਆ ਵਾ ਉਹ। ਥੈਂਕ ਯੂ ਵੈਰੀ ਮਚ। ਲੀਡਰ ਮੰਨਦਾ ਕਿ ਮੈਂ ਸਾਰਿਆਂ ਦੇ ਵਿਊ ਪੁਆਇੰਟ ਲੈਣਾ ਹੈ। ਮੈਂ ਡਾਕਟਰ ਬਰਾਗੀ ਤੋਂ ਲੈ ਲਈਏ, ਮਠਾੜੂ ਸਾਹਿਬ ਤੁਹਾਡੇ ਵੱਲ ਵੀ ਆਣਾ ਹੈ। ਡਾਕਟਰ ਬਰਾਗੀ ਜੀ, ਪਲੀਜ਼ ਕੁਐਸਚਨ ਦੁਬਾਰਾ ਫਰੇਮ। ਡਾਕਟਰ ਬਰਾਗੀ, ਇਸ ਮਾਮਲੇ ਦੇ ਜੋ ਕੌਮੀ ਪੱਧਰ ਤੇ ਸਥਿਤੀ ਬਣੀ ਹੈ, ਉਹ ਕਹਿ ਰਿਹਾ ਕਿ ਚਾਹੇ ਰਾਹੁਲ ਗਾਂਧੀ ਹੈ ਜਾਂ ਹੋਰ ਹੈ, ਜੋ ਫੈਸਲਾ ਹੈ ਇਹਦੇ ਨਾਲ ਨੈਸ਼ਨਲ ਪੋਲਿਟਿਕਸ ਕੋਈ ਖਾਸ ਫਰਕ ਨਹੀਂ ਪੈਂਦਾ। ਭਾਜਪਾ ਕਹਿੰਦੀ ਹੈ ਕਿ ਸਗੋਂ ਘਮਸਾਨ ਮਚੇਗਾ, ਹੋਰ ਜ਼ਿਆਦਾ ਪ੍ਰਧਾਨ ਮੰਤਰੀ ਦੇ ਅਹੁਦੇਦਾਰ ਪੈਦਾ ਹੋ ਗਏ ਆ। ਨਾ ਸਿੱਧੂ ਸਾਹਿਬ, ਮੈਂ ਹੈਰਾਨ ਆ ਜੀ, ਤੁਸੀਂ ਕੀ ਸੋਚਦੇ ਹੋ ਵੀ 24 ਦੇ ਇਲੈਕਸ਼ਨ ਇਸ ਚੀਜ਼ ਨੂੰ ਲੈ ਕੇ ਲੜੀ ਜਾਊਗੀ? 24 ਦੇ ਇਲੈਕਸ਼ਨ ਕੋਈ ਡੈਮੋਕ੍ਰੈਟਿਕ ਵੇ ਨਾਲ ਲੜੀ ਜਾਊਗੀ? ਆਪਾਂ ਹੁਣੇ ਹੀ ਨਾਓ ਦੇਖ ਕੇ ਹਟੇ ਹਾਂ, ਹੁਣੇ ਹੀ ਅਸੀਂ ਮਨੀਪੁਰ ਦੇਖ ਕੇ ਆਏ ਹਾਂ। ਇੱਕ ਕਿਊਮਨਲ ਲਾਈਨ ਡਰਾ ਕੀਤੀ ਜਾ ਰਹੀ ਹੈ ਹਿੰਦੁਸਤਾਨ ਦੇ ਵਿੱਚ। 2024 ਦੀ ਸਟਾਰਟਿੰਗ ਤੇ ਇੱਕ ਮੰਦਰ, ਰਾਮ ਮੰਦਰ ਦਾ ਵੀ ਕਿਊਮਨਲ ਲਾਈਨ ਤੇ ਲੜੀ ਜਾਣੀ ਆ 2024 ਦੀ ਇਲੈਕਸ਼ਨ।
ਜੇ ਆਪਾਂ ਕਹੀਏ ਮੈਰਿਟ ਤੇ ਲੜੀ ਜਾਣੀ ਆ, ਉਹ ਹਜੇ ਕਿਤੇ ਦਿਖਾਈ ਨਹੀਂ ਦੇ ਰਿਹਾ। ਅਸੀਂ ਕਹਿ ਰਹੇ ਹਾਂ ਕੋਈ ਪ੍ਰਾਪਤੀਆਂ ਤੇ ਲੜੀ ਜਾਣੀ ਆ, ਅਸੀਂ ਕਹੀਏ 15 ਲੱਖ ਜੇਬ ਚ ਆਉਣ ਤੇ ਲੜੀ ਜਾਣੀ ਆ, 2 ਕਰੋੜ ਨੌਕਰੀਆਂ ਤੇ ਲੜੀ ਜਾਣੀ ਆ, ਨੈਵਰ। ਅੱਜ ਕੋਈ ਨਾਮ ਲੈ ਰਿਹਾ, ਅੱਜ ਕਹਿ ਰਿਹਾ ਵੀ ਅੱਜ ਪ੍ਰਚੰਡ ਬੁਲੰਦ ਹੋਇਆ ਵਾ ਜੇ ਕਿਸੇ ਅਸੀਂ ਭਗਤ ਨੂੰ ਪੁੱਛਦੇ ਵੀ ਆ ਪੂਰੀ ਦੁਨੀਆ ਦੇ ਵਿੱਚ ਸਨਾਤਨ ਧਰਮ ਦਾ। ਪਹਿਲਾਂ ਵੀ ਤਾਂ ਸੀਗਾ ਹੀ, ਸਨਾਤਨ ਧਰਮ ਪਹਿਲਾਂ ਵੀ ਚੜ੍ਹਦੀ ਕਲਾ 'ਚ ਸੀਗਾ। ਪਰ ਰੌਲਾ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਜਿਸ ਲਾਈਨ ਵਾਲੀ ਨੂੰ ਜਾ ਰਹੇ ਹਾਂ, ਇੱਕ ਕਿਊਮਨਲ ਲਾਈਨ ਤੇ ਜਾ ਰਹੇ ਹਾਂ। 24 ਦੀ ਇਲੈਕਸ਼ਨ ਉਸ ਤੇ ਜ਼ਿਆਦਾ ਲੜੀ ਜਾਣੀ ਆ, ਮੈਰਿਟ ਡੈਮੋਕ੍ਰੈਟਿਕ ਵੈਲਿਊਜ਼ ਤੇ ਘੱਟ ਲੜੀ ਜਾਣੀ ਆ। ਜੀ ਬਰਾਗੀ ਸਾਹਿਬ, ਥੈਂਕ ਯੂ ਵੈਰੀ ਮਚ। ਸੰਖੇਪ ਵਿੱਚ 2 ਲਾਈਨਾਂ ਦਾ ਕਮੈਂਟ ਜਿਹੜਾ ਹੈਗਾ ਨਾਰੰਗ ਸਾਹਿਬ ਇਸ ਮੁੱਦੇ ਦੇ ਉੱਤੇ, ਉਹ ਕਹਿੰਦੇ ਇਹ ਤਾਂ ਕਿਸ ਲਾਈਨ ਤੇ ਲਾਈਨਾਂ ਤਾਂ ਹੋਰ ਹੀ ਹੋਣੀਆਂ ਜੋ ਇਲੈਕਸ਼ਨ ਹੋਣੀ ਹੈ। ਦੇਖੋ ਸਿੱਧੂ ਸਾਹਿਬ, ਮੈਂ ਫੇਰ ਉਹਨਾਂ ਨੂੰ ਕਹੂੰਗਾ ਬੂਟਾ ਸਿੰਘ ਜੀ ਨੂੰ ਅੱਛਾ ਨਹੀਂ ਲੱਗਣਾ ਕਿ ਜਿਹੜੇ ਰਾਜਸੀ ਵਿਸ਼ਲੇਸ਼ਕ ਹੁੰਦੇ ਨੇ ਨਾ, ਆਪਾਂ ਦੇਸ਼ ਦੀ ਰਾਜਨੀਤਿਕ ਸਥਿਤੀ ਤੇ ਚਰਚਾ ਮੈਂ ਵਿਸ਼ਲੇਸ਼ਣ ਹੀ ਕਰ ਰਿਹਾ ਜੀ, ਪ੍ਰੋਪਰ ਐਨਾਲਿਸਟ ਕਰਕੇ ਤੁਹਾਨੂੰ ਦੱਸ ਰਿਹਾ, ਪ੍ਰੋਪਰ ਵਿਸ਼ਲੇਸ਼ਣ ਆ ਇਹ। ਤੁਸੀਂ ਮੇਰੀ ਗੱਲ ਯਾਦ ਰੱਖਿਓ ਨਾਰੰਗ ਸਾਹਿਬ। ਮੈਨੂੰ ਬੋਲ ਲੈਣ ਦਿਓ ਨਾ ਜੀ, ਫਿਰ 2 ਲਾਈਨਾਂ ਲੋਕਾਂ ਨੂੰ ਮੈਨੂੰ ਵੀ ਸੁਣ ਲੈਂਦੇ, ਪਹਿਲੇ ਤੁਹਾਨੂੰ ਸੁਣਨ ਤਾਂ ਨਹੀਂ ਆਏ ਨਾ, ਲੋਕ ਸਾਨੂੰ ਵੀ ਸੁਣਨ ਆਏ ਨੇ। ਆਪਾਂ ਮੁਕੰਮਲ ਕਰੋ। ਮੈਂ ਤੁਹਾਨੂੰ ਇਹ ਕਹਿਣਾ ਚਾਹ ਰਿਹਾ ਕਿ ਜਿਹੜੀ ਅੱਜ ਦੀ ਰਾਜਨੀਤਿਕ ਸਥਿਤੀ ਆ ਉਹ ਇਹ ਆ ਕਿ ਜਿਹੜਾ ਸੋ ਕਾਲਡ ਇੰਡੀਆ ਇੱਕ ਅਲਾਈਅੰਸ ਬਣਿਆ ਵਾ, ਅੱਜ ਉਹਦੇ ਵਿੱਚ ਇੱਕ ਹੋਰ ਦਾਅਵੇਦਾਰ ਵੱਧ ਗਿਆ। ਉਹ ਜਿਹੜੇ ਇੰਨੇ ਬਰਾਤੀ ਨੇ ਉਹਨਾਂ ਨੂੰ ਪਤਾ ਨਹੀਂ ਦੂਲਾ ਕੌਣ ਆ, ਔਰ ਦੂਲੇ ਤੇ ਬਹੁਤ ਲੜਾਈ ਹੋਣੀ ਆ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ, ਤੁਹਾਡੀ ਗੱਲ ਆ ਗਈ। ਥੈਂਕ ਯੂ ਵੈਰੀ ਮਚ। ਮਠਾੜੂ ਸਾਹਿਬ ਕੁਝ ਤੁਸੀਂ ਦੇਸ਼ ਦੀ ਗੱਲ ਨਹੀਂ ਕਰ ਰਹੇ, ਤੁਸੀਂ ਇੱਕ ਗਰੁੱਪ ਦੀ ਗੱਲ ਕਰ ਰਹੇ ਹੋ, ਇੱਕ ਐਨਾਲਾਈਜ਼ ਦੀ ਗੱਲ ਕਰ ਰਹੇ ਹੋ। ਤੁਸੀਂ ਦੇਸ਼ ਦੀ ਗੱਲ ਕਰਨ ਨੂੰ ਅੱਜ ਵੀ ਨਾਰੰਗ ਸਾਹਿਬ ਭੱਜ ਰਹੇ ਹੋ, ਮੁੱਦਿਆਂ ਤੇ ਆ ਕੇ ਗੱਲ ਨਹੀਂ ਕਰਦੇ। ਵਾਟ ਐਵਰ ਵੀ ਦਾ ਦੁੱਲਾ, ਉਹਦੇ ਚ ਕੀ ਲੈਣਾ? ਤੁਸੀਂ ਗੱਲ ਕਰੋ ਵੀ ਤੁਸੀਂ ਕੀ ਦਿੱਤਾ ਹਿੰਦੁਸਤਾਨ ਨੂੰ। 9 ਸਾਲ ਹੋ ਗਏ, ਮਣੀਪੁਰ ਦਿੱਤਾ, ਤੁਸੀਂ ਜੰਮੂ ਕਸ਼ਮੀਰ ਨੂੰ ਤੋੜਿਆ, ਤੁਸੀਂ ਕੀ ਦਿੱਤਾ ਵਾ, ਗੱਲ ਉਹਦੀ ਕਰੋ। ਥੈਂਕ ਯੂ ਵੈਰੀ ਮਚ ਡਾਕਟਰ ਬਰਾਗੀ, ਥੈਂਕ ਯੂ ਵੈਰੀ ਮਚ। ਜੀ ਜੀ ਮਠਾੜੂ ਸਾਹਿਬ, ਮੈਂ ਥੋੜਾ ਜਿਹਾ ਬਰਾਗੀ ਸਾਹਿਬ ਦੀ ਗੱਲ ਨਾਲ ਸਹਿਮਤ ਹੋਊਂਗਾ ਇੱਥੇ, ਕਿਉਂਕਿ ਆਪਣੇ ਇੱਥੇ ਇੱਕ ਵਾਰ ਪੰਜਾਬ ਦੇ ਵਿੱਚ ਥਾਣੇ ਦੇ ਵਿੱਚ ਉਹ ਕੋਈ ਚਲੇ ਗਏ ਸੀਗੇ, ਸਿੱਖ ਨੌਜਵਾਨ ਚਲੇ ਗਏ, ਸਾਰੇ ਤੇ NSA ਲਾ ਕੇ ਡਿਬਰੂਗੜ੍ਹ ਜੇਲ੍ਹ ਭੇਜਤਾ, ਕਹਿੰਦੇ ਜੀ ਥਾਣੇ ਤੇ ਹਮਲਾ ਹੋ ਗਿਆ। ਦੂਜੇ ਪਾਸੇ ਹਰਿਆਣਾ ਦੇ ਵਿੱਚ ਥਾਣਾ ਹੀ ਮਚਾਤਾ, ਉੱਥੇ ਕਿਸੇ ਦੇ NSA ਨਹੀਂ ਲੱਗੀ। ਔਰ ਜਿਹੜੇ ਖਾਲਸਾ ਏਡ ਵਾਲੇ ਆ ਉਹਨਾਂ ਦੇ ਰੇਡਾਂ ਵੱਜ ਰਹੀਆਂ ਨੇ, NIA ਦੀਆਂ, ਖਾਲਸਾ ਨਾਲ ਜੁੜੀਆਂ। ਦੇਖੋ ਕਿਤੇ ਨਾ ਕਿਤੇ ਕਮਿਊਨਲ ਦਾ ਸਿਸਟਮ ਤਾਂ ਹੈ, ਉਹ ਤਾਂ ਮੈਂ ਇਹਨਾਂ ਨਾਲ ਬਰਾਗੀ ਸਾਹਿਬ ਨਾਲ। ਦੂਜੀ ਗੱਲ ਕਰ ਲਈ ਆਪਾਂ ਜਿਹੜਾ ਸਮਝੌਤਾ ਹੋਇਆ ਇਹਨਾਂ ਦਾ, ਇਹ ਸਿੱਧੂ ਸਾਹਿਬ ਸਮਝੌਤਾ ਇਹ ਨਹੀਂ ਹੈ। ਮੈਂ ਇਹੀ ਗੱਲ, ਸਮਝੌਤਾ ਇਹ ਨਹੀਂ ਹੈ ਕਿ ਜਿਹੜਾ ਹੈਗਾ ਦਿੱਲੀ ਦੇ ਵਿੱਚ ਬਿੱਲ ਪਾਸ ਕਰਤਾ ਤੇ ਉਹਨੂੰ ਰੋਕਣ ਵਾਸਤੇ, ਇਹ ਇੱਕ ਬਹਾਨਾ ਹੈ। ਸਮਝੌਤਾ ਜਿਹੜਾ ਪੂਰੇ ਦੇਸ਼ ਦੇ ਵਿੱਚ 2024 ਦੀਆਂ ਇਲੈਕਸ਼ਨਾਂ ਲੜਨ ਦਾ ਇੱਕ ਤਰੀਕਾ ਬਣਾਇਆ। ਥੈਂਕ ਯੂ ਵੈਰੀ ਮਚ। ਸਿੱਖਾਂ ਵਾਲਾ ਜੀ 2 ਲਾਈਨਾਂ ਦਾ ਕਮੈਂਟ, ਉਹ ਵੀ ਸਮੇਂ ਤੋਂ ਬਾਹਰ ਜਾ ਕੇ ਤੁਹਾਡੇ ਵੱਲੋਂ, ਕਿਉਂਕਿ ਸਮੇਂ ਦੀ ਮਜਬੂਰੀ ਹੈ। ਦੇਖੋ ਜੀ, ਵਾਰ-ਵਾਰ ਜਿਹੜੀ ਭਾਰਤੀ ਜਨਤਾ ਪਾਰਟੀ ਵੱਲੋਂ ਕਿਹਾ ਗਿਆ ਕਿ ਨਵਾਂ ਦੁੱਲਾ ਆ ਗਿਆ ਜੀ, ਜਿਹੜੇ ਰਾਹੁਲ ਗਾਂਧੀ ਤਾਂ ਸਾਡੇ ਪਹਿਲਾਂ ਤੋਂ ਲੀਡਰ ਸੀ, ਉਹਨਾਂ ਨੂੰ ਕਿਹਨਾਂ ਨੇ ਰੋਕਿਆ ਸੀ? ਜੇ ਉਦੋਂ ਪ੍ਰਧਾਨ ਮੰਤਰੀ ਇਹਨਾਂ ਨੇ ਬਣਨਾ ਹੁੰਦਾ, 2004 ਤੋਂ ਲੈ ਕੇ 14 ਤੱਕ ਸਾਡੇ ਕੋਲ ਪੂਰਨ ਬਹੁਮਤ ਰਿਹਾ, ਬਣ ਸਕਦੇ ਸੀ। ਪਰ ਜਿਹੜੇ ਰਾਹੁਲ ਗਾਂਧੀ ਜੀ ਦੇ ਮਨਸ਼ਾ ਹੈ ਉਹ ਦੇਸ਼ ਦੀ ਸੇਵਾ ਕਰਨ ਦੀ ਹੈ, ਨਾ ਕਿ ਕੱਲਾ ਪ੍ਰਧਾਨ ਮੰਤਰੀ ਬਣਨ ਦੀ। ਉਹਨਾਂ ਨੂੰ ਬਿਲਕੁਲ ਸਾਡਾ ਜਿਹੜਾ ਲਾਇੰਸ ਹੈ ਉਹ ਬਗੈਰ ਪ੍ਰਧਾਨ ਮੰਤਰੀ ਦੇ ਚਿਹਰੇ ਤੋਂ ਇਲੈਕਸ਼ਨ ਲੜੂਗਾ। ਆਪਾਂ ਫੇਰ ਇਸ ਮੁੱਦੇ ਤੇ ਕਦੇ ਫੇਰ ਇਸ ਮੁੱਦੇ ਤੇ ਬਹਿਸ ਲੈ ਕੇ ਆਵਾਂਗੇ, ਫਿਰ ਆਪਾਂ ਇਸ ਮੁੱਦੇ ਤੇ ਫੈਸਲਾ ਲੈ ਕੇ ਆਵਾਂਗੇ। ਵੱਡਾ ਮੁੱਦਾ ਹੈ, ਅਸੀਂ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਲੜਾਈ ਲੜਨੀ ਹੈ ਜੀ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦੀ ਮਿਹਰਬਾਨੀ। ਇਸ ਮੁੱਦੇ ਤੇ ਤੁਸੀਂ ਆਏ ਹੋ, ਕੌਮੀ ਪੱਧਰ ਤੇ ਟਕਰਾਅ ਦੇ ਮੁੱਦੇ, ਚਾਹੇ ਫੈਡਰਲ ਢਾਂਚੇ ਦੀ ਗੱਲ ਹੋਵੇ, ਚਾਹੇ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਵੱਲੋਂ ਜਿਹੜੀ ਰਾਹਤ ਦਿੱਤੀ ਗਈ ਹੈ। ਆਉਣ ਵਾਲੇ ਦਿਨਾਂ 'ਚ ਇਸ ਮੁੱਦਿਆਂ ਤੇ ਨਜ਼ਰਾਂ ਬਣੀਆਂ ਰਹਿਣਗੀਆਂ ਕਿ ਦੇਸ਼ ਦੀ ਰਾਜਨੀਤੀ ਕਿਸ ਕਦਰ ਕਰਵਟ ਲੈ ਰਹੀ ਹੈ। ਜਿੱਦਾਂ ਡਾਕਟਰ ਬਰਾਗੀ ਦਾ ਕਹਿਣਾ ਕਿ ਕਿਸ ਤਰ੍ਹਾਂ ਦੀਆਂ ਲਾਈਨਾਂ ਖਿੱਚੀਆਂ ਜਾਣਗੀਆਂ। ਪਰ ਇਹਨਾਂ ਮਾਮਲਿਆਂ ਦੇ ਜਿਹੜੇ ਮਹਿਮਾਨ ਆਏ ਆ ਉਹਨਾਂ ਸਾਰਿਆਂ ਦੇ ਆਪਾਂ ਧੰਨਵਾਦੀ ਹਾਂ। ਤੇ ਜੀ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।